शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:14 ਹੋਏ ਨੇ। 7 ਜਨਵਰੀ ਦਾ ਦਿਨ ਹੈ, ਵਰ੍ਹਾ 2022 ਦਾ ਸ਼ੁੱਕਰਵਾਰ ਹੈ। 24 ਪੋਹ ਨਾਨਕ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਫਿਰ ਇੱਕ ਛੋਟੀ ਜਿਹੀ ਇੰਟਰਵਿਊ ਹੈ। ਇੰਟਰਵਿਊ ਤੋਂ ਬਾਅਦ ਮਿਸਟਰ ਫਰੈਂਕੋ ਟੈਰਾਜ਼ੇਨੋ ਆਉਣਗੇ, ਜਿਹੜੇ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਦੇ ਨੈਸ਼ਨਲ ਡਾਇਰੈਕਟਰ ਨੇ। ਸਰਕਾਰਾਂ ਤੁਹਾਡੇ ਘਰਾਂ 'ਤੇ ਇੱਕ ਸਰ ਟੈਕਸ ਲਾਉਣ ਦੀ ਪਲਾਨ ਕਰ ਰਹੀਆਂ ਨੇ, ਜਿਹੜਾ 0.5% ਤੋਂ 1% ਹੋਵੇਗਾ 1 ਮਿਲੀਅਨ ਤੋਂ ਮਹਿੰਗੇ ਘਰ 'ਤੇ। ਹੁਣ 1 ਮਿਲੀਅਨ ਦਾ ਘਰ ਐਵਰੇਜ ਪ੍ਰਾਈਸ ਹੈ ਵੈਨਕੂਵਰ ਦੇ ਵਿੱਚ। ਜੇ ਉਸ ਨੂੰ ਉਹ ਲੈ ਜਾਂਦੇ ਨੇ ਤੇ ਅਪਰੂਵ ਇਹ ਕਰ ਦਿੰਦੇ ਨੇ। ਹਾਲੇ ਹੁਣੇ ਵਾਅਦਾ ਕਰਕੇ ਹਟੇ ਨੇ ਅਫੋਰਡੇਬਿਲਿਟੀ ਦਾ, ਇਹ ਮਹਿੰਗੇ ਨਹੀਂ ਕਰਦੇ ਜੀ, ਅਸੀਂ ਸਸਤੇ ਕਰ ਦਿਆਂਗੇ। ਤੇ ਜੇ 1% ਜੇ ਟੈਕਸ 1 ਮਿਲੀਅਨ ਦੇ ਘਰ 'ਤੇ ਲੱਗ ਗਿਆ ਤਾਂ ਸਾਲ ਦਾ $10,000 ਹੋਰ ਟੈਕਸ ਹੋ ਸਕਦਾ। ਇਸ ਦੇ ਬਾਰੇ ਉਹ ਜਾਣਕਾਰੀ ਦੇਣਗੇ। ਇਹ ਪਹਿਲਾਂ ਵੀ ਆਪਾਂ ਗੱਲਾਂ ਕਰਦੇ ਰਹੇ ਹਾਂ, ਜਿਹੜੇ ਦਿੱਤੇ ਹੋਏ ਨੇ ਨਾ 2-2 ਹਜ਼ਾਰ ਤੇ ਟ੍ਰਿਲੀਅਨ ਜੀ, ਬਿਲੀਅਨ ਜੀ, ਪਤਾ ਨਹੀਂ ਕਿਹੜੇ ਵੀ, ਉਹ ਸਾਰੇ ਫਿਰ ਹੁਣ ਮੋੜੇ ਪੈਣੇ ਨੇ ਉਹਦੇ। ਇਹ ਫਰੈਂਕੋ ਉਹਨਾਂ ਦੇ ਗੱਲ ਕਰਨ ਤੋਂ ਬਾਅਦ ਫਿਰ ਤੁਹਾਡੇ ਲਈ ਸਮਾਂ ਹੋਏਗਾ 20 ਮਿੰਟ। ਸ਼ੁੱਕਰਵਾਰ ਨੂੰ ਆਪਾਂ ਅਕਸਰ ਗੱਲ ਕਰਦੇ ਹਾਂ, ਤੁਹਾਨੂੰ ਕਿਸੇ ਵਿਸ਼ੇ 'ਤੇ ਖੁੱਲ੍ਹੀਆਂ ਲਾਈਨਾਂ ਹੁੰਦੀਆਂ, ਲਾਈਨਾਂ ਸਦਾ ਹੀ ਖੁੱਲ੍ਹੀਆਂ ਹੁੰਦੀਆਂ ਆਪਣੇ ਸ਼ੋਅ ਦੇ ਵਿੱਚ, ਜਦ ਮਰਜ਼ੀ ਤੁਸੀਂ ਗੱਲ ਕਰਦੇ ਹੋ। ਪਰ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਕਿ ਤੁਸੀਂ ਕਿਸੇ ਵਿਸ਼ੇ 'ਤੇ ਗੱਲ ਕਰ ਸਕਦੇ ਹੋ। ਕੋਈ ਵੀ ਵਿਸ਼ਾ ਜਿਹੜਾ ਤੁਹਾਨੂੰ ਲੱਗੇ ਕਿ ਇਹਦੇ 'ਤੇ ਮੈਂ ਗੱਲ ਕਰਨੀ ਸੀ, ਮੈਨੂੰ ਸਮਾਂ ਨਾ ਮਿਲਿਆ, ਤਾਂ ਤੁਸੀਂ 604-204 0600 604-204 0600 604-204 0600 'ਤੇ ਫੋਨ ਕਰ ਸਕਦੇ ਹੋ। ਅਤੇ ਮੇਰਾ ਨੰਬਰ ਹੈ 604-729 1224 6047291224। ਪੱਤਣ ਦੀ ਸਰਦਾਰ ਚੂਚਕ ਦੀ ਜਾਈ, ਪੱਤਣ ਤੇ ਪੀਂਘਾਂ ਚਨਾਹ ਵਿੱਚ ਡੁਬਕੀ ਦਹਾੜਨ, ਬਾਗ ਲਿਸ਼ਕਦੇ ਡੇਲੇ ਸ਼ੂਕ ਦਾ ਬੇਲਾ, ਘਮੰਡੀ ਛਾਤੀ ਅਜਗਰੀ ਮਾਨ, ਫਿਕਰ ਨਾ ਫਾਕੇ। ਚੰਦਨ ਦੀ ਮੁਸ਼ਕ ਹਵਾ ਵਿੱਚ ਕਣੀਆਂ, ਮੇਘ ਦੀਆਂ ਗਰਜਾਂ, ਲਾਚੜੇ ਮੋਰ, ਸਰੰਗਾ ਬਾਣਾ, ਪੈਰ ਦੀ ਫੁਰਤੀ, ਕੱਚ ਦਾ ਪਿੰਡਾ ਵਣਾ ਨੂੰ ਫੂਕੇ ਬਿਗੜਦੇ ਮੋਮਨ, ਹੁਸਨ ਜਵਾਨੀ। ਮੱਥੇ ਵਿੱਚ ਵੈਲ, ਜ਼ੁਬਾਨ ਤੇ ਗਾਲਾਂ, ਹੁਸਨ ਦਾ ਅੰਤ, ਬਾਰ ਦੀ ਹਰਨੀ, ਗੂੜੀਆਂ ਚਸ਼ਮਾ, ਤਿਲਕ ਦੀ ਸੇਲੀ, ਅੰਗ ਅੰਗਿਆਰੇ, ਧੂਸਰੀ ਮੇਢੀ, ਉਮਰ ਦਾ ਸੇਕ ਤੇ ਕਿਰਗੇ ਦਾਣੇ, ਚੜਦੀ ਦਿਲ ਵਿੱਚ ਵੜਦੀ ਕੌਣ ਪਰਦੇਸੀ, ਪੈਣ ਤੜਥੱਲਾ ਉਬਲਦਾ ਖੂਨ, ਸਹਿਮ ਦੀਆਂ ਬੇਲਾਂ, ਬੰਸਰੀ ਵੱਜਦੀ ਡੋਲ ਦਾ ਮੱਥ, ਕੁਆਰੀ ਕੰਜ, ਸ਼ੋਰ ਦੇ ਲੇਖੇ ਸਿਰ ਤੇ ਛੰਨਾ, ਮੋਰ ਬੱਤ ਪਹਿਲਾਂ ਆਤਣ ਦੀ ਸਰਦਾਰ ਚੂਚਕ ਦੀ ਜਾਈ। ਹਰਮਨਜੀਤ ਲਿਖਦਾ ਹੈ। ਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਪੰਜਾਬ 'ਚ ਤੜਥੱਲੀਆਂ ਮੱਚੀਆਂ ਪਈਆਂ। ਹਲੇ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਇਕੱਠ ਦੇ ਵਿੱਚ ਘਸੁੰਨ ਨਹੀਂ ਸੀ ਖੜਕੇ। ਰਾਘਵ ਚੱਡਾ ਉਹਨਾਂ ਦੇ ਇਕੱਠ ਦੇ ਵਿੱਚ ਜਲੰਧਰ ਕੀ ਹੋਇਆ ਪੁੱਛਦੇ ਹਾਂ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਅੰਮ੍ਰਿਤਸਰ ਇੱਕ ਹੋਰ ਕੁਛ ਇਹੋ ਜਿਹਾ ਤਾਂ ਨਹੀਂ ਹੋ ਰਿਹਾ ਵੀ ਇੱਥੇ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹਦਾ ਬਾਨਣ ਬੰਦ ਹੋ? ਕਿਉਂਕਿ ਫਲਾਈ ਅੰਮ੍ਰਿਤਸਰ ਇੱਕ ਗਰੁੱਪ ਹੈ, ਸਰਦਾਰ ਗਮਟਾਲਾ ਬਹੁਤ ਕੰਮ ਕਰਦੇ ਅਮਰੀਕਾ 'ਚ ਬੈਠੇ, ਵੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਦੇ ਨਾਲ ਦੁਨੀਆ ਦੇ ਹਵਾਈ ਅੱਡੇ ਜੋੜੇ ਜਾਣ। ਇੱਥੇ ਫੇਰ ਕਹਿੰਦੇ ਫਲਾਈਟ ਉਤਰੀ, 250 ਬੰਦਾ ਫੇਰ ਕਰੋਨਾ ਪੋਜ਼ੀਟਿਵ। ਇਹ ਕਿੱਥੋਂ ਰਹੇ ਨੇ ਬੰਦੇ? ਜੀ ਗਿੱਲ ਸਾਹਿਬ, ਇਹ ਇਟਲੀ ਤੋਂ ਆ ਰਹੇ ਆ ਜੀ। ਜਿਹੜੀ ਕੱਲ ਫਲਾਈਟ ਸੀਗੀ ਉਹ ਵੀ ਇਟਲੀ ਤੋਂ ਆਈ ਸੀਗੀ, ਔਰ ਇਟਲੀ ਤੋਂ ਆਈ ਉਸ ਫਲਾਈਟ ਦੇ ਵਿੱਚੋਂ 125 ਯਾਤਰੀਆਂ ਦੇ ਕਰੋਨਾ ਪੋਜ਼ੀਟਿਵ ਪਾਏ ਗਏ ਸੀਗੇ। ਔਰ ਅੱਜ ਫੇਰ ਇਟਲੀ ਤੋਂ ਇੱਕ ਫਲਾਈਟ ਆਈ, ਉਹਦੇ ਚੋਂ 175 ਵਿਅਕਤੀ ਨੇ ਜਿਹੜੇ ਉਹ ਕੋਵਿਡ ਪੋਜ਼ੀਟਿਵ ਪਾਏ ਗਏ। ਏਅਰਪੋਰਟ ਤੇ ਹੰਗਾਮਾ ਹੋ ਗਿਆ। ਸ਼ਾਮ ਨੂੰ ਜਦੋਂ ਰੋਮ ਤੋਂ ਹਵਾਈ ਅੱਡੇ ਤੋਂ ਫਲਾਈਟ ਪਹੁੰਚੀ, 300 ਯਾਤਰੀ ਇਸ ਫਲਾਈਟ ਦੇ ਵਿੱਚ ਸੀਗੇ, ਔਰ ਹੁਣ ਤੱਕ ਜਿਹੜੇ ਨੇ 175 ਤੋਂ ਵੱਧ ਪੋਜ਼ੀਟਿਵ ਪਾਏ ਗਏ ਨੇ। ਕੱਲ ਵੀ ਗਿੱਲ ਸਾਹਿਬ ਕੁਛ ਯਾਤਰੀ ਨੇ ਜਿਹੜੇ ਉੱਥੋਂ ਖਿਸਕ ਗਏ ਸੀਗੇ, ਜਿਹੜੇ 125 ਪੋਜ਼ੀਟਿਵ ਪਾਏ ਗਏ ਸੀ ਉਹਨਾਂ ਚੋਂ,
ਉਹਨਾਂ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਸੀ। ਅੱਜ ਜਦੋਂ 250 ਅੱਜ ਆਇਆ, ਹੰਗਾਮਾ ਹੋ ਗਿਆ, ਹਾਹਾਕਾਰ ਮਚ ਗਈ। ਯਾਤਰੀ ਕਹਿੰਦੇ ਤੁਸੀਂ ਆਪਦੀ ਲੈਬ ਦਾ ਟੈਸਟ ਕਰਾਓ। ਤਾਂ ਹੁਣ ਲੈਬ ਦਾ ਟੈਸਟ ਦੁਬਾਰੇ ਹੋਣ ਦੀ ਜਿਹੜੀ ਗੱਲਬਾਤ ਆ ਉਹ ਵੀ ਹੋਣੀ ਸ਼ੁਰੂ ਹੋ ਗਈ ਹੈ ਜੀ, ਕਿ ਕਿਤੇ ਟੈਸਟ ਕਰਨ 'ਚ ਤਾਂ ਨਹੀਂ ਕੋਈ ਪ੍ਰੋਬਲਮ। ਕਿਉਂਕਿ ਸਾਰੇ ਬੰਦੇ ਕਹਿੰਦੇ ਆ ਵੀ ਜਦੋਂ ਅਸੀਂ ਤੁਰੇ ਸੀ ਰੋਮ ਤੋਂ, ਸਾਡਾ ਉੱਥੇ ਵੀ ਟੈਸਟ ਹੋਇਆ ਸੀ, ਉੱਥੇ ਨੈਗੇਟਿਵ ਸੀ। ਔਰ ਇਹ ਜਹਾਜ਼ 'ਚ ਇਹੋ ਜਿਹੀ ਕਿਸੇ ਚੀਜ਼ ਆ ਵੀ ਅਸੀਂ ਆਉਂਦੇ ਆਉਂਦੇ ਪੋਜ਼ਿਟਿਵ ਹੋ ਗਏ। ਸੋ ਉਹਨਾਂ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਜਾਂਚ ਪ੍ਰਬੰਧਾਂ ਦੇ ਉੱਤੇ ਠਾਏ ਨੇ। ਬਾਕੀ ਗੱਲ ਸਾਹਿਬ ਇਹ ਆ ਕਿ ਸਰਕਾਰ ਨੇ ਹੁਣ, ਪੰਜਾਬ ਵਾਲੀ ਨੇ ਆਪਣੀ ਨੇ ਇਹ ਕਰਤਾ, ਭਾਰਤ ਵਾਲੀ ਨੇ, ਕਿ ਜਿਹੜਾ ਵੀ ਵਿਅਕਤੀ ਅੰਤਰਰਾਸ਼ਟਰੀ ਪੱਧਰ ਤੇ ਆ ਰਿਹਾ ਗਾ, ਕਿਸੇ ਮੁਲਕ 'ਚੋਂ ਆ ਰਿਹਾ, ਚਾਹੇ ਭਾਰਤ ਆ ਕੇ ਉਹਨੇ ਉੱਤਰੇ ਆ ਕੇ, ਤਾਂ 7 ਦਿਨ ਦੇ ਲਈ ਉਹਨੂੰ ਉੱਥੇ ਕੁਆਰੰਟਾਈਨ ਕਰ ਦੇਣਾ। 8ਵੇਂ ਦਿਨ ਜਾ ਕੇ ਉਹਦਾ ਟੈਸਟ ਹੋਣਾ PCR, ਔਰ ਉਸ ਤੋਂ ਬਾਅਦ ਟੈਸਟ ਦੇ ਵਿੱਚ ਜੇ ਉਹਦੀ ਰਿਪੋਰਟ ਨੈਗੇਟਿਵ ਪਾਈ ਜਾਂਦੀ ਹੈ ਤਾਂ ਠੀਕ ਹੈ, ਅਦਰਵਾਈਜ਼ ਉਹਨੂੰ ਫੇਰ ਕੁਆਰੰਟਾਈਨ। ਤਾਂ ਇਹ ਜਿਹੜੀਆਂ ਸਖਤੀਆਂ ਕੀਤੀਆਂ ਨੇ, ਕੇਸ ਵੀ ਕਾਫੀ ਆ ਰਹੇ ਨੇ। ਮੋਸਟਲੀ ਆਪਣੀਆਂ ਫਲਾਈਟਸ ਦਿੱਲੀ ਉਤਰਦੀਆਂ ਨੇ। ਦਿੱਲੀ ਦੇ ਵਿੱਚ 17,335 ਮਾਮਲੇ ਸਾਹਮਣੇ ਆਏ ਨੇ। ਮਹਾਰਾਸ਼ਟਰ 'ਚ ਤਾਂ ਨਵੇਂ ਕੇਸਾਂ ਦੀ ਗਿਣਤੀ 40,000 ਨੂੰ ਟੱਪ ਗਈ। ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 2,901 ਮਾਮਲੇ ਸਾਹਮਣੇ ਆਏ ਨੇ। ਸਕੂਲ, ਕਾਲਜ, ਯੂਨੀਵਰਸਿਟੀਆਂ ਸਭ ਕੁਝ ਬੰਦ ਹੈ ਜੀ, ਕੱਲੀਆਂ ਰੈਲੀਆਂ ਹੋ ਰਹੀਆਂ। ਹੁਣ ਸਵਾਲ ਇਹ ਵੀ ਉੱਠ ਖੜਿਆ, ਕੱਲ ਨਵਜੋਤ ਸਿੱਧੂ ਨੇ ਰੈਲੀ ਕੀਤੀ, ਗਿੱਲ ਸਾਹਿਬ ਹਜ਼ਾਰਾਂ ਦਾ ਇਕੱਠ। ਅੱਜ ਚਰਨਜੀਤ ਚੰਨੀ ਰੈਲੀ ਕਰ ਰਿਹਾ ਸੀ ਰਾਜਪੁਰੇ, ਔਰ ਰਾਜਪੁਰੇ ਦੀ ਰੈਲੀ 'ਚ ਹਜ਼ਾਰਾਂ ਦਾ ਇਕੱਠ। ਉਹ ਤਾਂ ਕੱਲ ਇਕੱਠ ਚਲੋ ਪਰਸੋਂ ਜੁੜਿਆ ਨਹੀਂ, ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਵੀ ਨਹੀਂ, ਉੱਥੇ ਵੀ ਹੋਣੀ ਸੀ। ਸੋ ਰੈਲੀਆਂ ਸਾਰੀਆਂ ਪਾਰਟੀਆਂ ਕਰ ਰਹੀਆਂ। ਸੁਖਬੀਰ ਬਾਦਲ ਰੈਲੀਆਂ ਤੇ ਨਿਕਲਿਆ ਹੋਇਆ। ਆਮ ਆਦਮੀ ਪਾਰਟੀ ਵਾਲੇ ਦਿੱਲੀ 'ਚ ਇੰਨੇ ਕੇਸ ਨੇ, ਕੇਜਰੀਵਾਲ ਪੋਜ਼ਿਟਿਵ ਆ ਗਿਆ ਪਿਛਲੇ ਦਿਨਾਂ 'ਚ, ਪਰ ਦੂਜੇ ਫਿਰ ਵੀ ਪੰਜਾਬ 'ਚ ਫਿਰਦੇ ਰਹਿੰਦੇ ਨੇ। ਸੋ ਉੱਥੇ ਕਿਉਂ ਨਹੀਂ ਫਿਰ ਪਾਬੰਦੀਆਂ ਲਾਈਆਂ ਜਾਂਦੀਆਂ? ਜਾਂ ਤਾਂ ਸਾਰੇ ਪਾਸੇ ਖੋਲਣ, ਬੱਚਿਆਂ ਦੀ ਪੜ੍ਹਾਈ ਦੇ ਉੱਤੇ ਪਾਬੰਦੀ, ਬਾਕੀ ਸਾਰਾ ਕੁਝ ਖੁੱਲ੍ਹਾ। ਸੋ ਇਹ ਭਾਰਤ ਦੇ ਵਿੱਚ ਚੱਲ ਰਿਹਾ ਜੀ। ਬਾਕੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਫਲਾਈਟਸ ਆ ਰਹੀਆਂ ਨੇ, ਉਹਦੇ ਵਿੱਚੋਂ ਵੀ ਹੁਣ ਇਹਨਾਂ ਨੇ ਬਹੁਤ ਸਖਤੀ ਹੈ ਜਿਹੜੀ ਉਹ ਕੀਤੀ ਹੈ। ਖੈਰ ਗਿੱਲ ਸਾਹਿਬ, ਇਹਦੀ ਵੀ ਜਾਂਚ ਹੋਣੀ ਆ ਵੀ ਕੀ ਇਹ ਲੈਬ 'ਚ ਤਾਂ ਨਹੀਂ ਕੋਈ ਸਮੱਸਿਆ। ਤਾਂ ਇਹ ਜੇ ਕੋਈ ਸਮੱਸਿਆ ਹੋਈ ਤਾਂ ਉਸ ਤੋਂ ਵੱਧ ਵੀ ਸਵਾਲ ਖੜੇ ਹੋਣਗੇ ਜੀ। ਬਸ ਫਿਰ ਆਹੀ ਕਹਾਣੀ ਹੈ। 8 ਘੰਟੇ ਦੀ 7 ਦੀ ਫਲਾਈਟ ਹੈ ਜੀ, ਉੱਥੋਂ ਕਰਕੇ ਚੜ੍ਹਨ ਨਹੀਂ ਦਿੰਦੇ ਬਿਨਾਂ ਟੈਸਟ ਤੋਂ। ਇੱਥੋਂ ਅਸੀਂ ਤੁਰਨਾ ਤਾਂ ਸਾਡੇ ਟੈਸਟ ਇੱਥੋਂ ਕਰਦੇ ਨੇ ਸਾਰਿਆਂ ਦੇ। ਇਹ ਕੁਛ ਨਹੀਂ ਪਤਾ ਉੱਥੇ ਜਿੱਥੇ ਗੁਰਦੇ ਵੇਚ ਦਿੰਦੇ ਆ, ਅਤੇ ਉੱਥੇ ਟੈਸਟ ਨੈਗੇਟਿਵ ਤੋਂ ਪੋਜ਼ੀਟਿਵ ਕਰਨਾ ਕੀ ਔਖਾ। ਅਤੇ ਉੱਥੇ ਖਾਸ ਤੌਰ 'ਤੇ ਲੈਬ ਟੈਸਟਾਂ ਦੀ ਤਾਂ ਡਾਕਟਰਾਂ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਆ, ਹਰ ਇੱਕ ਦੇ ਟੈਸਟ, ਅਤੇ ਉਹਦੇ ਵਿੱਚੋਂ ਫਿਰ ਹਿੱਸਾ। ਅੱਛਾ, ਭਗਵੰਤ ਮਾਨ ਦੇ ਚੁਟਕਲਿਆਂ 'ਤੇ ਲੋਕ ਬੜੇ ਹੱਸਦੇ ਆ। ਕਦੇ ਅਮਰਿੰਦਰ ਨੂੰ ਖਿੱਚਤਾ ਵੀ ਉਹਦੇ ਪਜਾਮੀ ਔਖੀ ਪੈਂਦੀ ਹੈ, ਕਦੇ ਹਰਸਿਮਰਤ ਨੂੰ ਕਹਿ ਦਿੱਤਾ ਵੀ ਇਹਨੂੰ ਲਾਲ ਮਿਰਚਾਂ ਹਰੀ ਦੀਆਂ ਜਗ੍ਹਾ ਬੀਜਦੀ ਆ, ਕਦੇ ਸੁਖਬੀਰ ਬਾਦਲ ਨੂੰ ਚਿੰਬੜ ਲਿਆ। ਹੁਣ ਜਦ ਘਰ 'ਚ ਪਾੜ ਲੱਗਿਆ, ਆਮ ਆਦਮੀ ਪਾਰਟੀ ਦੇ ਇਕੱਠ 'ਚ ਘਸੁੰਨ ਖੜਕਿਆ, ਉਹਦਾ ਕਾਰਨ ਕੀ ਹੋਇਆ? ਰਾਘਵ ਚੱਡੇ ਤੋਂ ਫਿਰ ਹੋਇਆ ਕੰਟਰੋਲ ਕਿ ਨਹੀਂ? ਬਹਿ ਨਿਕਲ ਗਿਆ ਜੀ, ਜੇ ਪੰਜਾਬੀ 'ਚ ਆਪਣੇ ਆਮ ਸ਼ਬਦ ਕਿਹਾ ਜਾਂਦਾ ਸੀ, ਬਹਿ ਨਿਕਲ ਗਿਆ ਪਿਛਲੀ ਸਾਈਡ। ਦਰਅਸਲ ਹੋਇਆ ਇਹ ਕਿ ਗਿੱਲ ਸਾਹਿਬ, ਇੱਕ ਤਾਂ ਲੋਕ ਇਹਨਾਂ ਤੋਂ ਇਸ ਕਰਕੇ ਪਿਛਲੇ ਵਾਰ ਵੀ 17 'ਚ ਔਖੇ ਸੀ, ਇਹ ਸਮਝੇ ਕੁਛ ਨਹੀਂ। 17 'ਚ ਕੀ ਸੀ, ਇੱਥੇ ਲਿਆ ਕੇ ਸੰਜੇ ਸਿੰਘ ਕਰਕੇ ਬਹਾਤੇ ਪੰਜਾਬ 'ਚ। ਔਰ ਜੇ ਕਿਸੇ ਨੇ ਟਿਕਟ ਲੈਣੀ ਆ, ਮਿਲ ਲਓ ਸੰਜੇ ਸਿੰਘ ਨੂੰ। ਜੇ ਕਿਸੇ ਨੇ ਪੁੱਛਣਾਗਾ ਵੀ ਜੀ ਮੈਂ ਕੰਪੇਨ ਕਰਨੀ ਆ, ਮੈਂ ਰੈਲੀ ਕਰਨੀ ਆ, ਪੁੱਛੋ ਸੰਜੇ ਸਿੰਘ ਨੂੰ। ਜੇ ਕਿਸੇ ਨੇ ਇਹ ਗਿੱਲ ਸਾਹਿਬ ਪੁੱਛਣਾਗਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਫਲਾਨਾ ਸ਼ਾਮਲ ਹੋ ਰਿਹਾ, ਪੁੱਛ ਲਓ ਸੰਜੇ ਸਿੰਘ ਨੂੰ। ਔਰ 17 ਦੇ ਵਿੱਚ ਲੋਕ ਇਹਨਾਂ ਤੋਂ ਇਸੇ ਗੱਲ ਤੇ ਔਖੇ ਹੋਏ ਸੀ ਪੰਜਾਬ ਵਾਲੇ, ਵੀ ਤੁਸੀਂ ਸਾਡੇ ਪੰਜਾਬੀਆਂ ਨੂੰ ਸਮਝਦੇ ਕੀ ਹੋ? ਤੁਸੀਂ ਜੇ ਪੰਜਾਬ ਨੂੰ ਖੁਦ ਮੁਖਤਿਆਰੀ ਨਹੀਂ ਦਿੰਦੇ, ਪੰਜਾਬ ਦੀ ਲੀਡਰਸ਼ਿਪ ਨੂੰ ਖੁਦ ਮੁਖਤਿਆਰੀ ਨਹੀਂ ਦਿੰਦੇ, ਉਹਨੂੰ ਡਿਸੀਜਨ ਮੇਕਿੰਗ ਦੀ ਇਜਾਜ਼ਤ ਨਹੀਂ ਦਿੰਦੇ, ਸਾਰਾ ਕੁਛ ਆ ਕੇ ਉੱਥੋਂ ਆ ਕੇ ਕਰਨਾਗਾ, ਤਾਂ ਸਵਾਲ ਉੱਠੇ ਸੀ ਇਹਨਾਂ ਦੇ ਉੱਤੇ। ਇਹ ਸਮਝੇ ਨਹੀਂ। ਹੁਣ 2022 'ਚ 5 ਸਾਲ ਬਾਅਦ ਵੀ, ਹਾਂ ਇੱਕ ਗੱਲ 'ਚ ਇਹਨਾਂ ਨੇ ਫਰਕ ਪਾਇਆ। ਪਿਛਲੀ ਵਾਰ ਇਹ ਸਿੱਖ ਭਾਈਚਾਰੇ ਦੇ ਮਸਲੇ ਚੱਕ ਰਹੇ ਸੀ, ਉਹਦੇ ਨੇੜੇ ਸੀ। ਐਤਕੀ ਆ ਕੇ ਇਹ ਤਿਰੰਗਾ ਯਾਤਰਾ ਕਰ ਰਹੇ ਆ, ਸ਼ਾਂਤੀ ਮਾਰਚ ਕਰ ਰਹੇ ਆ। ਇਹ ਫਰਕ ਹੈ। ਪਰ ਦੂਸਰਾ ਫਰਕ ਨਹੀਂ ਇਹਨਾਂ ਨੇ ਪਾਇਆ। ਔਰ ਜੇ ਇੱਥੇ ਆ ਕੇ ਇਹ ਕਹਿਣਾ ਵੀ ਅਸੀਂ ਬੱਚਿਆਂ ਨੂੰ ਫ੍ਰੀ ਪੜ੍ਹਾਈ ਦੇਵਾਂਗੇ, ਉਹ ਵੀ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਆਉਂਦਾ, ਰੈਲੀ ਕਰਦਾ, ਕਹਿੰਦਾ, ਫਿਰ ਚਲਿਆ ਜਾਂਦਾ। ਜੇ ਇੱਥੇ ਵੀ ਚਾਹੇ ਸੇਵਾ ਸਿੰਘ ਸੇਖਵਾਂ ਹੋਰਾਂ ਨੂੰ ਸ਼ਾਮਲ ਕਰਨਾ, ਅੱਜ ਉਹ ਨਹੀਂ ਰਹੇ, ਤਾਂ ਉਦੋਂ ਵੀ ਕੇਜਰੀਵਾਲ ਆਊਗਾ ਜੀ। ਕੁਛ ਵੀ ਕਰਨਾ ਕੇਜਰੀਵਾਲ ਆਊਗਾ। ਰਾਘਵ ਚੱਡਾ ਤਾਂ ਇੱਥੇ ਬਿਠਾ ਰੱਖਿਆ ਗਾ, ਉਹ ਤਾਂ ਜਾਂਦਾ ਹੀ ਨਹੀਂ ਦਿੱਲੀ। ਉਹਨੂੰ ਦਿੱਲੀ ਜਾਣ ਦੀ ਗੱਲ ਸਾਹਿਬ ਕੀ ਲੋੜ ਹੈ? ਦਿੱਲੀ ਦੇ ਵਿੱਚ ਇੱਕ ਡਿਊਟੀ ਹੈ, ਡਿਊਟੀ ਦੇ ਵਿੱਚ ਉੱਥੇ ਕਿਸੇ ਨੇ ਮਤਲਬ ਇੰਨੀ ਪੁੱਛ ਦੱਸ ਨਹੀਂ ਹੋਣੀ। ਇੱਥੇ ਜਿਹੜੀ ਉਹ ਚੱਡਾ ਸਾਹਿਬ ਹੁੰਦੀ ਆ, ਦੱਸੋ ਜੀ ਆਹ ਫਲਾਨਾ ਸ਼ਾਮਲ ਹੋ ਰਿਹਾ। ਔਰ ਅੱਜ ਹੋਇਆ ਕੀ ਗੱਲ ਸਾਹਿਬ, ਮੈਂ ਤੁਹਾਨੂੰ ਦੱਸਦਾ।
ਇਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਆ ਜਿਹੜੀ ਉਹ ਰੱਖੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਰਾਘਵ ਚੱਡਾ ਪਹੁੰਚਿਆ, ਉੱਥੇ ਜਾ ਕੇ ਕਹਿੰਦਾ ਵੀ ਦੇਖੋ ਜੀ ਅਕਾਲੀ ਦਲ ਚੋਂ ਵੀ ਸਾਡੇ 'ਚ ਬੰਦੇ ਸ਼ਾਮਲ ਹੋ ਰਹੇ ਆ, ਕਾਂਗਰਸ ਚੋਂ ਵੀ ਸਾਡੇ 'ਚ ਸ਼ਾਮਲ ਹੋ ਰਹੇ ਆ, ਸਾਡੇ 'ਚ ਸਾਰੀਆਂ ਪਾਰਟੀਆਂ 'ਚ ਬੰਦੇ ਸ਼ਾਮਲ ਹੋ ਰਹੇ ਆ। ਔਰ ਗਿੱਲ ਸਾਹਿਬ ਉੱਥੇ ਇਹਨੇ ਕਿਹਾ ਵੀ ਜਿਹੜਾ ਪਿਛਲੀ ਵਾਰ 2017 ਦੀ ਇਲੈਕਸ਼ਨ ਲੜੀ ਇੱਕ ਬੰਦੇ ਨੇ ਬਠਿੰਡਿਓਂ ਅਕਾਲੀ ਦਲ ਵੱਲੋਂ, ਅੱਜ ਉਹਨੂੰ ਇਹਨੇ ਝਾੜੂ 'ਚ ਸ਼ਾਮਲ ਕਰ ਲਿਆ ਰਾਘਵ ਚੱਡਾ ਨੇ। ਔਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਮਤਲਬ ਬੰਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਨੇ ਪਾਰਟੀ ਦੇ ਵਿੱਚ। ਇਹ ਤਾਂ ਕਹਿੰਦੇ ਨੇ ਬਹੁਤ ਹਲਾਰਾ ਮਿਲਿਆ ਸਾਨੂੰ, ਕਹਿੰਦੇ ਯੂਥ ਕਾਂਗਰਸ ਦਾ ਪੰਜਾਬ ਦਾ ਸੂਬੇ ਦਾ ਜਿਹੜਾ ਸਾਬਕਾ ਜਨਰਲ ਸਕੱਤਰ ਹੈ ਦਿਨੇਸ਼ ਡੱਲਾ ਉਹ ਸਾਡੇ 'ਚ ਆ ਗਿਆ, ਔਰ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸੀਨੀਅਰ ਆਗੂ ਅਮਿਤ ਰਤਨ ਉਹ ਸਾਡੇ 'ਚ ਆ ਗਿਆ, ਸਾਬਕਾ MP ਚਰਨਜੀਤ ਵਾਲੀਆ ਦਾ ਛੋਟਾ ਭਰਾ ਜਿਹੜਾ DPS ਵਾਲੀਆ ਉਹ ਕਹਿੰਦੇ ਸਾਡੇ 'ਚ ਆ ਗਿਆ। ਬਾਹਰ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚ ਗਏ ਵੱਡੀ ਗਿਣਤੀ 'ਚ। ਅੱਜ ਇਹਨਾਂ ਨੇ 3 ਸੀਟਾਂ ਅਨਾਉਂਸ ਕੀਤੀਆਂ ਸੀ, 3 ਥਾਂ ਜਿਹੜੇ ਉਮੀਦਵਾਰ ਨੇ ਉਹ ਖੜੇ ਕੀਤੇ ਸੀ। ਇੱਕ ਤਾਂ ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਨੂੰ ਟਿਕਟ ਦਿੱਤੀ, ਗੁਰੂ ਹਰਸਾਏ ਤੋਂ ਫੌਜਾ ਸਿੰਘ ਸਰਾਰੀ ਨੂੰ ਟਿਕਟ ਦਿੱਤੀ, ਅਬੋਹਰ ਤੋਂ ਦੀਪਕ ਕੰਬੋਜ ਨੂੰ ਟਿਕਟ ਦਿੱਤੀ। ਔਰ ਆਮ ਆਦਮੀ ਪਾਰਟੀ ਦੇ ਪ੍ਰੈਸ ਕਲੱਬ ਦੇ ਬਾਹਰ, ਆਮ ਤੌਰ ਦੇ ਉੱਤੇ ਗਿੱਲ ਸਾਹਿਬ ਪ੍ਰੈਸ ਕਲੱਬ ਜਲੰਧਰ ਦੇ ਬਾਹਰ ਇੰਨਾ ਹੰਗਾਮਾ ਨਹੀਂ ਕਦੇ ਹੋਇਆ। ਆਮ ਤੌਰ ਦੇ ਉੱਤੇ ਹੁੰਦਾ ਜੇ ਕੋਈ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤਾਂ ਉਹਨੂੰ ਸਵਾਲ ਤਾਂ ਪੁੱਛ ਲਏ ਜਾਂਦੇ ਨੇ, ਪਰ ਅੱਜ ਜਿਵੇਂ ਥੱਪੜ ਚੱਲੇ ਨੇ, ਮੁੱਕੀਆਂ ਘਸੁੰਨ ਚੱਲੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਇੱਕ ਦੂਜੇ ਦੇ ਨਾਲ। ਔਰ ਉਹਨਾਂ ਨੇ ਕਿਹਾ ਕਿ ਟਿਕਟਾਂ ਵੇਚ ਰਿਹਾ, ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਉਠਾਏ ਵੀ ਟਿਕਟਾਂ ਵੇਚੀਆਂ ਜਾ ਰਹੀਆਂ ਨੇ। ਵੱਡੇ ਵੱਡੇ ਲੀਡਰ ਜਲੰਧਰ ਦੇ ਆ ਕੇ ਘੇਰ ਲਿਆ ਰਾਘਵ ਚੱਡੇ ਨੂੰ। ਉਹ ਕਹਿੰਦੇ ਪਿਛਲੀ ਵਾਰ ਵਾਲਾ ਕੰਮ ਐਤਕੀ ਫੇਰ ਕਰ ਰਹੇ ਹੋ ਤੁਸੀਂ, ਸਾਡੇ ਕੋਲ ਸਬੂਤ ਨੇ। ਤੁਸੀਂ ਜਿਹੜੇ ਪਾਰਟੀ 'ਚ ਵਰਕਰ ਕੰਮ ਕਰ ਰਹੇ ਨੇ ਪਿਛਲੇ 5-7 ਸਾਲਾਂ ਤੋਂ, ਜਿਨ੍ਹਾਂ ਨੇ ਦੁਸ਼ਮਣੀਆਂ ਪਾਲੀਆਂ, ਰਿਸ਼ਤੇਦਾਰੀਆਂ 'ਚ ਵਰਤਣਾ ਛੱਡਤਾ, ਜਿਨ੍ਹਾਂ ਨੇ ਤੁਹਾਡੀ ਖਾਤਰ ਬਹੁਤ ਪਿੰਡਾਂ ਦੇ ਵਿੱਚ ਵੈਰ ਵਿਰੋਧ ਪਾਲੇ, ਉਹਨਾਂ ਨੂੰ ਤਾਂ ਹੁਣ ਤੁਸੀਂ ਟਿਕਟਾਂ ਨਹੀਂ ਦੇ ਰਹੇ। ਔਰ ਕੱਲ ਬੰਦਾ ਸ਼ਾਮਲ ਕੀਤਾ, ਅੱਜ ਟਿਕਟ, ਪਰਸੋਂ ਸ਼ਾਮਲ ਕੀਤਾ, ਅੱਜ ਟਿਕਟ, ਆ ਚੱਕ ਵੀ ਆ ਆਪਣਾ ਅਫਸਰ ਰਿਟਾਇਰ ਹੋ ਕੇ ਆ ਗਿਆ ਇਹਨੂੰ ਟਿਕਟ। ਉਹ ਕਹਿੰਦੇ ਟਿਕਟਾਂ ਕਿਵੇਂ ਦਿੰਦੇ ਹੋ, ਕਿੰਨੇ ਪੈਸੇ ਲੈਣੇ ਹੋ, ਕੀ ਕਰਦੇ ਹੋ, ਸਾਨੂੰ ਸਾਰਾ ਪਤਾ ਹੈ। ਇਹ ਗੱਲ ਨੂੰ ਲੈ ਕੇ ਦੋਨੇ ਤਰ੍ਹਾਂ ਭਿੜ ਗਈਆਂ ਜੀ। ਬਿਲਕੁਲ ਜੀ, ਇਹ ਪਿਛਲੀ ਵਾਰ ਦਰਗੇਸ਼ ਪਾਠਕ ਤੇ ਸੰਜੇ ਸਿੰਘ ਉਹਨਾਂ ਦੀ ਜੋੜੀ ਸੀ। ਸਰ ਨਮਕਿਨ ਸਿੰਘ ਜੀ, ਕੱਲ ਭਾਜਪਾ ਦੇ ਪ੍ਰਧਾਨ ਅਸ਼ਵਨੀ ਹੋਣੀ ਕਹਿੰਦੇ ਸਾਨੂੰ ਪਤਾ ਲੱਗ ਗਿਆ ਪਨ ਬੱਸਾਂ ਦੇ ਵਿੱਚ ਕਾਂਗਰਸ ਦੇ ਗੁੰਡੇ ਆਏ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਾਡੇ ਨੂੰ ਘੇਰਿਆ ਤੇ ਉਹਦੇ ਲਈ ਇਹ ਜ਼ਿੰਮੇਵਾਰ ਨੇ। ਇਹ ਚੰਨੀ ਡਬਲ ਰੋਲ ਪੇ ਕਰਦਾ, ਇਹ ਸਰਗਣਾ ਇਹ ਗੁੰਡਿਆਂ ਦਾ ਮੁਖੀ ਹੈ। ਜਿਉਂ-ਜਿਉਂ ਗੱਲ ਦਿਨ ਪੈਣੇ ਨੇ ਚੀਜ਼ਾਂ ਪਤਾ ਲੱਗਦੀਆਂ ਜਾਣੀਆਂ ਨੇ। ਹੋਰ ਕੀ ਖਬਰ ਹੈ ਜੀ? ਜੀ ਗਿੱਲ ਸਾਹਿਬ, ਦੇਖੋ ਗੱਲਾਂ ਬਹੁਤ ਸਾਹਮਣੇ ਆ ਰਹੀਆਂ ਨੇ ਇਸ ਵਿਸ਼ੇ ਦੇ ਵਿੱਚ। ਇੱਕ ਤਾਂ ਇਹ ਕਿ ਅੱਜ ਵੀਡੀਓਜ਼ ਕੁਝ ਸਾਹਮਣੇ ਆਈਆਂ ਨੇ ਜਿਹਦੇ 'ਚ ਪ੍ਰਧਾਨ ਮੰਤਰੀ ਸਾਹਿਬ ਦੀ ਗੱਡੀ ਖੜੀ ਹੈ, ਦਿੱਲੀ ਨੰਬਰ, ਬੁਲੇਟ ਪ੍ਰੂਫ ਗੱਡੀ ਖੜੀ ਹੈ, ਔਰ ਉਹਦੇ ਸਭ ਤੋਂ ਕਲੋਜ਼ ਦੇ ਵਿੱਚ ਕੁਝ ਬੰਦੇ ਆਉਂਦੇ ਨੇ, ਔਰ ਉਹ ਬੰਦਿਆਂ ਨੇ ਝੰਡੇ ਚੱਕੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ, ਔਰ ਉਹ ਨਾਅਰੇ ਲਾ ਰਹੇ ਨੇ ਨਰਿੰਦਰ ਮੋਦੀ ਜਿੰਦਾਬਾਦ ਦੇ, ਔਰ ਉਹ ਗੱਡੀ ਦੇ ਬਹੁਤ ਨੇੜੇ ਆਉਂਦੇ ਨੇ। ਇਹ ਵੀਡੀਓ ਬਹੁਤ ਵਾਇਰਲ ਹੋ ਰਹੀਆਂ, ਹੁਣ ਇਹ ਵੀਡੀਓ ਸਾਹਮਣੇ ਆ ਗਈਆਂ। ਜਾਣੀ ਕਿ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰਾ ਖੜਾ ਹੋ ਗਿਆ, ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਆਸੇ-ਪਾਸੇ ਕਿਸਾਨਾਂ ਨੇ ਆ ਕੇ ਘੇਰ ਲਿਆ, ਜਾਂ ਜਿਵੇਂ ਦੀ ਤੁਸੀਂ ਗੱਲ ਕਰ ਰਹੇ ਹੋ ਭਾਜਪਾ ਦੇ ਆਗੂਆਂ ਦੇ ਬਿਆਨਾਂ ਦੀ, ਪਰ ਹੁਣ ਪਤਾ ਲੱਗ ਰਿਹਾ ਕਿ ਉਹ ਭਾਜਪਾ ਦੇ ਵਰਕਰ ਸੀਗੇ। ਔਰ ਇਹ ਠੀਕ ਹੈਗਾ ਕਿ ਉਹ ਉੱਥੇ ਤਾਂ ਸੀ, ਜਿਹੜਾ ਇਹ ਪੁਲ ਹੈ, ਫਲਾਈਓਵਰ ਹੈ ਪਿਆਰੇਵਾਲ ਵਾਲਾ, ਉਹ ਫਲਾਈਓਵਰ ਦੇ ਉੱਤੇ ਭਾਜਪਾ ਵਰਕਰ ਤਾਂ ਸੀ ਕਿਉਂਕਿ ਉਹਨਾਂ ਦੀਆਂ ਬੱਸਾਂ ਘੇਰੀਆਂ ਹੋਈਆਂ ਸੀ ਕਿਸਾਨਾਂ ਨੇ। ਔਰ ਕਿਸਾਨਾਂ ਦਾ ਹੁਣ ਇਹ ਪਤਾ ਲੱਗਿਆ ਗਿੱਲ ਸਾਹਿਬ, ਉਹ ਕਹਿੰਦੇ ਵੀ ਅਸੀਂ ਬੱਸਾਂ ਤਾਂ ਘੇਰੀਆਂ ਸੀ ਕਿਉਂਕਿ ਕਿਸਾਨਾਂ ਦਾ ਸੀਗਾ DC ਦਫ਼ਤਰਾਂ ਮੂਹਰੇ ਧਰਨਿਆਂ ਦਾ। ਬਲਦੇਵ ਸਿੰਘ ਜੀਰਾ ਕਿਸਾਨ ਆਗੂ ਜਿਹੜਾ ਉੱਥੇ ਉਸ ਵਕਤ ਹਾਜ਼ਰ ਸੀ, ਉਹ ਕਹਿੰਦਾ ਅਸੀਂ ਫਿਰੋਜ਼ਪੁਰ ਹੀ ਜਾ ਰਹੇ ਸੀ, ਪੁਲਿਸ ਨੇ ਸਾਨੂੰ ਘੇਰ ਲਿਆ ਸੀ, ਪੁਲਿਸ ਨੇ ਸਾਨੂੰ ਪੰਜਾਬ ਦੀ ਨੇ ਇਸ ਕਰਕੇ ਘੇਰਿਆ। ਉਹ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਰੈਲੀ ਵਾਲੇ ਪਾਸੇ ਜਾਓਗੇ। ਉਹ ਕਹਿੰਦੇ ਸੀਗਾ ਨਹੀਂ ਅਸੀਂ ਰੈਲੀ ਵਾਲੇ ਪਾਸੇ ਨਹੀਂ ਜਾਣਾ, ਅਸੀਂ ਤਾਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣਾ, ਵਿਰੋਧ 'ਚ DC ਦਫ਼ਤਰ ਧਰਨਾ ਲਾਉਣਾ, ਇੰਨਾ ਹੀ ਸਾਡਾ ਪ੍ਰੋਗਰਾਮ। ਉਹ ਕਹਿੰਦੇ ਸਾਨੂੰ ਉੱਥੇ ਰੋਕ ਲਿਆ ਵੀ ਇਦੋਂ ਗਾਂਹ ਅਸੀਂ ਨਹੀਂ ਜਾਣ ਦਿੰਦੇ, ਤੁਸੀਂ ਰੈਲੀ ਵਾਲੇ ਪਾਸੇ ਜਾ ਸਕਦੇ ਹੋ। ਉੱਥੋਂ 8 ਕਿਲੋਮੀਟਰ ਰੈਲੀ ਥਾਂ ਸੀਗਾ, ਔਰ ਉੱਥੇ ਗਿੱਲ ਸਾਹਿਬ ਜਿੱਥੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ, ਪਿੱਛੇ ਗੱਡੀਆਂ ਜਿਹੜੀਆਂ ਬੱਸਾਂ ਰੈਲੀ 'ਚ ਜਾਣ ਵਾਲੀਆਂ ਸੀ ਉਹ ਆਟੋਮੈਟਿਕਲੀ ਰੁਕ ਗਈਆਂ ਕਿਉਂਕਿ ਮੂਹਰੇ ਜਾਮ ਲੱਗ ਗਿਆ, ਔਰ ਉਦੋਂ ਪਿੱਛੇ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਆ ਗਿਆ। ਕਿਸਾਨ ਜਿਹੜੇ ਰੋਕੀ ਬੈਠੇ ਸੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ। ਉਹ ਕਹਿੰਦੇ ਜਦੋਂ ਸਾਨੂੰ ਪੁਲਿਸ ਵਾਲੇ ਨੇ ਆ ਕੇ ਕਿਹਾ ਬਾਅਦ ਦੇ ਵਿੱਚ ਕਿ ਪਾਸੇ ਹੋ ਜਾਓ, ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਆ ਗਿਆ, ਉਹ ਕਹਿੰਦੇ ਸਾਨੂੰ ਯਕੀਨ ਹੀ ਨਹੀਂ ਹੋਇਆ ਵੀ ਪ੍ਰਧਾਨ ਮੰਤਰੀ ਸਾਹਿਬ ਤਾਂ ਹੈਲੀਕਾਪਟਰ ਤੇ ਜਾਣਗੇ, ਸਾਨੂੰ ਹੀ ਮਾਰਦੇ ਆ ਠਾਉਣ ਦੇ ਮਾਰੇ। ਆਮ ਤੌਰ ਦੇ ਉੱਤੇ ਆਪਣੇ ਹੁੰਦਾ ਹੀ ਹੈ ਵੀ ਵੈਸੇ ਹੀ ਪੁਲਿਸ ਵਾਅਦਾ ਕਰ ਲੈਂਦੀ ਹੈ, ਤਾਂ ਇਸ ਕਰਕੇ ਉੱਠੇ ਨਹੀਂ। ਹੁਣ ਇਸ ਮਸਲੇ ਦੇ ਵਿੱਚ
ਦੇਖੋ ਕੇਂਦਰ ਸਰਕਾਰ ਨੇ ਵੀ ਜਾਂਚ ਟੀਮਾਂ ਬਿਠਾਤੀਆਂ, ਉਧਰੋਂ ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਨੋਟਿਸ ਲਿਆ, ਹਾਈ ਕੋਰਟ ਦੇ ਰਜਿਸਟਰਾਰ ਨੂੰ ਕਿਹਾ ਸਾਰਾ ਕੁਝ ਦੇਖੋ, ਉਧਰੋਂ ਪੰਜਾਬ ਸਰਕਾਰ ਨੇ ਵੀ ਟੀਮਾਂ ਬਿਠਾਤੀਆਂ। ਸੁਖਜਿੰਦਰ ਰੰਧਾਵਾ ਗ੍ਰਹਿ ਮੰਤਰੀ ਆ, ਸੁਖਜਿੰਦਰ ਰੰਧਾਵਾ ਨੇ ਬੜਾ ਅੱਜ ਬਿਆਨ ਦਿੱਤਾ, ਉਹ ਕਹਿੰਦਾ ਵੀ ਮੈਨੂੰ ਕੋਈ ਪਤਾ ਨਹੀਂ ਸੀ, ਮੇਰੇ ਨਾਲ ਕੋਈ ਗੱਲ ਨਹੀਂ ਹੋਈ, ਜੋ ਸੈਂਟਰ ਦੀਆਂ ਏਜੰਸੀਆਂ ਦੀ, ਜੋ ਸੈਂਟਰ ਦੀ ਗੱਲ ਹੋਈ ਪੰਜਾਬ ਦੇ ਡੀਜੀਪੀ ਨਾਲ ਹੋਈ, ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਗ੍ਰਹਿ ਵਿਭਾਗ ਹੈ, ਡੀਜੀਪੀ ਵੀ ਗ੍ਰਹਿ ਵਿਭਾਗ ਦੇ ਅੰਡਰ ਆਉਂਦਾ ਹੈ, ਗ੍ਰਹਿ ਮੰਤਰੀ ਨਾਲ ਜੇ ਕੋਈ ਗੱਲ ਹੀ ਨਹੀਂ ਹੋਈ ਤਾਂ ਇਹ ਬਹੁਤ ਵੱਡਾ ਸਵਾਲ ਹੈ। ਇਹਦਾ ਮਤਲਬ ਕਿਤੇ ਆਪਸ ਦੇ ਵਿੱਚ ਜਿਹੜਾ ਘਾਟ ਹੈਗੀ ਗੱਲਬਾਤ ਹੋਣ ਦੀ। ਇੱਕ ਤਾਂ ਗੱਲ ਇਹ, ਦੂਸਰੀ ਗੱਲ ਗਿੱਲ ਸਾਹਿਬ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਹੁਣ ਸੈਂਟਰ ਦੀਆਂ ਟੀਮ ਬਣਾਈ ਹੈ, 3 ਮੈਂਬਰੀ ਉਹਨਾਂ ਨੇ ਟੀਮ ਬਣਾਈ ਹੈ, ਜੋ ਸਵੇਰੇ 4 ਵਜੇ ਟੀਮ ਪਹੁੰਚ ਗਈ ਫਿਰੋਜ਼ਪੁਰ, BSF ਦਫ਼ਤਰ ਵੀ ਗਏ, ਹੈੱਡਕੁਆਟਰ ਵੀ ਗਈ। ਉਹਨਾਂ ਨੇ ਉਹ ਪੁਲ ਦਾ ਵੀ, ਫਲਾਈਓਵਰ ਦਾ ਵੀ ਜਿਹੜਾ ਦੌਰਾ ਗਾ ਉਹ ਕੀਤਾ, ਪਿਆਰਿਆਣੇ ਵਾਲੇ ਦਾ, ਜਿੱਥੇ ਉਸ ਵਕਤ ਪ੍ਰਧਾਨ ਮੰਤਰੀ ਦਾ ਕਾਫਲਾ 20 ਮਿੰਟ ਲਈ ਰੁਕਿਆ, ਔਰ ਉੱਥੇ ਉਹਨਾਂ ਨੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ, ਔਰ ਪੰਜਾਬ ਦੇ ਬਹੁਤ ਸੀਨੀਅਰ ਪੁਲਿਸ ਅਫਸਰ ਨੇ ਜਿਹੜੇ ਉਹ ਸਾਰੇ ਸੱਦ ਲਏ BSF ਦੇ ਹੈੱਡਕੁਆਟਰ ਦੇ ਵਿੱਚ, ਔਰ ਹੈੱਡਕੁਆਟਰ ਉੱਥੇ ਸੱਦ ਕੇ DIG ਵੀ ਸੱਦਿਆ, IG ਵੀ ਸੱਦਿਆ, ADGP ਵੀ ਸੱਦਿਆ, 3 ਜ਼ਿਲ੍ਹਿਆਂ ਦੇ SSP ਸੱਦ ਲਏ, ਇਸ ਤੋਂ ਇਲਾਵਾ ਦਰਜਨ ਦੇ ਲਗਭਗ ਪੁਲਿਸ ਅਫਸਰ ਸੱਦੇ, ਸਾਰਿਆਂ ਨੂੰ ਸਵਾਲ ਬਣਾ ਲਏ ਉਹਨਾਂ ਨੇ, ਸਾਰਿਆਂ ਤੋਂ ਸਵਾਲਾਂ ਦੇ ਜਵਾਬ ਪੁੱਛੇ। ਪੰਜਾਬ ਦੇ ਵੱਲੋਂ ਜਿਹੜੀ ਟੀਮ ਬਣਾਈ ਗਈ ਹੈ, ਉਸ ਟੀਮ ਦੇ ਵੱਲੋਂ ਵੀ ਇਸ ਮਸਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ। ਇੱਕ ਗੱਲ ਇਹ ਵੀ ਹੈ ਕਿ 150 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਾ ਪੰਜਾਬ ਪੁਲਿਸ ਨੇ, ਕਿਉਂਕਿ ਸੋਨੀਆ ਗਾਂਧੀ ਨੇ ਵੀ ਇਸ ਵਿਸ਼ੇ ਦੇ ਉੱਤੇ ਚਰਨਜੀਤ ਚੰਨੀ ਹੋਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਗਲਤ ਹੋਈ ਆ। ਤਾਂ ਉਹਦੇ 'ਚ ਹੁਣ 150 ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਆ ਜਿਹੜਾ ਕਰ ਲਿਆ, ਉਹਦੇ ਤੇ ਵੀ ਪੁਲਿਸ ਇਨਕੁਆਇਰੀ ਕਰ ਰਹੀ ਹੈ, ਵੀਡੀਓ ਚੈੱਕ ਕਰ ਰਹੀ ਹੈ, ਲੋਕੇਸ਼ਨਾਂ ਚੈੱਕ ਕਰ ਰਹੀ ਹੈ, ਕੌਣ ਸੀ ਉੱਥੇ। ਸੋ ਇਹ 'ਚ ਫੜੋ ਫੜੀ ਵਾਲਾ ਦੌਰ ਵੀ ਆਉਣ ਵਾਲੇ ਦਿਨਾਂ 'ਚ ਚੱਲ ਸਕਦਾ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਸਥਿਤੀ ਇਹ ਹੈਗੀ ਕਿ ਇਹ ਇੱਕ ਬਹੁਤ ਵੱਡਾ ਮਸਲਾ ਬਣ ਚੁੱਕਿਆ ਨੈਸ਼ਨਲ ਲੈਵਲ ਦੇ ਉੱਤੇ ਵੀ ਔਰ ਪੰਜਾਬ ਪੱਧਰ ਦੇ ਉੱਤੇ ਵੀ। ਹੁਣ ਬਹੁਤ ਸਾਰੇ ਆਗੂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਰਿਆਣਾ ਦੇ ਰਾਜਪਾਲ ਨੂੰ ਮਿਲੇ ਨੇ, ਉਹਨਾਂ ਨੇ ਕਿਹਾ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਇਆ ਜਾਵੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਬਿਆਨ ਸਾਹਮਣੇ ਆਇਆ। ਹੁਣ ਇੱਕ ਗੱਲ ਤਾਂ ਦੇਖੋ ਇਹ 'ਚ ਇਹ ਹੈ ਕਿ ਸੈਂਟਰ ਦਾ ਮਸਲਾ ਹੈ ਜਾਂ ਸਟੇਟ ਦਾ ਮਸਲਾ ਹੈ, ਇਹ ਸਿਕਿਉਰਿਟੀ ਦਾ ਮਸਲਾ ਹੈ। ਇਹਦੇ ਵਿੱਚ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੀ ਕੋਈ ਜਾਨ ਨੂੰ ਖਤਰਾ ਸੀ। ਪੰਜਾਬ 'ਚ ਇਦਾਂ ਦੀ ਕੋਈ ਗੱਲ ਨਹੀਂ ਹੈ, ਸ਼ਾਂਤੀ ਪਸੰਦ ਸ਼ਾਂਤ ਸੂਬਾ ਇਸ ਵਕਤ, ਇਦਾਂ ਦੀ ਕੋਈ ਗੱਲ ਨਹੀਂ ਹੈ। ਗੱਲ ਤਾਂ ਹੁਣ ਇਹ ਹੈਗੀ ਕਿ ਹਰਿਆਣਾ, UP ਇਹਦੇ ਤੇ ਸਿਆਸਤ ਹੋ ਰਹੀ ਆ। ਕਿਤੇ ਸਿਆਸਤ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਜੀ ਉੱਤਰ ਪ੍ਰਦੇਸ਼ ਜਾ ਰਹੇ ਨੇ ਜਾਂ ਹੋਰ ਸੂਬਿਆਂ 'ਚ ਆਉਣ ਵਾਲੇ ਦਿਨਾਂ 'ਚ ਜਾ ਰਹੇ ਨੇ, ਉੱਥੇ ਵੀ ਇਸ ਵਿਸ਼ੇ ਨੂੰ ਇੱਕ ਸਿਆਸੀ ਮੁੱਦਾ ਬਣਾਇਆ ਜਾਣਾਗਾ। ਔਰ ਇਹਦੇ 'ਚ ਕੁਛ ਇਦਾਂ ਦੇ ਭੜਕਾਊ ਬਿਆਨ ਵੀ ਆ ਰਹੇ ਨੇ ਕਿ 84 ਨੂੰ ਧਿਆਨ 'ਚ ਰੱਖੋ, ਬਹੁਤ ਸਾਰੇ ਮਤਲਬ ਇਦਾਂ ਦੇ ਬਿਆਨ ਵੀ ਭੜਕਾਊ ਦਿੱਤੇ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਹਾਲਤ ਇਲੈਕਸ਼ਨ ਦੇ ਵਿੱਚ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਸੀ ਆਉਂਦੀ, ਉਸ ਦਿਨ ਰੈਲੀ 'ਚ ਵੀ ਕੋਈ ਬਹੁਤਾ ਵਧੀਆ ਇਕੱਠ ਨਜ਼ਰ ਨਹੀਂ ਸੀ ਆਉਂਦਾ, ਔਰ ਹੁਣ ਉਹਨਾਂ ਨੂੰ ਇੱਕ ਬਹੁਤ ਵੱਡਾ ਮੁੱਦਾ ਹੈਗਾ ਜਿਹੜਾ ਉਹ ਮਿਲ ਗਿਆ, ਜਿਸ ਵਿਸ਼ੇ ਦੇ ਉੱਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਿਆਸੀ ਮਾਹੌਲ ਆਪਦੇ ਪੱਖ ਦੇ ਵਿੱਚ ਭੁਗਤਾਉਣ ਦਾ ਯਤਨ ਕਰਨਗੇ ਜੀ। ਟਾਈਮਜ਼ ਆਫ ਇੰਡੀਆ ਨੇ ਅੱਜ ਨਕਸ਼ਾ ਬਾਹਿਆ, ਜੇ ਉਹਨੂੰ ਨਕਸ਼ੇ ਨੂੰ ਆਪਾਂ ਵੇਖਦੇ ਹਾਂ, ਬਠਿੰਡੇ ਤੋਂ ਜੇ ਫਿਰੋਜ਼ਪੁਰ ਰੈਲੀ ਵਾਲੀ ਜਗ੍ਹਾ ਤੇ ਜਾਣਾ ਹੋਵੇ ਤਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਸਿੱਧਾ ਫਿਰੋਜ਼ਪੁਰ ਹੈ, ਜਾਂ ਬਠਿੰਡੇ ਤੋਂ ਜੈਤੋ ਕੋਟਕਪੂਰਾ ਫਰੀਦਕੋਟ ਫਿਰੋਜ਼ਪੁਰ ਹੈ। ਪਰ ਪ੍ਰਧਾਨ ਮੰਤਰੀ ਉਹਨਾਂ ਦਾ ਠੀਕ ਹੈ ਰੂਟ ਉਹਨਾਂ ਨੇ ਡਿਸਾਈਡ ਕੀਤਾ ਹੋਊ ਸੇਫਟੀ ਦੇ ਲਈ, ਉਹਨਾਂ ਨੇ ਉਹ ਆਏ ਬਠਿੰਡੇ ਤੋਂ ਬਾਜੇਖਾਨੇ ਤੋਂ ਕੋਟਕਪੂਰਾ, ਕੋਟਕਪੂਰੇ ਤੋਂ ਫਰੀਦਕੋਟ, ਫਰੀਦਕੋਟ ਤੋਂ ਤਲਵੰਡੀ ਭਾਈ ਗਏ, ਤਲਵੰਡੀ ਭਾਈ ਤੋਂ ਫਿਰੋਜ਼ਪੁਰ ਤੋਂ ਬਾਅਦ ਹਸੈਨੀ ਵਾਲਾ ਜਾਣਾ ਸੀ। ਜਿਹੜੇ ਪਹਿਲੇ ਦਿਨ ਖਬਰਾਂ ਹੋਈਆਂ ਬਈ ਪਹਿਲਾਂ ਹਸੈਨੀ ਵਾਲਾ ਚਲੇ ਗਏ, ਹਸੈਨੀ ਵਾਲੇ ਤੋਂ ਫਿਰ ਮੁੜਦਿਆਂ ਫਿਰੋਜ਼ਪੁਰ ਨੂੰ ਆਇਆ, ਨਹੀਂ, ਇਹ ਗਲਤ ਹੈ। ਤਲਵੰਡੀ ਭਾਈ ਤੋਂ ਫਿਰੋਜ਼ਪੁਰ ਦੇ ਸੰਨ 'ਚ ਪਿਆਰਿਆਣ ਵਾਲਾ ਜਿਹੜਾ ਫਲਾਈਓਵਰ ਆਉਂਦਾ, ਮਤਲਬ ਇਹਦਾ ਇਹ ਸੀ ਵੀ ਫਿਰੋਜ਼ਪੁਰ ਵਾਲੀ ਜਿਹੜੀ ਰੈਲੀ ਦੇ ਜਗ੍ਹਾ ਦੇ ਵਿੱਚ ਦੀ ਲੰਘ ਕੇ ਹਸੈਨੀ ਵਾਲਾ ਜਾਣਾ ਸੀ ਜੀ ਉਹਨਾਂ ਨੇ। ਜੀ ਉੱਥੋਂ 8 ਕਿਲੋਮੀਟਰ ਸੀਗਾ ਪਿਆਰਿਆਣਾ ਪੁਲ ਤੋਂ ਜਿੱਥੇ ਰੈਲੀ ਸੀ, ਹਸੈਨੀ ਵਾਲਾ ਉੱਥੋਂ ਕਾਫੀ ਦੂਰ ਆਗਾ। ਤਾਂ ਉੱਥੋਂ ਉਹਨਾਂ ਨੇ ਅਸਲ ਦੇ ਵਿੱਚ ਗਿੱਲ ਸਾਹਿਬ ਗੱਲ ਤਾਂ ਐਂ ਲੱਗਦੀ ਆ ਵੀ ਪ੍ਰਧਾਨ ਮੰਤਰੀ ਜੀ ਲਗਭਗ 10:30 ਵਜੇ ਆ ਗਏ ਬਠਿੰਡੇ ਏਅਰਪੋਰਟ ਦੇ ਉੱਤੇ, ਔਰ ਹੁਣ ਤਾਂ ਤਕਨੀਕ ਇੰਨੀ ਜ਼ਿਆਦਾ ਬਣ ਚੁੱਕੀ ਹੈਗੀ ਕਿ ਜਿਹੜੇ ਹੈਲੀਕਾਪਟਰ ਨੇ ਉਹ ਹੈਲੀਕਾਪਟਰ ਵੀ ਨੇ ਜਿਹੜੇ ਕਿਸੇ ਵੀ ਮੌਸਮ ਦੇ ਵਿੱਚ ਉਡਾਨ ਭਰ ਸਕਦੇ ਨੇ। ਹੁਣ ਤਾਂ ਉੱਦਾਂ ਦੇ ਹੈਲੀਕਾਪਟਰ ਆਮ ਹੀ ਪਤਾ ਲੱਗਿਆ ਚੰਡੀਗੜ੍ਹ ਖੜੇ ਨੇ, ਚੰਡੀਗੜ੍ਹੋਂ 20 ਮਿੰਟ 'ਚ ਬਠਿੰਡੇ ਪਹੁੰਚ ਸਕਦਾ ਸੀ। ਚਲੋ ਵੈਸੇ ਤਾਂ MI-17 ਆ ਜਿਹੜਾ ਉਹ ਬਹੁਤ ਪਰਫੈਕਟ ਹੈ, ਪਰ ਉੱਥੋਂ ਆ ਸਕਦਾ ਸੀ ਨਵੇਂ ਡਿਜ਼ਾਈਨ ਦਾ ਹੈਲੀਕਾਪਟਰ, ਔਰ ਉਹਦੇ ਰਾਹੀਂ ਵੀ ਜਾਇਆ ਜਾ ਸਕਦਾ। ਦੂਸਰਾ ਇਹ ਕਿ ਜਿਵੇਂ 20 ਮਿੰਟ ਅੱਧਾ ਘੰਟਾ ਉਹਨਾਂ ਨੇ ਏਅਰਪੋਰਟ ਦੇ ਉੱਤੇ ਬਠਿੰਡੇ ਲਾਤਾ,
ਉਸ ਤੋਂ ਬਾਅਦ ਵੀ ਇਹ ਤਾਂ ਗਿੱਲ ਸਾਹਿਬ ਐਂ ਹੁੰਦਾ ਵੀ ਜਿਵੇਂ ਆਪਾਂ ਰਿਸ਼ਤੇਦਾਰੀ 'ਚ ਜਾਣਾ ਹੁੰਦਾ, ਉੱਥੇ ਕਈ ਵਾਰ ਵਿਆਹ ਹੁੰਦਾ ਰਾਤ ਦਾ, ਆਪਾਂ ਪਹੁੰਚ ਜਾਈਏ ਦਿਨੇ, ਉਦੋਂ ਬਾਅਦ ਇਹ ਹੁੰਦਾ ਵੀ ਹੁਣ ਟਾਈਮ ਜਿਹਾ ਪਾਸ ਕਰਨਾ, ਇੱਧਰਲੀ ਰਿਸ਼ਤੇਦਾਰੀ 'ਚ ਗੇੜਾ ਕੱਢ ਲਓ, ਇੱਧਰ ਕੱਢ ਲਓ, ਫਲਾਨਾ ਪਾਰਕ 'ਚ ਗੇੜਾ ਕੱਢਿਓ, ਐਂ ਜੇ ਗੱਲ ਲੱਗਦੀ ਹੈ। ਮਤਲਬ ਵੀ ਜਿਵੇਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਪੰਜਾਬ ਦੇ, ਉਹ ਕੱਖ ਨਹੀਂ ਕਰ ਪਾਏ। ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਵੱਡੀਆਂ ਗੱਲਾਂ ਕਰਿਆ ਇਹ ਪਿਛਲੇ ਦਿਨਾਂ ਦੇ ਵਿੱਚ ਜਾ ਕੇ, JP ਨੱਡਾ ਹੋਰਾਂ ਨੂੰ ਵੀ ਮਿਲੇ, ਅਮਿਤ ਸ਼ਾਹ ਹੋਰਾਂ ਨੂੰ ਵੀ ਮਿਲੇ, ਗੱਲਾਂ ਮਾਰਤੀਆਂ ਵੱਡੀਆਂ ਵੱਡੀਆਂ। ਕੈਪਟਨ ਅਮਰਿੰਦਰ ਨੇ ਕਹਿਤਾ ਵੀ ਲਾਰੀਆਂ ਦੇਖਿਓ ਜੀ, ਪਟਿਆਲੇ ਤੋਂ ਫਿਰੋਜ਼ਪੁਰ ਤੱਕ ਟੁੱਟਣਾ ਨਹੀਂ ਲਾਰਾ, ਇੰਨਾ ਇਕੱਠ ਲੈ ਕੇ ਆਊਂ ਮੈਂ। ਔਰ ਉਧਰੋਂ ਢੀਂਡਸੇ ਹੋਰਾਂ ਨੇ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਮਾਰਤੀਆਂ ਵੀ ਤੁਸੀਂ ਦੇਖੋ ਜੀ ਬਾਦਲਾਂ ਤੋਂ ਵੱਧ ਇਕੱਠ ਹੋਊਗਾ। ਉਦੋਂ ਬਾਅਦ ਗਿੱਲ ਸਾਹਿਬ ਹੋਇਆ ਇਹ, BJP ਦੇ ਜਿਹੜੇ ਪੰਜਾਬ ਦੇ ਲੀਡਰ ਸੀ ਉਹਨਾਂ ਨੇ ਜਾ ਕੇ ਵੱਡੀਆਂ ਗੱਲਾਂ ਕਰਤੀਆਂ, ਕਹਿੰਦੇ ਜੀ MLA ਖੜੇ ਆ, ਉਹ ਕਹਿੰਦੇ ਸਾਡੇ ਛੇਤੀ ਦੇ ਕੇ ਸਾਨੂੰ ਸ਼ਾਮਲ ਕਰੋ ਪਾਰਟੀ 'ਚ। 2-3 ਤਾਂ ਜੀ ਕੈਬਨਿਟ ਮੰਤਰੀ ਆਪਣੇ ਸੰਪਰਕ 'ਚ ਨੇ, ਉਹ ਕਹਿੰਦੇ ਨੇ ਉਸ ਦਿਨ ਤੁਸੀਂ ਆਓ ਪੰਜਾਬ। ਇਹ ਤਾਂ ਉਹ ਹੋਇਆ ਨਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਕਹਿ ਕੇ ਆਏ ਸੀਗੇ ਨਰਿੰਦਰ ਮੋਦੀ ਨੂੰ ਵੀ ਤੁਸੀਂ ਅਰੁਣ ਜੇਤਲੀ ਨੂੰ ਭੇਜ ਦਿਓ, 13 ਕਾਗਜ਼ ਭਰਨੇ ਨੇ ਅੰਮ੍ਰਿਤਸਰ ਸਾਹਿਬ ਤੋਂ। ਉਦੋਂ ਬਾਅਦ ਬਸ ਇੱਕ ਗੇੜਾ ਮਾਰ ਜਾਣ ਤੇ ਉਸ ਤੋਂ ਬਾਅਦ ਤਾਂ ਬਸ ਜਿੱਤ ਦਾ ਸਰਟੀਫਿਕੇਟ ਲੈਣ ਹੀ ਆਉਣਾਗਾ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਹਾਲਤ ਬਣੀ ਸਭ ਦੇ ਸਾਹਮਣੇ ਆ, ਤਾਂ ਉਹੀ ਗੱਲਾਂ ਇਹ ਕਰਿਆ ਏ। ਉਸ ਤੋਂ ਬਾਅਦ ਗਿੱਲ ਸਾਹਿਬ ਹੋਇਆ ਇਹ, ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਦਿਨ ਪਹਿਲਾਂ ਹੀ ਗੇੜਾ ਕੱਢ ਕੇ ਪਾ ਗਿਆ, ਉਹਦੇ ਫਲੈਕਸ ਜਿਹੜੇ ਲੱਗੇ ਉਹਦੇ ਤੇ ਵੀ ਕੋਈ ਬਹੁਤੇ ਵੱਡੇ ਲੀਡਰ ਨਹੀਂ ਸੀ, ਉਹਦੇ ਤੇ ਵੀ ਉਹਦੇ ਮੁੰਡੇ ਦੀ ਫੋਟੋ ਸੀ ਨਾਲ। ਸੁਖਦੇਵ ਸਿੰਘ ਢੀਂਡਸਾ ਗੇੜੇ ਗੁੜੇ ਕੱਢੇ, ਉਹਨੇ ਦੇਖਿਆ ਵੀ ਨਹੀਂ ਕੋਈ ਤੁਰਦਾ ਨਹੀਂ, ਜਿਹੜੇ ਧੜਕ ਬਰਾੜ ਕੇ ਕੋਈ ਕੁਛ ਲੀਡਰ ਸੀ ਇਹਦੇ ਨਾਲ, ਉਹਨਾਂ ਦੇ ਵਿੱਚੋਂ ਕੁਛ ਲੀਡਰ ਤਾਂ ਜਿਹੜੇ ਵਾਪਸ ਮੁੜ ਗਏ ਬ੍ਰਹਮਪੁਰਾ ਸਾਹਿਬ ਦੇ ਨਾਲ, ਪੀਰ ਮੁਹੰਮਦ ਦੇ ਨਾਲ, ਅਕਾਲੀ ਦਲ 'ਚ। ਕੁਛ ਨੇ ਕਿਹਾ ਵੀ ਜੇ ਭਾਜਪਾ ਨਾਲ ਹੀ ਤੁਰਨਾ ਫਿਰ ਤੁਹਾਡੇ ਨਾਲ ਕਿਉਂ ਤੁਰਨਾ, ਉਹ ਸਿੱਧੇ ਭਾਜਪਾ ਚਲੇ ਗਏ। ਤਾਂ ਉਹ ਸਾਹਿਬ ਰਹਿ ਗਏ ਇਕੱਲੇ, ਉਹ ਕਹਿੰਦੇ ਮੈਂ ਤਾਂ ਬਿਮਾਰ ਹਾਂ ਜੀ, ਮੈਂ ਤਾਂ ਦੇਖੋ ਉਹਨਾਂ ਨੇ ਰਿਪੋਰਟ ਕਰਾਈ ਕੋਵਿਡ ਪੋਜ਼ਿਟਿਵ, ਮੈਂ ਉਹ ਤਾਂ ਘਰੇ ਬਹਿ ਗਏ ਵੀ ਮੈਥੋਂ ਤਾਂ ਰੈਲੀ 'ਚ ਵੀ ਨਹੀਂ ਆ ਹੋਣਾ। ਹੁਣ ਉਹਦੇ ਵਿੱਚੋਂ ਇਕੱਠ ਉੱਥੇ ਹੋਇਆ ਨਹੀਂ, ਉਹਦੇ ਲਈ ਪ੍ਰਧਾਨ ਮੰਤਰੀ ਤਾਂ ਨਹੀਂ ਜ਼ਿੰਮੇਵਾਰ, ਉਹਦੇ ਲਈ ਜ਼ਿੰਮੇਵਾਰ ਨਾ ਸੈਂਟਰ ਸਰਕਾਰ ਆ, ਉਹਦੇ ਲਈ ਜ਼ਿੰਮੇਵਾਰ ਤਾਂ ਜਾਂ ਤਾਂ ਪੰਜਾਬ ਦੀ ਲੀਡਰਸ਼ਿਪ ਆ ਭਾਜਪਾ ਦੀ, ਜਾਂ ਇਹ ਕਪਤਾਨ ਸਾਹਿਬ ਹੋਰੀ ਨੇ, ਢੀਂਡਸਾ ਸਾਹਿਬ ਵਰਗੇ ਨੇ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਮਾਰ ਕੇ ਆਏ, ਜਾਂ ਫਿਰ ਇਹ ਗੱਲ ਆ ਕਿ ਪੰਜਾਬ ਦੀ ਰਮਜ ਨਹੀਂ ਸਮਝ ਸਕੇ ਮੋਦੀ ਸਾਹਿਬ, ਪੰਜਾਬ ਦੇ ਲੋਕਾਂ ਦੀ ਸੋਚਦੇ ਕਿਵੇਂ ਨੇ, ਕਿਸ ਤਰ੍ਹਾਂ ਦੀ ਮਾਨਸਿਕਤਾ ਉਹਨੂੰ ਸਮਝ ਨਹੀਂ ਪਾਏ। ਪੰਜਾਬ ਦੇ ਲੋਕ ਇੰਨੀ ਛੇਤੀ ਨਹੀਂ ਐ ਮੰਨਣ ਵਾਲੇ ਜੀ। ਠੀਕ ਆ ਜੀ, ਇਹਦੇ ਤੇ ਬਾਅਦ 'ਚ ਵੀ ਮੈਂ ਮੁਲਾਂਕਣ ਕਰੂੰ। ਜੇ ਭੀਸੀਆਂ ਨੇ 에ਅਰਫੋਰਸ ਸਟੇਸ਼ਨ ਤੇ ਉਤਰੇ ਨੇ, ਉੱਥੋਂ ਜੇ ਸਿੱਧਾ ਫਿਰੋਜ਼ਪੁਰ ਜਾਣਾ ਹੁੰਦਾ, ਮੁਕਤਸਰ ਸਾਹਿਬ 'ਚੋਂ ਸਿੱਧਾ ਫਿਰੋਜ਼ਪੁਰ ਰੂਟ ਹੈ, ਤੇ ਨਹੀਂ ਤਾਂ ਬਠਿੰਡੇ ਤੋਂ ਜੈਤੋਂ ਫਰੀਦਕੋਟ 'ਚ ਹੀ ਰੂਟ ਹੈ। ਦੇਖੋ ਰਾਜਨੀਤਿਕ ਬੰਦਾ ਜਾਣਾ ਜਦ ਹੀ ਚਾਹੁੰਦਾ ਜਦ ਹਾਲ ਭਰਿਆ ਹੋਵੇ। ਇੱਥੇ ਲੋਕਲ ਸ਼ਹਿਰ ਦੇ ਇਕੱਠ ਦੇ ਵਿੱਚ ਸਾਡੇ MP MLA ਪਹਿਲਾਂ ਪੁੱਛਦੇ ਨੇ ਇਕੱਠ ਹੋ ਗਿਆ ਫੇਰ ਆਉਂਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਲੋਕਲ ਲੀਡਰਸ਼ਿਪ ਜਿਹੜੇ ਆ ਦੂਜੇ ਜਿਹੜੇ ਹੁਣ ਉੱਧਰੋਂ ਛਾਲਾਂ ਮਾਰ ਕੇ ਗਏ ਨੇ, ਇਹ ਵੱਡੇ ਦਿਖਾਉਂਦੇ ਰਹੇ, ਵਾਅਦੇ ਕਰਦੇ ਰਹੇ, ਇਹਨਾਂ ਦੇ ਵਾਅਦੇ ਠੁੱਸ ਹੋਏ ਨੇ, ਇਹ ਗੱਲ ਜ਼ਰੂਰੀ ਆ। ਇੱਕੋ ਹੀ ਖਬਰ ਤੇ ਹੋਰ ਗੱਲ ਕਰ ਸਕਦਾ ਜੀ, ਮੋਗੇ ਦੇ ਵਿੱਚ ਵਿਦੇਸ਼ੀ ਹਥਿਆਰਾਂ ਨਾਲ ਕਿਹਨੂੰ ਫੜਿਆ? ਜੀ ਗਿੱਲ ਸਾਹਿਬ, 3 ਵਿਅਕਤੀਆਂ ਨੂੰ ਫੜਨ ਦਾ ਪੁਲਿਸ ਨੇ ਦਾਅਵਾ ਕੀਤਾ। ਉਹਨਾਂ ਚੋਂ ਕਹਿੰਦੇ ਇੱਕ ਤਾਂ ਜਿਹੜਾ ਟਿਫਨ ਬੰਬ ਪਿਛਲੇ ਦਿਨਾਂ ਦੇ ਵਿੱਚ ਫੜਿਆ ਗਿਆ ਸੀਗਾ ਤਰਨਤਾਰਨ ਏਰੀਏ ਦੇ ਵਿੱਚ, ਉਹ ਟਿਫਨ ਬੰਬ ਵਾਲਾ ਬੰਦਾ ਹੈਗਾ ਕਹਿੰਦੇ, ਔਰ 2 ਵਿਅਕਤੀ ਜਿਹੜੇ ਹੋਰ ਨੇ। ਔਰ ਪੁਲਿਸ ਜਿਹੜੇ ਦਾਅਵੇ ਕਰ ਰਹੀ ਆ ਉਹਦੇ 'ਚ ਇਹ ਆ ਵੀ ਵਿਦੇਸ਼ੀ ਹਥਿਆਰ ਵੀ ਸੀ ਇਹਨਾਂ ਕੋਲੇ ਹੈਂਡ ਗ੍ਰਨੇਡ ਵੀ ਸੀਗੇ। ਔਰ ਪੁਲਿਸ ਨੇ ਗਿੱਲ ਸਾਹਿਬ ਜਿਹੜੀ ਗੱਲ ਦੱਸੀ ਹੈਗੀ ਮੀਡੀਆ ਦੇ ਵਿੱਚ, ਹਾਲਾਂਕਿ ਉਸ ਤੋਂ ਬਾਅਦ ਬਹੁਤ ਸਾਰਾ ਚੀਜ਼ਾਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਵੀ ਇਹਦੇ 'ਚ ਕਿੱਡੀ ਕੁ ਗੱਲ ਸੀਗੀ। ਔਰ ਜਿਹੜੀ ਗੱਲ ਪੁਲਿਸ ਦੱਸ ਰਹੀ ਆ ਉਹ ਤਾਂ ਕਹਾਣੀ ਐ ਦੱਸੀ ਆ ਉਹਨਾਂ ਨੇ ਵੀ ਜਿਵੇਂ ਬਹੁਤ ਵੱਡਾ ਹਮਲਾ ਕਰਨ ਜਾ ਰਹੇ ਹੁੰਦੇ ਨੇ। ਉਹ ਕਹਿੰਦੇ ਪੈਕਅਪ ਗੱਡੀ ਦੇ ਵਿੱਚ ਇਹ ਜਾ ਰਹੇ ਸੀਗੇ, ਔਰ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦਾ ਯਤਨ ਜਿਹੜਾ ਕੀਤਾ ਤਾਂ ਉਦੋਂ ਇਹਨਾਂ ਨੇ ਪੁਲਿਸ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਸ ਤੋਂ ਬਾਅਦ ਇਹਦੇ ਵਿੱਚੋਂ ਜਿਹੜੇ 2 ਹੈਂਡ ਗ੍ਰਨੇਡ, 3 ਵਿਦੇਸ਼ੀ ਪਿਸਤੌਲ, ਇਸ ਤੋਂ ਇਲਾਵਾ ਕਾਫੀ ਗੋਲੀ ਸਿੱਕਾ ਗਾ ਜਿਹੜਾ ਇਹਨਾਂ ਤੋਂ ਬਰਾਮਦ ਹੋਇਆ। 3 ਬੰਦੇ ਨੇ ਜਿਹੜੇ, ਇੱਕ ਗੁਰਪ੍ਰੀਤ ਸਿੰਘ ਗੋਪੀ, ਇੱਕ ਗਿੱਲ ਸਾਹਿਬ ਇਹਨਾਂ ਦੇ ਵਿੱਚ ਬਿੰਦਾ ਹੈ, ਵਰਿੰਦਰ ਸਿੰਘ ਉਰਫ ਬਿੰਦਾ ਮਹੂ ਦਾ ਰਹਿਣ ਵਾਲਾ, ਇੱਕ ਬਲਜੀਤ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ। ਇਹ ਵਿਅਕਤੀ ਫੜੇ ਨੇ, ਪਿਕਅਪ ਗੱਡੀ ਸੀ ਇਹਨਾਂ ਕੋਲੇ, ਔਰ ਨਾਕੇ ਦੇ ਉੱਤੇ ਰੋਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ, ਗੋਲੀਆਂ ਚਲਾਉਣ ਤੇ ਹੱਥ 'ਚ ਫੜਿਆ ਹੈਂਡ ਗ੍ਰਨੇਡ ਆ ਜਿਹੜਾ ਕਹਿੰਦੇ ਇਹਨਾਂ ਨੇ ਸੁੱਟਣ ਦੀ ਕੋਸ਼ਿਸ਼ ਕੀਤੀ ਆ, ਜਿਸ ਤੋਂ ਬਾਅਦ ਪੁਲਿਸ ਨੇ ਫੜ ਲਏ। ਔਰ ਉਹਨਾਂ ਨੇ ਕਿਹਾ ਕਿ ਕਿਸੇ ਗਿਰਜਾ ਘਰ ਨੂੰ ਜਿਹੜਾ ਦਹਿਲਾਉਣ ਦੇ ਲਈ ਇਹਨਾਂ ਦੇ ਸਮਾਨ ਰੱਖਿਆ ਹੋਇਆ ਸੀਗਾ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਜੀ। ਔਰ ਕੈਨੇਡਾ ਦੇ ਨਾਲ ਵੀ ਇਹਦੇ ਤਾਰ ਜੋੜੇ ਜਾ ਰਹੇ ਨੇ ਕਿ ਕੈਨੇਡਾ ਆਧਾਰਿਤ KTF ਨਾਲ ਇਹਨਾਂ ਦਾ ਲਿੰਕ ਸੀਗਾ। ਸੋ ਵੋਟਾਂ ਦੇ ਦਿਨ ਨੇ ਜੀ, ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਾਹਮਣੇ ਆਉਣਗੀਆਂ ਜੀ। ਧੰਨਵਾਦ ਜੀ, ਤੇ ਸੋਮਵਾਰ ਸਵੇਰੇ ਫੇਰ ਗੱਲਬਾਤ ਕਰਦੇ ਹਾਂ।
ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਹੁਣ ਫਾਰਗੋ ਇਮੀਗ੍ਰੇਸ਼ਨ ਤੋਂ ਹਰਕਿਰਨ ਗਰੇਵਾਲ ਗੱਲਬਾਤ ਕਰਨਗੇ ਕਿ ਨੈਨੀਜ਼ ਜਿਹੜੇ ਨੇ, ਕੇਅਰ ਗਿਵਰ ਨੇ, ਉਹਨਾਂ ਨੂੰ ਤੁਸੀਂ ਇੱਥੇ ਕਿਵੇਂ ਲਿਆ ਸਕਦੇ ਹੋ। ਹਰਕਿਰਨ, ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਿਹੜੀ ਕੇਅਰ ਗਿਵਰ ਨੈਨੀ ਕਹਿੰਦੇ ਆ, ਇਹ ਅੱਜ ਤੋਂ 10-12 ਸਾਲ 15 ਸਾਲ ਪਹਿਲਾਂ ਬਹੁਤ ਪ੍ਰੋਗਰਾਮ ਚੱਲਿਆ, ਬਹੁਤਾਂ ਨੇ ਆਪਣੇ ਰਿਸ਼ਤੇਦਾਰ ਸੱਦੇ ਵੀ, ਉਹਨਾਂ ਨੇ ਸੇਵਾ ਵੀ ਕੀਤੀਆਂ ਬਜ਼ੁਰਗਾਂ ਦੀ, ਮੁੜ ਕੇ ਉਹ PR ਵੀ ਹੋ ਗਏ। ਹੁਣ ਇਸ ਨੂੰ ਜੇ ਹੁਣ ਕਿਸੇ ਨੇ ਕੇਅਰ ਗਿਵਰ ਨੂੰ ਸਪੋਂਸਰ ਕਰਨਾ ਹੋਵੇ, ਉਹ ਪ੍ਰੋਗਰਾਮ ਕਿਹੋ ਜਿਹਾ ਹੈ ਅਤੇ ਉਹਦੀਆਂ ਰਿਕੁਆਇਰਮੈਂਟਸ ਕੀ ਨੇ? ਬਿਲਕੁਲ ਜੀ, ਇਹ ਪ੍ਰੋਗਰਾਮ ਕਾਫੀ ਦੇਰ ਪਹਿਲਾਂ ਤੋਂ ਚੱਲੇ ਹੈਗੇ ਆ ਜੀ। ਉਸ ਤੋਂ ਬਾਅਦ ਇਹ ਚੇਂਜ ਹੁੰਦਾ ਰਿਹਾ ਹੈਗਾ। ਹੁਣ ਜਿਹੜਾ ਇਹ ਪ੍ਰੋਗਰਾਮ ਹੈਗਾ, ਇਹ ਕੇਅਰ ਗਿਵਰ ਪ੍ਰੋਗਰਾਮ ਨੂੰ ਇਹਨਾਂ ਨੇ 2 ਪਾਰਟ ਕਰਤੇ ਹੈਗੇ ਆ। ਇੱਕ ਦੇ ਵਿੱਚ ਹੈਗਾ ਹੋਮ ਸਪੋਰਟ ਵਰਕਰ ਹੈਗਾ ਜੀ, ਦੂਸਰਾ ਹੈਗਾ ਹੋਮ ਚਾਈਲਡ ਕੇਅਰ। ਇਹਦੇ ਵਿੱਚ ਹਰੇਕ ਸਾਲ ਇਹਨਾਂ ਨੇ ਪਾਇਲਟ ਪ੍ਰੋਗਰਾਮ ਲਿਆਂਦੇ ਹੈਗੇ ਆ, ਜਿਹਦੇ ਵਿੱਚ ਹਰੇਕ ਸਾਲ 2750 ਐਪਲੀਕੇਸ਼ਨਾਂ ਲਈ ਜਾਂਦੀਆਂ ਇੱਕ ਪ੍ਰੋਗਰਾਮ ਦੇ ਅੰਡਰ। ਇਹਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੋਮ ਚਾਈਲਡ ਕੇਅਰ ਆ, ਇਹ ਹੁੰਦਾ ਹੈਗਾ ਜੇ ਤੁਹਾਡੇ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ ਤੁਸੀਂ ਨੈਨੀ ਨੂੰ ਬੁਲਾਉਣਾ ਹੈਗਾ ਜੀ। ਤੇ ਦੂਸਰਾ ਜਿਹੜਾ ਹੋਮ ਸਪੋਰਟ ਵਰਕਰ ਹੁੰਦਾ ਹੈਗਾ, ਉਹ ਹੁੰਦਾ ਜਿਵੇਂ ਕੋਈ ਸੀਨੀਅਰ ਨੇ ਜਾਂ ਜਿਨ੍ਹਾਂ ਨੂੰ ਕੋਈ ਹੈਲਥ ਨਾਲ ਕੰਸਰਨ ਆ, ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਜੇ ਨੈਨੀ ਨੇ ਆਉਣਾ ਹੈਗਾ ਜੀ। ਤੇ ਇਹਦੇ ਵਿੱਚ ਜਿਹੜਾ ਹੈਗਾ ਹੋਮ ਚਾਈਲਡ ਕੇਅਰ ਪ੍ਰੋਗਰਾਮ, ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਹੁੰਦੀਆਂ ਨੇ, ਇਹ ਛੇਤੀ ਭਰ ਜਾਂਦੀਆਂ ਹੁੰਦੀਆਂ ਹੈਗੀਆਂ ਜੀ ਹਰੇਕ ਸਾਲ। ਤੇ ਪਿਛਲੇ ਸਾਲ ਇਹ ਮਈ ਦੇ ਵਿੱਚ ਇਹ ਪ੍ਰੋਗਰਾਮ ਬੰਦ ਹੋ ਗਿਆ ਸੀਗਾ, ਤੇ ਹੁਣ ਇਹ ਸਾਲ ਇਹਨਾਂ ਨੇ 1 ਜਨਵਰੀ ਤੋਂ ਇਹਦੀਆਂ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰ ਦਿੱਤੀਆਂ ਹੈਗੀਆਂ ਜੀ, ਜਿਹਦੇ ਵਿੱਚ ਕਿ ਜਿਹੜੀ ਨੈਨੀ ਆ, ਉਹ ਇਹ ਇੱਕ ਤਰ੍ਹਾਂ ਦਾ ਪਰਮਾਨੈਂਟ ਪ੍ਰੋਗਰਾਮ ਹੁੰਦਾ ਹੈਗਾ ਜੀ। ਪਰਮਾਨੈਂਟ ਐਪਲੀਕੇਸ਼ਨ ਲੱਗਦੀ ਆ, ਪਰ 2 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈਗਾ। ਵਰਕ ਪਰਮਿਟ ਤੇ ਤੁਸੀਂ ਵਿਦ ਫੈਮਿਲੀ ਇੱਥੇ ਆਉਣੇ ਹੈਗੇ ਹੋ, ਤੇ ਉਸ ਤੋਂ ਬਾਅਦ ਤੁਸੀਂ ਜਦੋਂ 2 ਸਾਲ ਇੱਥੇ ਕੈਨੇਡਾ 'ਚ ਕੰਮ ਕਰ ਲੈਂਦੇ ਹੋ ਤਾਂ ਤੁਸੀਂ ਪਰਮਾਨੈਂਟ ਅਪਲਾਈ ਹੋ ਜਾਂਦੀ ਹੈਗੀ ਆ ਜੀ ਤੁਹਾਡੀ ਐਪਲੀਕੇਸ਼ਨ। ਤੇ ਇੱਥੇ ਵਾਲਿਆਂ ਦੀ ਕੀ ਰਿਕੁਆਇਰਮੈਂਟ ਚਾਹੀਦੀ ਹੈ? ਕਿਹਨੂੰ ਅਸੀਂ ਸਪੋਂਸਰ ਕਰ ਸਕਦੇ ਹਾਂ? ਜੇ ਕੋਈ ਪਰਿਵਾਰ ਦੇ ਵਿੱਚ ਜਵਾਕ ਛੋਟਾ ਜਾਂ ਬਜ਼ੁਰਗ ਹੋ ਗਏ ਤੇ ਬਜ਼ੁਰਗਾਂ ਦੇ ਨਾਲ ਧੀ ਪੁੱਤ ਰਹਿੰਦੇ ਆ, ਕੀ ਉਹ ਐਲੀਜੀਬਲ ਨੇ? ਤੇ ਕਿਹਨੂੰ ਸੱਦ ਸਕਦੇ ਆ? ਰਿਸ਼ਤੇਦਾਰਾਂ 'ਚੋਂ ਸੱਦ ਸਕਦੇ ਆ ਜਾਂ ਕਿਸੇ ਨੂੰ ਵੀ ਸੱਦ ਸਕਦੇ ਆ? ਨਹੀਂ, ਇਹਦੇ ਵਿੱਚ ਇਹ ਹੈਗਾ ਜੀ, ਜਿਹੜਾ ਤੁਹਾਡਾ ਪਹਿਲਾ ਕੁਐਸਚਨ ਹੈਗਾ ਜੀ, ਉਹਦੇ ਵਿੱਚ ਹਾਂ, ਜੇ ਤੁਹਾਡੇ ਬੱਚੇ ਛੋਟੇ ਹੈਗੇ ਆ ਜਾਂ ਤੁਹਾਡੇ ਨਾਲ ਬਜ਼ੁਰਗ ਰਹਿੰਦੇ ਆ, ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਤੁਸੀਂ ਸੱਦ ਸਕਦੇ ਹੋ। ਪਹਿਲੀ ਗੱਲ ਜਿਹੜੀ ਇਹ ਦੇਖਦੇ ਆ ਵੀ ਜਿਹੜੇ ਬੰਦੇ ਨੂੰ ਤੁਸੀਂ ਦੇਣੀ ਜੌਬ ਆਫਰ ਦੇਣੀ ਹੈ, ਇਹਦੇ 'ਚ LMI ਨਹੀਂ ਹੈਗੀ, ਇਕੱਲੀ ਜੌਬ ਆਫਰ ਆ। ਉਹਦੇ 'ਚ ਕੀ ਤੁਸੀਂ ਕ੍ਰਾਈਟੀਰੀਆ ਮੀਟ ਕਰਦੇ ਹੋ, ਕੀ ਤੁਹਾਡੀ ਓਨੀ ਇਨਕਮ ਹੈਗੀ ਆ ਵੀ ਤੁਸੀਂ ਕਿਸੇ ਬੰਦੇ ਨੂੰ 30-35 ਘੰਟੇ ਪਰ ਹਫ਼ਤੇ ਦੇ ਪੇ ਦੇ ਸਕਦੇ ਹੋ ਹੈਗੇ ਹੋ, ਜਿਹੜੀ ਮਿਨੀਮਮ ਵੇਜ ਆ। ਇਹ ਚੀਜ਼ ਦੇਖਦੇ ਆ, ਮਿਨੀਮਮ ਇਨਕਮ ਦੇਖਦੇ ਆ ਵੀ ਤੁਸੀਂ ਉਹ ਮੀਟ ਕਰਦੇ ਹੈਗੇ ਹੋ ਜੀ। ਤੇ ਦੂਸਰਾ ਜਿਹੜਾ ਹੈਗਾ ਵੀ ਤੁਸੀਂ ਕੋਈ ਕਿਸੇ ਵੀ ਬੰਦੇ ਨੂੰ ਇੰਡੀਆ ਦੇ ਵਿੱਚੋਂ ਸੱਦ ਸਕਦੇ ਹੈਗੇ ਹੋ ਜਿਹੜਾ ਕਿ ਨੈਨੀ ਦੀ ਰਿਕੁਆਇਰਮੈਂਟ ਮੀਟ ਕਰਦਾ ਜੀ। ਨੈਨੀ ਦੀ ਰਿਕੁਆਇਰਮੈਂਟ ਇਹ ਆ ਵੀ ਤੁਸੀਂ ਉੱਥੇ ਜਿਹੜੀ +2 ਤੋਂ ਬਾਅਦ 1 ਸਾਲ ਦੀ ਪੜ੍ਹਾਈ ਕੀਤੀ ਹੋਵੇ, ਇੰਗਲਿਸ਼ ਦਾ ਜਿਹੜਾ ਤੁਹਾਡਾ ਬੇਸਿਕ ਲੈਵਲ ਆ ਉਹ CLB 5 ਹੋਵੇ, ਤੇ ਤੁਸੀਂ ਉੱਥੇ ਜਿਹੜੀ ਵੀ ਤੁਸੀਂ ਬੱਚਿਆਂ ਨੂੰ ਜੇ ਟੇਕ ਕੇਅਰ ਕਰਨਾ ਹੋਣੀ ਹੋਵੇ ਉਹ, ਜਾਂ ਬਜ਼ੁਰਗਾਂ ਨੂੰ ਕਰਨਾ ਹੋਣੀ ਹੋਵੇ ਉਹ, ਜੌਬ ਡਿਊਟੀਜ਼ ਕੀਤੀਆਂ ਹੋਣ, ਜਾਂ ਜਿਵੇਂ ਉੱਥੇ ਆਪਣੀਆਂ ਕਈ ਨਰਸਿਸ ਵਗੈਰਾ ਹੈਗੀਆਂ, ਜਾਂ ਜਿਵੇਂ ਐਲੀਮੈਂਟਰੀ ਸਕੂਲ ਦੇ ਵਿੱਚ ਹੈਗੇ ਆ, ਉਹ ਇਹ ਜੌਬ ਦੇ ਉੱਤੇ ਇੱਥੇ ਆ ਸਕਦੇ ਹੈਗੇ ਆ ਜੀ। ਤੇ ਇਨਕਮ ਕਿੰਨੀ ਚਾਹੀਦੀ ਆ ਪਰਿਵਾਰ ਦੀ ਇੱਥੇ? ਇਹਦੇ ਵਿੱਚ ਇਹ ਪਰਿਵਾਰ ਤੇ ਡਿਪੈਂਡ ਕਰਦਾ ਜੀ। ਜਿਵੇਂ ਜੇ ਕੋਈ ਪਰਿਵਾਰ ਦੇ ਜਿਵੇਂ 4 ਜਾਣੇ ਹੈਗੇ ਆ, ਉਹ 4 ਜਾਣਿਆਂ ਦੀ ਇਨਕਮ ਜਿਵੇਂ ਆਮ ਹੁੰਦੀ ਆ 40-48 ਹਜ਼ਾਰ ਹੁੰਦੀ ਆ, ਉਹਦੇ 'ਚ 30 ਹਜ਼ਾਰ ਤੁਸੀਂ ਹੈਗਾ ਹੋਰ ਦੇਣਾ ਹੈਗਾ, ਤਾਂ 75 ਹਜ਼ਾਰ ਬਣ ਜਾਂਦੀ ਹੈ ਜੇ 4 ਜਾਣਿਆਂ ਦੀ ਫੈਮਿਲੀ ਹੈਗੀ ਆ। ਤੇ ਜਦ ਉਹ ਆ ਗਏ, ਉਹ ਵਰਕ ਪਰਮਿਟ ਤੇ ਆਉਣਗੇ, ਵਰਕ ਪਰਮਿਟ ਤੋਂ PR ਤੱਕ ਦਾ ਸਫ਼ਰ ਕੀ ਹੈ ਜੀ ਫਿਰ? ਹਾਂਜੀ, ਵਰਕ ਪਰਮਿਟ ਤੇ ਉਹ ਇੱਥੇ ਆਉਣਗੇ, ਤੇ ਉਹਨਾਂ ਦਾ ਸਪਾਊਸ ਜੇ ਕੋਈ ਮੈਰਿਡ ਹੈਗੇ ਆ ਤਾਂ ਉਹਨਾਂ ਦਾ ਜਿਹੜਾ ਸਪਾਊਸ ਆ ਉਹ ਵੀ ਇੱਥੇ ਆਊਗਾ ਜੀ। ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲੂਗਾ, ਤੇ ਬੱਚੇ ਜੇ ਨਾਲ ਹੋਏ ਸਟੱਡੀ ਪਰਮਿਟ ਮਿਲੂਗਾ ਉਹਨਾਂ ਨੂੰ। ਇੱਥੇ ਆ ਕੇ ਉਹਨਾਂ ਨੂੰ 2 ਸਾਲ ਕਰਨਾ ਪੈਣਾ ਹੈਗਾ ਜੀ ਇੰਪਲਾਇਰ ਦੇ ਕੋਲ। 2 ਸਾਲ ਕੰਮ ਕਰਕੇ ਜਦੋਂ ਤੁਹਾਡੇ 24 ਪੇ ਸਟਬਸ ਬਣ ਜਾਂਦੇ ਹੈਗੇ ਆ, ਉਸ ਤੋਂ ਬਾਅਦ ਤੁਹਾਡੀ ਪਰਮਾਨੈਂਟ ਦੀ ਐਪਲੀਕੇਸ਼ਨ ਨਾਲ ਹੀ ਲੱਗੀ ਹੁੰਦੀ ਆ। ਉਸ ਤੋਂ ਬਾਅਦ ਤੁਹਾਡੀ ਪਰਮਾਨੈਂਟ ਐਪਲੀਕੇਸ਼ਨ ਪ੍ਰੋਸੈਸ ਹੋਣ ਲੱਗ ਜਾਂਦੀ ਹੈਗੀ ਆ। ਖਰਚਾ ਟੋਟਲ ਕਿੰਨਾ? ਫੀਸਾਂ ਜਿਹੜੀਆਂ ਸਰਕਾਰ ਦੀਆਂ, ਤੇ ਤੁਹਾਡੀ ਕਿੰਨੀ ਫੀਸ ਹੈ ਇਹਦੇ ਸਾਰੇ ਕੰਮ ਲਈ?
ਹਾਂਜੀ, ਇਹਦੇ ਵਿੱਚ ਸਾਡੀ ਜਿਹੜੀ ਫੀਸ ਹੈ, ਇਹਦੇ ਵਿੱਚ ਗਵਰਨਮੈਂਟ ਦੀ ਫੀਸ ਆ ਜਿਹੜੀ ਹਰੇਕ ਐਪਲੀਕੈਂਟ ਦੀ $550 ਹੁੰਦੀ ਹੈਗੀ ਆ ਜੀ, ਬੱਚਿਆਂ ਦੀ ਘੱਟ ਹੁੰਦੀ ਆ। ਤੇ ਸਾਡੀ ਜਿਹੜੀ ਇਹਦੇ ਚ ਪ੍ਰੋਸੈਸਿੰਗ ਫੀਸ ਆ ਅਪ ਟੂ ਪਰਮਾਨੈਂਟ ਇਮੀਗ੍ਰੇਸ਼ਨ ਜਿਹੜੀ ਸਾਡੀ ਫੀਸ ਆ ਉਹ $4500 ਹੈਗੀ ਆ ਜੀ। ਇਹਦੇ ਵਿੱਚ ਅਸੀਂ ਇੱਥੇ ਕਲੀਅਰਲੀ ਮੈਂ ਦੱਸਣਾ ਚਾਹੁੰਦਾ ਹੈਗਾ, ਕਿਉਂਕਿ ਸਾਨੂੰ ਸਾਡੇ ਆਫਿਸ ਦੇ ਵਿੱਚ ਆਉਂਦੇ ਰਹਿੰਦੇ ਆ ਫੋਨ, ਅਸੀਂ ਕੋਈ ਇੰਪਲਾਇਰ ਅਰੇਂਜ ਕਰਕੇ ਨਹੀਂ ਦਿੰਦੇ ਹੈਗੇ ਜੀ। ਇਹ ਜੇ ਕਿਸੇ ਨੇ ਜੈਨੂਅਨ ਆਉਣਾ ਹੈਗਾ, ਕੋਈ ਇੰਪਲਾਇਰ ਹੈਗਾ, ਤੁਹਾਨੂੰ ਆਪ ਅਰੇਂਜ ਕਰਨਾ ਪੈਣਾ, ਇੰਪਲਾਇਰ ਵਗੈਰਾ ਦੀ ਅਰੇਂਜਮੈਂਟ ਨਹੀਂ ਕਰਨਾ। ਜੇ ਕੋਈ ਜੈਨੂਅਨ ਮਤਲਬ ਹੈਗਾ ਤੁਹਾਡੇ ਕੋਲ ਐਕਸਪੀਰੀਅੰਸ, ਤਾਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਤੁਹਾਡੀ ਸਿਰਫ ਪਰਮਾਨੈਂਟ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਵਗੈਰਾ ਉਹੀ ਪ੍ਰੋਸੈਸ ਕਰਾਂਗੇ। ਤੇ ਪੀਐਨਪੀ ਦਾ ਲੇਟੈਸਟ ਪੀਐਨਪੀ ਦੇ ਬਾਰੇ ਕੋਈ ਖਬਰ ਹੋਰ ਦੇਣੀ ਚਾਹੋ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 'ਚ ਕੀ ਹੋ ਰਿਹਾ? ਹਾਂਜੀ, ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਇਸ ਕੋਵਿਡ ਦੇ ਦੌਰਾਨ ਕਾਫੀ ਵਧੀਆ ਅਗਰੈਸਿਵਲੀ ਚੱਲੇ ਆ ਜੀ, ਕਿਉਂਕਿ ਜਿਵੇਂ ਸਭ ਨੂੰ ਪਤਾ ਹੈਗਾ ਵੀ ਐਕਸਪ੍ਰੈਸ ਐਂਟਰੀ ਤੇ ਅੱਗੇ ਬੰਦੇ ਆਉਂਦੇ ਹੁੰਦੇ ਸੀਗੇ ਇੰਡੀਵਿਜੂਅਲ। ਹੁਣ 1.5 ਸਾਲ ਤੋਂ ਐਕਸਪ੍ਰੈਸ ਐਂਟਰੀ ਦਾ ਕੋਈ ਡਰਾ ਨਹੀਂ ਨਿਕਲਿਆ ਹੈਗਾ ਜੀ। ਕੋਈ ਸਕਿਲਡ ਵਰਕਰ 2020 ਮਾਰਚ ਤੋਂ ਬਾਅਦ ਨਹੀਂ ਆ ਸਕੇ ਹੈਗੇ ਜੀ ਸਕਿਲਡ ਵਰਕਰ, ਤੇ ਉਹਦੇ ਕਰਕੇ ਹੁਣ ਜਿਹੜੀਆਂ ਪ੍ਰੋਵਿੰਸਿਸ ਸੀਗੀਆਂ, ਇਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਇਹ ਹੁੰਦੇ ਹੈਗੇ ਆ ਜੀ, ਹਰ ਪ੍ਰੋਵਿੰਸ ਦਾ ਫੈਡਰਲ ਨਾਲ ਇੱਕ ਐਗਰੀਮੈਂਟ ਹੁੰਦਾ ਜਿਹਦੇ ਥਰੂ ਉਹ ਆਪਦੇ ਇਮੀਗ੍ਰੈਂਟ ਚੂਜ਼ ਕਰ ਸਕਦੇ ਆ ਆਪਦੀ ਡਿਮਾਂਡ ਦੇ ਹਿਸਾਬ ਦੇ ਨਾਲ। ਹੁਣ ਇਹਦੇ ਵਿੱਚ ਜਿਵੇਂ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਨਹੀਂ ਚੱਲੇ, ਪ੍ਰੋਵਿੰਸਿਸ ਨੇ ਆਪਦੇ ਕਾਫੀ ਇੰਡੀਵਿਜੂਅਲਸ ਨੂੰ ਇਨਵੀਟੇਸ਼ਨ ਦਿੱਤੇ ਆ, ਉਹਨਾਂ ਦੇ ਪ੍ਰੋਵਿੰਸ ਦੇ ਥਰੂ ਬਹੁਤ ਲੋਕੀ ਪਰਮਾਨੈਂਟ ਹੋਏ ਹੈਗੇ ਆ ਜੀ। ਇਹਦੇ ਵਿੱਚ ਪ੍ਰੋਵਿੰਸ ਦੀਆਂ ਤੁਹਾਡੀਆਂ ਟਾਈਜ਼ ਚਾਹੀਦੀਆਂ ਹਰ ਪ੍ਰੋਵਿੰਸ 'ਚ, ਤੇ ਪ੍ਰੋਵਿੰਸ ਪ੍ਰੋਗਰਾਮ ਦੇ ਅੰਡਰ ਪੱਕਾ ਹੋਣਾ ਕੈਨੇਡਾ ਦੇ ਵਿੱਚ ਕਾਫੀ ਸੌਖਾ ਹੈਗਾ ਜੀ। ਤੇ ਹੋਰ ਕੋਈ ਦੋਨਾਂ ਦੇ ਬਾਰੇ ਕੋਈ ਇਹੋ ਜਿਹੀ ਗੱਲ ਜਿਹੜੀ ਮੈਂ ਨਾ ਪੁੱਛ ਸਕਿਆ ਹੋਵਾਂ, ਕੰਪਲੀਟ ਕਰਨੀ ਹੋਵੇ? ਹਾਂਜੀ ਬਿਲਕੁਲ ਜੀ, ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਦੱਸਣਾ ਚਾਹੁੰਦਾ, ਇਹਦੇ ਵਿੱਚ ਇਹ ਬਹੁਤ ਫਾਇਦਾ ਹੈਗਾ ਜੀ ਵੀ ਜੇ ਤੁਸੀਂ ਸੈਮੀ ਸਕਿਲਡ ਜੌਬਸ ਕਰਦੇ ਹੋ, ਜਾਂ ਕਈ ਜੌਬਸ ਇਹ ਹੁੰਦੀਆਂ ਵੀ ਜਿਹਦੇ ਵਿੱਚ ਪਰਮਾਨੈਂਟ ਹੋਣਾ ਤੁਹਾਨੂੰ ਔਖਾ ਹੋ ਜਾਂਦਾ ਹੈਗਾ, ਉਹਦੇ ਵਿੱਚ ਤੁਸੀਂ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਦੇ ਅੰਡਰ ਪੱਕੇ ਹੋ ਸਕਦੇ ਹੋ। ਜਿਵੇਂ ਕਿ ਹੁਣ ਮੈਂ ਜੇ ਅਲਬਰਟਾ ਦਾ ਐਗਜ਼ਾਮਪਲ ਦੇਵਾਂ, ਅਲਬਰਟਾ ਦੇ ਵਿੱਚ ਜੇ ਤੁਹਾਡੀਆਂ ਇੱਥੇ ਫੈਮਿਲੀ ਟਾਈਜ਼ ਹੈਗੀਆਂ ਨੇ, ਕਿਉਂਕਿ ਅਲਬਰਟਾ ਦੀ ਤੇ ਸਸਕੈਚੁਅਨ ਦੀ ਇਮੀਗ੍ਰੇਸ਼ਨ ਕਾਫੀ ਸੌਖੀ ਆ, ਕਿਉਂਕਿ BC ਦੇ ਵਿੱਚ ਜੇ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੁਆਇੰਟਸ ਲੈਣੇ ਪੈਂਦੇ ਆ, ਪਰ ਅਲਬਰਟਾ ਦੇ ਵਿੱਚ ਸਸਕੈਚੁਅਨ ਜਿੱਧਰ ਅਲਬਰਟਾ 'ਚ ਖਾਸ ਕਰਕੇ ਤੁਹਾਨੂੰ ਪੁਆਇੰਟਸ ਨਹੀਂ ਲੈਣੇ ਪੈਂਦੇ। ਜੇ ਇੱਥੇ ਤੁਹਾਡੀਆਂ ਫੈਮਿਲੀ ਟਾਈਜ਼ ਹੈਗੀਆਂ ਤਾਂ ਆਮ ਕਰਕੇ ਜਿਹੜਾ ਇਹਨਾਂ ਦਾ ਡਰਾ 300 ਜਾਂਦਾ ਹੈਗਾ ਜੀ। ਉਹਦੇ ਕਰਕੇ ਇੱਦਾਂ ਦੀਆਂ ਕਈ ਜਿਵੇਂ ਅਟਲਾਂਟਿਕ ਪ੍ਰੋਵਿੰਸਿਸ ਆ, ਉੱਥੇ ਵੀ ਇਮੀਗ੍ਰੇਸ਼ਨ ਕਾਫੀ ਸੌਖੀ ਹੈਗੀ ਆ ਜੀ। ਤੇ ਜਿਵੇਂ ਮੈਨੀਟੋਬਾ ਵਗੈਰਾ ਦੇ ਵਿੱਚ ਜੇ ਤੁਸੀਂ 6 ਮਹੀਨੇ ਕੰਮ ਕਰਦੇ ਹੋ ਉਹਦੇ ਬੇਸਿਸ ਤੇ ਹੋ ਜਾਂਦੀਆਂ। ਇੱਦਾਂ ਦਾ ਜੇ ਤੁਸੀਂ ਇਨਸਾਈਡ ਕੈਨੇਡਾ ਹੈਗੇ ਹੋ ਜਾਂ ਆਊਟਸਾਈਡ ਵੀ ਹੈਗੇ ਹੋ, ਜੇ ਤੁਹਾਨੂੰ ਲੱਗਦਾ ਤੁਸੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਕੁਆਲੀਫਾਈ ਨਹੀਂ ਕਰ ਸਕਦੇ ਹੈਗੇ, ਤਾਂ ਤੁਸੀਂ ਸਾਡੇ ਕਿਸੇ ਵੀ ਆਫਿਸ ਨੂੰ ਕੰਟੈਕਟ ਕਰੋ, ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਦੇਖ ਕੇ ਤੁਹਾਨੂੰ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਦੇ ਅੰਡਰ ਪਰਮਾਨੈਂਟ ਇਮੀਗ੍ਰੇਸ਼ਨ ਲੈਣ ਦੇ ਵਿੱਚ ਹੈਲਪ ਕਰਾਂਗੇ। ਫੋਨ ਨੰਬਰ ਫਾਰਗੋ ਇਮੀਗ੍ਰੇਸ਼ਨ ਦਾ ਦਿਓ ਜੀ। ਹਾਂਜੀ, ਸਾਡੇ 3 ਆਫਿਸਿਸ ਨੇ ਕੈਨੇਡਾ ਦੇ ਵਿੱਚ, ਤੇ ਸਾਡਾ ਸਰੀ ਆਫਿਸ ਦਾ ਨੰਬਰ ਹੈਗਾ ਜੀ 1604-758-0200। ਧੰਨਵਾਦ ਜੀ ਤੇ ਸ਼ੁਭ ਸ਼ਾਮ। ਹਾਂਜੀ ਹਾਂਜੀ, ਥੈਂਕ ਯੂ। ਹਰਕਿਰਨ ਸਿੰਘ ਗਰੇਵਾਲ ਗੱਲਬਾਤ ਕਰ ਰਹੇ ਸਨ ਫਾਰਗੋ ਇਮੀਗ੍ਰੇਸ਼ਨ ਤੋਂ। ਤੇ ਇਹ ਜਿਸ ਤਰ੍ਹਾਂ ਅੱਗੇ ਵੀ ਦੱਸਦਾ ਹੈ ਪੇਡ ਸੈਗਮੈਂਟ ਸੀ ਜੀ। ਤੁਸੀਂ ਉਹਨਾਂ ਦੇ ਨਾਲ ਉਹਨਾਂ ਤੋਂ ਸੇਵਾਵਾਂ ਲੈਣੀਆਂ ਨੇ ਤਾਂ ਆਪ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ। ਸੋ ਸਾਨੂੰ ਇਹ ਜ਼ਰੂਰ ਦੱਸਣਾ ਪੈਂਦਾ ਕਿ ਇਹ ਪੇਡ ਸੈਗਮੈਂਟ ਸੀ। ਹੁਣ ਮੇਰੇ ਨਾਲ ਮਿਸਟਰ ਫਰੈਂਕੋ ਟੈਰਾਜ਼ੀਨੋ, ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਦੇ ਨੈਸ਼ਨਲ ਡਾਇਰੈਕਟਰ ਨੇ। ਉਹ ਗੱਲਬਾਤ ਕਰਨਗੇ ਕਿ ਇੱਕ ਸਰ ਟੈਕਸ ਜਿਹੜਾ ਲਾਉਣ ਦੀ ਗੱਲ ਚੱਲ ਰਹੀ ਹੈ ਘਰਾਂ 'ਤੇ 0.5% ਤੋਂ ਲੈ ਕੇ 1% ਤੱਕ। ਸੋ ਇਹ ਸਰ ਟੈਕਸ ਕੀ ਹੈ, ਇਹ ਕੌਣ, ਕਿੱਥੋਂ ਗੱਲ ਚੱਲੀ, ਕਿਹੜੀ ਸਰਕਾਰ ਕੋਲ ਇਹ ਪੈਸਾ ਜਾਏਗਾ, ਗੱਲਬਾਤ ਕਰਦੇ ਆ। ਮਿਸਟਰ ਟੈਰਾਜ਼ੀਨੋ, ਗੁੱਡ ਮਾਰਨਿੰਗ। Hey, good morning, and thanks so much for having me on today. Thank you so much, and Happy New Year to you. Yeah, Happy New Year to you and your audience. Okay, now just we been to federal election, and both parties, Conservative and Liberals, were promising with all Canadians that they have to bring Canadian housing prices down. But I heard there is a rumor and something is going on. They are going to put a surtax on the houses. What is the news?
Well, this is what we're fighting at the Canadian Taxpayers Federation. So, as you mentioned, we just had a federal election where you had politicians, both in the Conservative Party and the Liberals, promising Canadians that they wouldn't hammer us with a home equity tax. Mhm. But now, released just this week, we see a report that was funded by the federal government recommending a home tax. So our own tax dollars are funding a report recommending a new tax on Canadian homeowners. Now, what is so bizarre with this report is that the report was supposed to look at ways to reduce housing prices, but they've got it completely backwards. Right? Higher taxes are not going to make homes less expensive. I mean, higher taxes make everything more expensive. So we need taxpayers to be on guard, and we need all the listeners, all Canadian taxpayers, all Canadian homeowners to email or call their politicians and tell them that they are not going to tolerate a home tax. So what they are proposing, how they will do it? Well, so the report, again, funded by our federal tax dollars, is recommending a tax on Canadian homeowners that whose home is above $1 million in value. Now, here's the thing. Already, that would hit 1.3 million Canadian homeowners. I was just looking at some home prices, average home prices in Vancouver before this interview, and the average homeowner would be hit with this tax. Let me give you a concrete example. So, under one of the proposals in this report, if you own a home in Vancouver, that average home for 10 years, and then you sell it, this tax would end up costing you about $10,000. No, just let's make more realistically. If I have a home which I just suppose sell for $1.5 million, how they will tax on that? Well, so they'll charge you a tax anywhere between 0.2% to 1% of the value of that home above $1 million, so $4 million. And every single year, the tax payment will accumulate. So you'll have to pay the tax when you sell it, but based on every year that you actually own that home, right? So this is what's so frustrating about the report, is that this type of home tax would cause so much pain for many Canadians. Think about it this way. You have many Canadians who work their whole lives, save up money, buy that home, and then rely on the sale of their home to fund their retirement years, to fund their golden years. Well, this type of tax would absolutely hammer many of those Canadians who are looking forward to their retirement. But it would also harm younger Canadians as well. And here's how. Many Canadians, young couples, rely on the sale of their home to be able to afford their first big family home near the good school. So this proposal would really do damage to many Canadians, but then also it would raise home prices, right? Taxes increase the cost of living. So completely backwards, this report. So another, I wanted to give another glance on the concrete evidence here. $1 million, say $1 million house. Today I was listing, I was just giving a advertisement of a townhouse in Surrey, brand new. It is listed at $1,050,000. So that townhouse, if I keep for 10 years, and they proposed 0.5% surtax, so $5,000 per year for 10 years. I have to pay $50,000. That's what you trying to say? It's on the tax above. It's taxed above the $1 million. So let me just give the concrete example that I worked out just beforehand. Let's say you own the average home in Vancouver, just because these were the prices I was looking up. You own the average home in Vancouver. Your family lives in that home for 10 years. Yes. And you sell it, and the total tax bill will be $10,000. $10,000. Now, look, this is also just going to raise prices, right? Because what do people do when the government imposes a tax? Well, one thing that they could do is they could just tack on the tax onto the home price. But another thing is that, well, maybe if they have to pay this tax, instead of paying the tax, they'll decide not to sell their home. So then that reduces the supply of housing on the market, which again raises prices. Now, bizarrely, if you read the report, on page 50, the report authors even acknowledge that this tax
could lead to rising prices in homes or in the rental market. So then what is this report doing? Why are we spending our tax dollars to fund a report that looks at how to reduce home prices, but then recommends a tax increase that could increase home prices? To me, this is a complete waste of our tax dollars, and our politicians at the federal level must immediately reject this call for higher home taxes. So, how all the Canadians, whenever we talk about the high housing prices in Vancouver and Toronto, our callers who sit in some outside of GBRD, say in Kamloops or Kelowna, Prince George, they say we don't. If it's not under your affordability, come and move here. So it won't touch most of Canada other than GBRD and GTO, Greater Toronto Area. So, and if they wanted to put it on us, what is the procedure? Will they introduce a bill and there will be a voting? How they do it? Well, I think that all Canadians who either want to own a home or who do own their home already need to be worried about this. And let me explain a few reasons why. Number one is inflation. We are seeing higher cost of living, and we all have to be worried too. Even if you're below that $1 million threshold, well, who knows, in a few years, inflation might bump you up above that threshold, and you would be paying this tax. But there's some other things that we have to remember too. If politicians were to impose this tax, I think it's a good bet, looking at the history books, that eventually politicians would reduce the tax threshold so that more and more Canadian homeowners would end up being punished by this tax. We've seen that before with the income tax, right? When it was introduced in 1917, very few taxpayers actually paid it, relatively speaking, because of the high personal basic exemptions. But those exemptions were eroded over time, and more taxpayers started paying the income tax. Well, I think the same thing could happen with this type of proposal, right? So once you give politicians a new tax, it's a pretty good bet that they are going to expand that tax to raise more revenue for themselves. So I certainly think that any Canadian who aspires to own a home, any Canadian who wants their kids to own a home, and any Canadian that currently owns a home, you got to be worried about this tax proposal. Mm-hmm. So, we are all already, most of the Canadians, they are in going through hard time about the inflation, the gas price and groceries, and so much is going on. If this is coming, I was, worrisome when Mr. Trudeau was sending $2,000 per person and 40,000 grant, 50,000 grant before elections. So eventually that will come from our pockets. And we did a few shows where we are sitting at the debt level. So anything would you like to say in closing? Anything you wanted to add more? Yes. So I think we do need to realize that this is a problem. Inflation is a problem, but the solution to higher home prices is not higher taxes on hardworking Canadians. The solution is we need to build more homes, right? We need to have more homes available for hardworking Canadians who aspire to own homes. And that means that politicians should be reducing taxes on homes, should be reducing the red tape on homes. Look, to build more homes, you got to have hammers and nails. You don't impose tax hikes to build more homes. And let me just close with this. One thing that I'm very worried about is that this massive amount of spending that we're seeing at the federal government has ballooned the debt to more than $1 trillion. And my question is, how are we going to pay for this unprecedented amount of government spending? That's what I'm worried about. Mm-hmm. Mr. Tarazino, thank you again for your time, and soon we will talk and we will elaborate this more in coming days. Very best wishes, and have a good weekend. Well, thank you so much, and Happy New Year. Bye. Thank you. ਮਿਸਟਰ ਫਰੈਂਕੋ ਟੈਰਾਜ਼ੀਨੋ ਗੱਲਬਾਤ ਕਰ ਰਹੇ ਸੀ ਜੀ। ਘਰਾਂ ਤੇ ਇੱਕ ਸਰ ਟੈਕਸ ਲਾਉਣ ਦੀ ਗੱਲ ਚੱਲ ਰਹੀ ਹੈ ਟੋਰਾਂਟੋ ਦੇ ਵਿੱਚ ਤੇ ਵੈਨਕੂਵਰ ਦੇ ਏਰੀਆ ਜਿਹੜੇ ਹਿੱਟ ਹੋਣਗੇ। $1 ਮਿਲੀਅਨ ਤੋਂ ਉੱਪਰਲੇ ਘਰ ਨੇ ਜਿਹੜੇ $1 ਮਿਲੀਅਨ ਐਵਰੇਜ ਕੀਮਤ ਹੋ ਗਈ ਇੱਥੇ, ਮਿਲੀਅਨ ਤੋਂ ਸਸਤਾ ਕੁਛ ਨਹੀਂ। ਉਹਦੇ ਤੇ 0.5% ਜਾਂ 1% ਇਹ ਸਰ ਟੈਕਸ ਦੀ ਗੱਲ ਚੱਲ ਰਹੀ ਹੈ। ਇਹ ਵੀ ਗੱਲ ਚੱਲ ਰਹੀ ਹੈ ਤੁਹਾਡੇ ਸੂਬੇ ਦੇ ਵਿੱਚ ਕਿ ਤੁਹਾਡੇ ਕੈਪੀਟਲ ਗੇਨ ਤੇ ਵੀ ਕੁਛ ਨਾ ਕੁਛ
ਤੁਹਾਡੇ ਟੈਕਸ ਲੱਗ ਸਕਦੇ ਨੇ। ਜਿਹੜਾ ਹੁਣ ਘਰ ਆਪਾਂ ਵੇਚ ਕੇ ਕਿਸੇ ਤੇ ਟੈਕਸ ਨਹੀਂ ਨਾ ਦਿੰਦੇ, ਉਹੀ ਸ਼ਾਹਰਾਗ ਹੈ, ਉਹੀ ਇੱਕ ਚੀਜ਼ ਹੈ। ਜਿਵੇਂ ਸਾਡੇ ਖੇਤਾਂ ਵਾਲੇ ਜਿੰਨੇ ਫਾਰਮਰ ਨੇ ਉਹਨਾਂ ਦਾ ਈਵਨ ਆਊਟ ਹੁੰਦਾ ਖਰਚੇ ਅਤੇ ਜਿੰਨੀ ਫਸਲ ਹੈ, ਉਹ ਵੀ ਜੇ ਘਰੇ ਆ ਜਾਵੇ ਉਹਨਾਂ ਦੀ ਇੱਕੋ ਚੀਜ਼ ਬਚ ਰਹੀ ਹੈ ਜਿਹੜੀ ਉਹਨਾਂ ਦੀ ਜ਼ਮੀਨ ਮਹਿੰਗੀ ਹੋ ਰਹੀ ਹੈ। ਇਸੇ ਤਰ੍ਹਾਂ ਜਿਹੜੇ ਫਾਰਮਰ ਜਾਂ ਫਾਰਮਰ ਨੇ ਜਾਂ ਫਾਰਮਰ ਨਹੀਂ ਵੀ, ਘਰ ਇੱਕ ਇੱਕ ਜਿਹੜਾ ਆਪਾਂ ਬਣਾਇਆ ਉਹਦੇ 'ਤੇ ਟੇਕ ਲਾਈ ਬੈਠੇ ਹਾਂ ਕਿ ਇਹ ਜਦ ਘਰ ਹੁਣ ਰਹਿ ਲਾਂਗੇ 20 ਸਾਲ, ਇਹ ਮਹਿੰਗਾ ਹੋ ਜੂ, ਇਹਨਾਂ ਨਾਲ ਜਵਾਕ ਸੌਖੇ ਹੋ ਜਾਣਗੇ, 2 ਜਵਾਕਾਂ ਨੂੰ ਵੰਡ ਦਿਆਂਗੇ। ਜੇ ਉਹਨਾਂ 'ਤੇ ਵੀ ਟੈਕਸ ਲੱਗਣ ਲੱਗ ਗਏ ਅਤੇ ਕੈਪੀਟਲ ਗੇਨ 'ਤੇ ਟੈਕਸ ਲੱਗਣ ਲੱਗ ਗਏ, ਫਿਰ ਤੁਹਾਡੇ ਰਾਹ ਇਹਨਾਂ ਨੇ ਸਾਰੇ ਰੋਕ ਲੈਣੇ ਨੇ। ਅਤੇ ਇਹ ਗੱਲ ਸਮਝਣ ਦੀ ਲੋੜ ਹੈ। ਖੁਸ਼ ਅਸੀਂ ਬਹੁਤ ਹੋਏ ਜਦ ਸਾਨੂੰ ਪੈਸੇ ਆਏ, ਸਾਰੇ ਖੁਸ਼ ਹੋਏ। ਅੱਛਾ, ਖੁਸ਼ ਪਤਾ ਕਿੱਥੋਂ ਹੋਏ? ਖੁਸ਼ ਇਸ ਤਰ੍ਹਾਂ ਹੋਏ, ਉਹ ਕਹਿੰਦੇ ਜਦ ਦੇਣੇ ਨੇ ਤਾਂ ਦੇਣੇ ਨੇ, ਲੈ ਤਾਂ ਲਓ, ਆਹ ਗ੍ਰਾਂਟ ਲੈ ਲਓ, ਆਹ ਗ੍ਰਾਂਟ ਲੈ ਲਓ, ਇੱਥੋਂ ਲੈ ਲਓ, 6 ਕੰਪਨੀਆਂ ਬਣਾ ਲਓ, 2.5 ਲੱਖ ਲੈ ਲਓ, 2.5 ਲੱਖ ਫਸਾਉਣਾ ਕਹਿੰਦੇ ਹੁੰਦੇ ਨੇ। 2.5 ਲੱਖ ਦੇ ਕੇ ਇੱਕ ਘਰ ਫਸਾ ਲਓ। ਇਹ ਘਰ ਘੁਰ ਜਿਹੜੇ ਫਸਾਉਣੇ ਨੇ ਤੁਹਾਨੂੰ ਨਹੀਂ ਭੱਜਣ ਦਿੰਦੇ, ਉਹ ਨਹੀਂ ਭੱਜਣ ਦਿੰਦੇ। ਇਹ ਗੱਲ ਜ਼ਰੂਰ ਸੋਚਣ ਦੀ ਹੈ। ਸਰ ਜਰਨੈਲ ਸਿੰਘ ਜੀ, ਤੁਸੀਂ ਏਅਰ 'ਤੇ ਹੋ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਬਨਾਲ ਸਾਹਿਬ ਜੀ। ਚਿਰਾਂ ਬਾਅਦ ਗੱਲਬਾਤ ਕਰ ਰਹੇ ਜੀ। ਵੇਖੋ, ਜਿਹੜਾ ਸਾਰਾ ਟੈਕਸ ਹੈ ਨਾ ਜੀ, ਇਹਨਾਂ ਦੇ ਨਾਲ ਪ੍ਰਾਈਸ ਵਿੱਚ ਕੋਈ ਫਰਕ ਨਹੀਂ ਪੈਣਾ। ਇਹ ਬਿਲਕੁਲ ਨਹੀਂ ਚਾਹੀਦਾ। ਕਰਨਾ ਕੀ ਚਾਹੀਦਾ ਵੀ ਜਿਹੜਾ ਫਰਜ਼ ਕੀਤਾ, ਇੱਕ ਤਾਂ ਪ੍ਰਾਈਮ ਰੈਜ਼ੀਡੈਂਸ ਆ, ਇੱਕ ਮਹਿੰਗਾ ਇਨਵੈਸਟਮੈਂਟ ਲਈ ਲੈਣਾ, ਉਹ ਜਿਹੜਾ ਇਨਵੈਸਟਮੈਂਟ ਵਾਸਤੇ ਲੈਣਾ ਉਹਦੇ 'ਚ ਕਰ ਦੇਣਾ ਵੀ ਤੁਸੀਂ 50% ਡਾਊਨ ਦੇਣਾ। ਉਹ ਤੁਸੀਂ 10-20% ਨਾਲ ਨਹੀਂ, ਤੁਹਾਨੂੰ 50% ਡਾਊਨ ਪੇਮੈਂਟ ਦਾ ਦੇਣਾ ਪਊਗਾ। ਉਹਦੇ ਨਾਲ ਜਿਹੜੀ ਡਿਮਾਂਡ ਕਰ ਸਕਦੀ ਆ। ਇਸ ਵੇਲੇ ਹੋ ਕੀ ਰਿਹਾ, ਸਾਰੀਆਂ ਕੰਡੋਮੀਨੀਅਮ ਜਿੰਨੇ ਵੀ ਆਪਣੀਆਂ ਹਾਈ ਰਾਈਜ਼ਸ ਬਣਦੀਆਂ ਪ੍ਰੀ ਸੋਲਡ ਹੋ ਰਹੀਆਂ। ਉਹਦੇ 'ਚ ਬਹੁਤੇ ਇਨਵੈਸਟਰ ਨੇ ਜਿਨ੍ਹਾਂ ਕੋਲ ਆਲਰੇਡੀ ਘਰ ਹੈਗੇ ਆ ਜੀ। ਉਹਦੇ ਨਾਲ ਆਰਟੀਫਿਸ਼ੀਅਲ ਡਿਮਾਂਡ ਵੱਧ ਜਾਂਦੀ ਆ, ਕਿਉਂਕਿ ਲੋਕਾਂ ਨੂੰ ਪਤਾ ਪ੍ਰਾਈਸਾਂ ਵੱਧ ਜਾਣੀਆਂ, ਐਜ ਇਨਵੈਸਟਮੈਂਟ ਲਈ ਖਰੀਦ ਰਹੇ ਆ, ਕਿਰਾਏ ਤੇ ਦੇਣ ਲਈ। ਉਹਦੇ ਵਿੱਚ ਥੋੜਾ ਜਿਹਾ ਜੇ ਠੱਲ ਪਾਉਣੀ ਆ, ਉਹਦੇ ਵਿੱਚ ਤੁਸੀਂ ਉਹਦਾ ਡਾਊਨ ਪੇਮੈਂਟ ਕਰੋ 50%, ਉੱਤੇ ਪ੍ਰਾਪਰਟੀ ਟਰਾਂਸਫਰ ਟੈਕਸ ਵੀ ਭਾਵੇਂ ਜ਼ਿਆਦਾ ਕਰ ਦਿਓ ਜਿਹਨੇ ਦੂਜੇ ਇਨਵੈਸਟਮੈਂਟ ਵਾਸਤੇ ਲੈਣਾ, ਨਾਟ ਫਸਟ ਟਾਈਮ ਬਾਇਰ। ਤੇ ਫਿਰ ਭਾਵੇਂ ਬਾਕੀ ਜੀ ਇਹ ਡਿਮਾਂਡ ਐਂਡ ਸਪਲਾਈ ਆ, ਨੰਬਰ ਵੇਖੋ, 400 ਨੂੰ 1000 ਬੋਟ ਫੀਡ ਹੁੰਦਾ ਸੀ, ਉਹ ਹੁਣ 1500-1600 ਦੇ ਚੱਲ ਗਿਆ। ਕਿੱਥੋਂ ਪ੍ਰਾਈਸਾਂ ਥੱਲੇ ਆ ਜਾਣਗੀਆਂ ਜੀ? ਬਿਲਕੁਲ ਠੀਕ। ਨਾ ਕੋਈ ਲੈਂਡ ਕਿਤੇ ਡਿਵੈਲਪਮੈਂਟ ਲਈ ਹੈ ਨਹੀਂ। ਬਨਾਲ ਸਾਹਿਬ, ਸਾਰੀ ਜ਼ਿੰਦਗੀ ਇਸ ਇੰਡਸਟਰੀ 'ਚ ਕੰਮ ਕੀਤਾ ਤੇ ਵੈਨਕੂਵਰੇ ਰਹੇ ਹੋ, ਕੋਈ ਯਾਦ ਤਾਜ਼ਾ ਕਿੱਥੋਂ ਜ਼ਿੰਦਗੀ ਸ਼ੁਰੂ ਕੀਤੀ, ਕਿੱਥੋਂ ਤੇ ਕਿੱਥੇ ਘਰ ਆ ਕੇ ਪਹੁੰਚੇ, ਇਹ ਵੀ ਥੋੜਾ ਜਿਹਾ ਰਿਫਰੈਸ਼ ਕਰ ਦਿਓ। ਲਓ ਜੀ, ਮੈਂ ਤੁਹਾਨੂੰ ਤੁਹਾਡਾ ਥੈਂਕ ਯੂ। ਪਹਿਲਾ ਘਰ ਜੀ ਮੈਂ ਤੇ ਮੇਰੇ ਭਰਾ ਨੇ ਵੈਨਕੂਵਰ ਵਿੱਚ $28,000 ਦਾ ਖਰੀਦਿਆ ਜੀ। ਹੁਣ ਮੈਂ ਜਿਹੜੇ ਘਰ 'ਚ ਰਹਿ ਰਿਹਾ ਉਹਦੀ ਨਵੀਂ ਅਸੈਸਮੈਂਟ 3 ਮਿਲੀਅਨ ਆਈ। ਹਾਂ, ਇੱਕ ਇਦਾਂ ਹੀ ਜੀ, ਜੇ 3 ਮਿਲੀਅਨ ਤੋਂ ਉੱਪਰ ਵੈਲਿਊ ਹੋ ਜਾਏ ਵੈਨਕੂਵਰ 'ਚ, ਫਿਰ ਉਹਦੇ ਉੱਤੇ ਸਕੂਲ ਟੈਕਸ ਲੱਗਦਾ ਹੈ। ਉਹ ਮੇਰੇ ਇੱਥੇ ਕੁੜਮ ਜੀ ਨੇ, ਉਹਨਾਂ ਦੀ ਵੈਲਿਊ 3 ਮਿਲੀਅਨ ਵੈਸਟ ਸਾਈਡ 'ਤੇ ਰਹਿੰਦੇ, ਉਹਨਾਂ ਦਾ ਜੀ 24,000 ਪ੍ਰਾਪਰਟੀ ਟੈਕਸ ਹੈ। ਉਹ ਰੱਬਾ। ਹਾਂ, ਸੋ ਇਹ ਟੈਕਸਾਂ ਦੇ ਨਾਲ ਕੋਈ ਫਰਕ ਨਹੀਂ ਪੈਣਾ। ਇਹ ਐਵੇਂ ਸਾਡੀਆਂ ਜੇਬਾਂ 'ਚੋਂ ਵਾਧੂ ਪੈਸੇ ਜਾ ਰਹੇ ਨੇ। ਤੁਸੀਂ ਇਹਦਾ ਇਲਾਜ ਇਹ ਆ ਵੀ ਸਪਲਾਈ ਵਧਾਓ, ਤੇ ਜਾਂ ਜਿਹੜਾ ਇਨਵੈਸਟਮੈਂਟ ਵਾਸਤੇ ਅਸੀਂ ਦੂਜਾ ਘਰ ਲੈਂਦੇ ਜਾਂ ਤੀਜਾ ਲੈਂਦੇ ਆ, ਉਹਦੇ 'ਚ ਤੁਸੀਂ ਥੋੜਾ ਡਾਊਨ ਪੇਮੈਂਟ ਵਗੈਰਾ ਵਧਾ ਦਿਓ। ਠੀਕ ਹੈ ਬਨਾਲ ਸਾਹਿਬ, ਧੰਨਵਾਦ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ ਭਾਈ ਸਾਹਿਬ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਸਰਾਜ ਸਾਹਿਬ, ਲਾਈਨ ਨੰਬਰ 2। ਗਿੱਲ ਸਾਹਿਬ, ਜਿਹੜੀ ਗੱਲ ਮੈਂ ਸੋਚ ਰਿਹਾ ਸੀ ਉਹ ਆ ਕੇ ਸਰਦਾਰ ਜਰਨੈਲ ਸਿੰਘ ਭੰਡਾਲ ਹੁਣੀ ਬਹੁਤ ਵਧੀਆ ਤਰੀਕੇ ਨਾਲ ਦੱਸੀ ਆ, ਐਂਡ ਇਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਆ, ਸਾਰਾ ਤੁਸੀਂ ਇਹ ਜਾਣਦੇ ਹੈਗੇ। ਔਰ ਇਹਨੀ ਬੜੀ ਵਾਜਬ ਗੱਲ ਕੀਤੀ ਆ ਕਿ ਇਸ ਤਰ੍ਹਾਂ ਟੈਕਸ ਲਾ ਕੇ ਜਿਹੜਾ ਥ੍ਰੈਸ਼ਹੋਲਡ ਰੱਖ ਦਿੱਤਾ, ਗ੍ਰੇਸ ਪੁਆਇੰਟ ਰੱਖ ਦਿੱਤਾ 1 ਮਿਲੀਅਨ, ਉਹਦੇ ਉੱਪਰ ਜੇ 1.5 ਮਿਲੀਅਨ ਹੈ ਤਾਂ 5 ਲੱਖ ਤੇ ਟੈਕਸ, ਜੇ 2 ਮਿਲੀਅਨ ਦਾ ਘਰ ਆ ਤਾਂ ਸਾਨੂੰ 1 ਮਿਲੀਅਨ ਤੇ ਟੈਕਸ ਦੇਣਾ ਪਊਗਾ। ਇਹ ਆંકੜੇ ਕੱਢ ਰਹੇ ਹੈਗੇ ਆ ਜੀ, 3.5 ਬਿਲੀਅਨ ਇਕੱਠਾ ਹੋਊਗਾ, ਫਿਰ ਉਹ ਜੀ ਅਸੀਂ ਰੈਂਟਲ ਹੋਮ ਬਣਾਊਗੀ ਗਵਰਨਮੈਂਟ। ਸੋ ਮਤਲਬ ਕਿ ਗੱਲ ਉਹ ਆਵੇ, ਨਾ 9 ਮਣ ਤੇਲ ਹੋਵੇ ਨਾ ਰਾਹ ਦਾ ਨੱਚੇ, ਸਿੱਧੀ ਜਿਹੀ ਗੱਲ ਹੈ। ਜਿਹੜਾ ਵੀ ਬੰਦਾ ਇਨਵੈਸਟਮੈਂਟ ਲਈ ਸੈਕੰਡ ਪ੍ਰਾਇਮਰੀ ਜਿਹੜੀ ਉਹਦੀ ਰੈਜ਼ੀਡੈਂਸ ਹੈਗਾ ਆ, ਉਹ ਤੋਂ ਬਾਅਦ ਸੈਕੰਡ ਕੋਈ ਵੀ ਲੈਂਦਾ ਹੈਗਾ ਆ। ਚੋਰ ਮੂਰੀਆਂ ਕਿੱਦਾਂ ਇੱਥੇ ਮੌਰਗੇਜਾਂ ਹੋ ਰਹੀਆਂ ਹੈਗੀਆਂ ਆ, ਇਨਵੈਸਟਰ ਆ ਜਿਹੜੇ ਜਾਂ ਹੋਰ ਵੀ ਹੈਗੇ ਆ,
ਇਹਨਾਂ ਉੱਤੇ ਨੱਥ ਪਾਈ ਜਾਵੇ ਤਾਂ ਗਵਰਨਮੈਂਟ ਕੰਟਰੋਲ ਕਰ ਸਕਦੀ ਹੈ, ਔਰ ਸਪਲਾਈ ਵੀ ਵਧਾਉਣੀ ਚਾਹੀਦੀ ਹੈ। ਬਟ ਰੀਅਲ ਵਾਇਰ ਤਾਂ ਆਪਾਂ ਇਹ ਗੱਲ ਗਿੱਲ ਸਾਹਿਬ ਕਈ ਵਾਰੀ ਕਰ ਹਟੇ, ਹੁਣ ਪੰਡਾਲ ਸਾਹਿਬ ਨੇ ਵੀ ਇਹ ਗੱਲ ਕਹੀ ਜਦ ਕਿ ਖੁਦ ਇਹ ਇਸ ਬਿਜ਼ਨਸ ਦੇ ਵਿੱਚ ਆ। ਸੋ ਆ ਜਿੰਨੇ ਵੀ ਟਾਵਰ ਆ 24 ਘੰਟੇ 'ਚ ਵਿਕ ਜਾਂਦੀ ਹੈ, 400 ਘਰ 500 ਘਰ। ਮੈਨੂੰ ਦੱਸੋ ਇਹ ਕੋਈ ਅਲਾਦੀਨ ਦਾ ਚਿਰਾਗ ਹੈ, ਕੋਈ ਜਾਦੂ ਦੀ ਛੜੀ ਹੈ ਜਿਹੜੀ ਵਿਕ ਜਾਂਦੀ ਹੈ 1 ਮਿੰਟ 'ਚ? ਉਹ 10-10 5-5 ਹਜ਼ਾਰ ਦੇ ਕੇ ਬੁੱਕ ਕਰ ਲੈਂਦੇ ਆ ਬਾਅਦ ਵਿੱਚ। ਉਹ ਮਤਲਬ ਇਹਨਾਂ ਗੱਲਾਂ ਨੂੰ ਠੱਲ ਪਾਵੇ ਗਵਰਨਮੈਂਟ। ਜਿਹੜੀ ਕਾਲਾ ਬਾਜ਼ਾਰੀ ਬਣ ਗਈ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ਇੱਕ ਜ਼ਰੂਰੀ ਜਿਹੜੀ ਚੀਜ਼ ਸੀਗੀ, ਕਮੋਡਿਟੀ ਸੀਗੀ, ਜਿਹੜੀ ਇੱਕ ਰਹਿਣੇ ਵਾਸਤੇ ਘਰ ਸੀਗਾ, ਉਹਨੂੰ ਬਿਜ਼ਨਸ ਬਣਾ ਲਿਆ ਜੀ। ਉਹ ਬਾਅਦ ਵਿੱਚ ਕਿਤੇ ਹੋਰ ਪਾਸੇ ਵੀ ਮਤਲਬ ਕਿ ਕਿਤੇ ਇੰਡਸਟਰੀ ਲਾਉਣ, ਕੋਈ ਛੋਟੇ ਮੋਟੇ ਬਿਜ਼ਨਸ ਸ਼ੁਰੂ ਕਰਨ, ਜੌਬਾਂ ਕ੍ਰੀਏਟ ਕਰਨ, ਤਾਂ ਜਾ ਕੇ ਗੱਲ ਬਣੂਗੀ। ਇਹ ਗਵਰਨਮੈਂਟ ਹੈ ਜਿਹੜੀ, ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਚਾਹੇ ਫੈਡਰਲ ਗਵਰਨਮੈਂਟ ਹੈ, ਇਹਨਾਂ ਨੂੰ ਚਾਹੀਦਾ ਲੋਕਾਂ ਦੇ ਵਿਚਾਰ ਲੈਣ, ਜਿਹੜੇ ਸਪੈਸ਼ਲਿਸਟ ਹੈਗੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਉਹਨਾਂ ਨਾਲ ਪਾਲਿਸੀਆਂ ਬਣਾਉਣ ਇਹ, ਤਾਂ ਉਹਦੇ ਵਿੱਚੋਂ ਕੁਝ ਨਿਕਲੂਗਾ। ਅਦਰਵਾਈਜ਼ ਤਾਂ ਇਹ ਇਸ ਤਰ੍ਹਾਂ ਹੀ ਚੱਲੀ ਜਾਣਾ ਹੈਗਾ ਜੀ। ਇਹ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। I-5 ਆਪਣਾ ਜਿਹੜਾ ਇੰਟਰਸਟੇਟ ਹੈ ਜੀ, ਓਲੰਪੀਆ ਲੰਘ ਕੇ ਸ਼ਹੇਲਸ ਦੇ ਕੋਲ ਹੜ੍ਹਾਂ ਦੇ ਕਾਰਨ 20 ਕਿਲੋਮੀਟਰ ਦੀ ਸਟ੍ਰੈਚ, 20 ਮੀਲ ਦੀ ਸਟ੍ਰੈਚ ਹੈ ਜਿਹੜੀ ਉਹ ਬੰਦ ਹੈ, ਕਿਸੇ ਪਾਸੇ ਦੀ ਰਾਹ ਨਹੀਂ ਹੈ। ਤੇ I-5 ਤੇ ਨਾਰਥ ਸਾਊਥ ਦੋਨੇ ਪਾਸੇ ਜਾਣ ਵਾਲੇ ਬੋਥ ਸਾਈਡ ਜਿਹੜੀ ਸ਼ਹੇਲਸ ਦੇ ਕੋਲ ਬੰਦ ਹੈ ਜੀ। ਅੱਛਾ, ਇੱਕ ਹੋਰ ਗੱਲ ਮੈਂ ਜਿਹੜੀ ਪਹਿਲਾਂ ਕਰਦਾ ਸੀ ਆਪਣੇ ਪੱਤੀ ਦੇ ਨਾਲ, ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਦੀ ਵੀ ਕੱਲ੍ਹ ਵੀ ਗੱਲ ਆਪਾਂ ਸਾਰਾ ਦਿਨ ਕਰਦੇ ਰਹੇ ਹਾਂ। ਜਿਹੜਾ ਰੂਟ ਅੱਜ ਟਾਈਮਜ਼ ਆਫ ਇੰਡੀਆ ਨੇ ਦੱਸਿਆ, ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਂ ਖਬਰਾਂ ਹੀ ਕਰ ਰਿਹਾ, ਫਿਰ ਤੁਸੀਂ ਜਿਹੜੇ ਵਿਸ਼ੇ 'ਤੇ ਮਰਜ਼ੀ ਗੱਲ ਕਰ ਲਿਓ, ਮੈਂ ਇੱਕ ਮਾੜੀ ਜਿਹੀ ਦੱਸ ਦੇਵਾਂ। ਰੂਟ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਸਿਕਿਉਰਿਟੀ ਦੇ ਹਿਸਾਬ ਦੇ ਨਾਲ, ਹਾਈਵੇ ਦੇ ਹਿਸਾਬ ਦੇ ਨਾਲ, ਅਤੇ ਉਹਦੀ ਪਰਮਿਸ਼ਨ ਮਿਲਦੀ ਹੈ। ਇਹ 'ਚ ਬਹੁਤ ਜਿਹੜੀਆਂ ਇੰਟੈਲੀਜੈਂਸ ਜਿੰਨੀਆਂ ਨੇ ਉਹ, ਅਤੇ ਸਟੇਟ ਦੀ ਪੁਲਿਸ, ਪ੍ਰਧਾਨ ਮੰਤਰੀ ਦਾ ਆਪਣਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ, PC ਆਣੇ ਤੋਂ ਜਦੋਂ ਸ਼ੁਰੂ ਹੋਏ ਉਹਨਾਂ ਨੇ ਜਾਣਾ ਸੀ। ਅਤੇ ਇਹਨੂੰ ਇਸ ਤਰ੍ਹਾਂ ਵੀ ਰੱਖੀਏ ਕਿ ਇਕੱਠ ਹੋਣ ਤੋਂ ਬਾਅਦ ਇਹ ਲੀਡਰ ਜਾਣਾ ਚਾਹੁੰਦਾ। ਇਹਦੇ ਵਿੱਚ ਦੂਜੀ ਕੋਈ ਰਾਏ ਨਹੀਂ। ਇੱਥੇ ਜੇ ਰਾਹੁਲ ਆਉਣਾ ਸੀ ਜਾਂ ਕਿਸੇ ਨੇ ਆਉਣਾ ਸੀ, ਸਾਰੇ ਚਾਹੁੰਦੇ ਆ। ਸੋ ਉਹਨਾਂ ਦਾ ਜਿਹੜਾ ਰੂਟ ਹੈ, PC ਆਣੇ ਤੋਂ ਬਠਿੰਡੇ ਆਏ, ਕਿਉਂਕਿ ਹਲੇ ਤੱਕ ਪਤਾ ਨਹੀਂ ਸੀ। ਪਹਿਲੇ ਦਿਨ ਆਪਾਂ ਪਰਸੋਂ ਇਹੀ ਗੱਲ ਕਰ, ਦੇਖੋ ਜੀ ਹਸੈਨੀ ਵਾਲੇ ਚਲੇ ਗਏ, ਹਸੈਨੀ ਵਾਲੇ ਰੁਕੇ ਰਹੇ, ਹਸੈਨੀ ਵਾਲੇ ਤੋਂ ਫਿਰ ਫਿਰੋਜ਼ਪੁਰ ਨੂੰ ਚੱਲੇ। ਨਹੀਂ, ਇਸ ਤਰ੍ਹਾਂ ਨਹੀਂ ਸੀ ਗੱਲ ਹੈ। ਅਸਲ ਪਿਕਚਰ ਇਹ ਹੈ, ਬਠਿੰਡੇ ਤੋਂ ਬਾਜੇਖਾਨੇ ਆਏ ਉਹ ਰੂਟ ਇਹ ਸੀ ਜਿਹੜਾ, ਬਾਜੇਖਾਨੇ ਤੋਂ ਕੋਟਕਪੂਰੇ ਆਏ, ਕੋਟਕਪੂਰੇ ਤੋਂ ਫਰੀਦਕੋਟ ਆਊਟਸਕਰਟ ਦੇ ਵਿੱਚ ਦੀ ਤਲਵੰਡੀ ਭਾਈ ਆ ਗਏ, ਜਿਹੜੇ ਮੋਗੇ ਤੋਂ ਫਿਰੋਜ਼ਪੁਰ 8 ਮਾਰਗੀ ਜਿਹੜਾ ਨਾ 4 ਮਾਰਗੀ ਜਿਹੜੇ ਆ ਬਹੁਤ ਵਧੀਆ ਹਾਈਵੇ ਆ। ਜ਼ਿਆਦਾਤਰ ਲੋਕ ਜਿਹੜੇ ਫਰੀਦਕੋਟ ਨੂੰ ਮੋਗੇ ਤੋਂ ਆਉਂਦੇ, ਅੱਗੇ ਬਾਗੇ ਪੁਰਾਣੇ ਕੋਟਕਪੂਰੇ 'ਚ ਹੀ ਆਉਂਦੇ ਸੀ, ਹੁਣ ਉਹ ਤਲਵੰਡੀ ਭਾਈ ਤੋਂ ਮੁੜ ਕੇ ਫਰੀਦਕੋਟ ਨੂੰ ਆਉਂਦੇ ਆ। ਸੋ ਫਰੀਦਕੋਟ ਤੋਂ ਬਾਹਰ ਉਹ ਤਲਵੰਡੀ ਭਾਈ ਗਏ, ਤਲਵੰਡੀ ਭਾਈ ਤੋਂ ਫਿਰ ਉਹ ਪਿਆਰੇਆਣਾ ਉੱਥੇ ਆਉਂਦਾ, ਉੱਥੇ ਉਹਨਾਂ ਨੂੰ ਰੋਕਿਆ ਗਿਆ ਫਿਰੋਜ਼ਪੁਰ ਤੋਂ ਪਿੱਛੇ, ਰੈਲੀ ਤੋਂ ਪਿੱਛੇ। ਮਤਲਬ ਉਹਨਾਂ ਨੇ ਫਿਰੋਜ਼ਪੁਰ ਦੇ ਇੱਕ ਪਾਸੇ ਦੀ ਲੰਘ ਕੇ ਹਸੈਨੀਵਾਲਾ ਜਾ ਕੇ, ਇਹ ਉਹਨਾਂ ਦੇ ਅਫੀਸ਼ੀਅਲ ਟੂਰ ਦੇ ਵਿੱਚ ਸੀ, ਹਸੈਨੀਵਾਲਾ ਜਾ ਕੇ ਉਹਦੇ ਬਾਅਦ ਉਹਨਾਂ ਨੇ ਜਿਹੜੇ ਨੀਂਹ ਪੱਥਰ ਰੱਖਣੇ ਸੀ, ਨੀਂਹ ਪੱਥਰ ਤੋਂ ਬਾਅਦ ਉਹਨਾਂ ਨੇ ਅਖੀਰਲਾ ਜਿਹੜਾ ਰੈਲੀ ਦਾ ਉਹਨਾਂ ਦੀ ਜਿਹੜੀ ਟਾਈਮ ਲਾਈਨ ਜਿਹੜਾ ਉਹਨਾਂ ਨੇ ਦੱਸਿਆ ਉਸ ਤਰ੍ਹਾਂ ਸੀ। ਹੁਣ ਇਹ ਜਿਹੜੇ ਰੂਟ ਨੇ, ਰੂਟ ਤਾਂ ਬਠਿੰਡੇ ਤੋਂ ਜੈਤੋ 'ਚ ਹੀ ਕੋਟਕਪੂਰੇ ਸਿੱਧੀ ਆਉਂਦੀ ਹੈ, ਕੋਟਕਪੂਰੇ ਤੋਂ ਜੇ ਤੁਸੀਂ ਫਰੀਦਕੋਟ 'ਚ ਫਿਰੋਜ਼ਪੁਰ ਨੂੰ ਵੀ ਸਿੱਧੀ ਸੜਕ ਜਾਂਦੀ ਹੈ, ਮੁਕਤਸਰ ਸਾਹਿਬ ਤੋਂ ਵੀ ਫਿਰੋਜ਼ਪੁਰ ਨੂੰ ਜਾਂਦੀ ਹੈ। ਸੜਕਾਂ ਤਾਂ ਬਹੁਤ ਨੇ, ਪਰ ਡੈਜ਼ਿਗਨੇਟਡ ਰੂਟ ਹੁੰਦਾ ਹੈ ਜਿਹਦੇ ਤੋਂ ਪਰਾਂ ਨਹੀਂ ਹੋ ਸਕਦੇ। ਸੋ ਇਹ ਇੱਕ ਜਿਹੜੀ ਪਹਿਲੇ ਦਿਨ ਪਰਸੋਂ ਜਿਹੜੀ ਖਬਰ ਆਪਾਂ ਬੁੱਧਵਾਰ ਨੂੰ ਸਵੇਰੇ ਜਿਹੜੀ ਮੈਂ ਤੇ ਨਵਕਿਰਨ ਨੇ ਵੀ ਕੀਤੀ, ਨਵਕਿਰਨ ਨੇ ਵੀ ਇਹੀ ਦੱਸਿਆ ਕਿ ਹਸੈਨੀਵਾਲਾ ਚਲੇ ਗਏ, ਹਸੈਨੀਵਾਲਾ ਤੋਂ ਫੇਰ ਮੁੜ ਕੇ ਨਾ ਉਹ ਨਹੀਂ ਗੱਲ ਹੈ, ਹਸੈਨੀਵਾਲਾ ਨਹੀਂ ਗਏ ਉਹ। ਹਸੈਨੀਵਾਲਾ ਤਾਂ ਜੇ ਜਾਣਾ ਫਿਰੋਜ਼ਪੁਰ ਦੀ ਲੰਘ ਕੇ ਜਾਣਾ ਸੀ, ਫਿਰੋਜ਼ਪੁਰ ਤੋਂ ਪਿੱਛੇ ਰੁਕੇ ਉਹ। ਸੋ ਇੱਕ ਤਾਂ ਇਹ ਕਲੀਅਰ ਕਰਨੀ ਚਾਹੁੰਦਾ। ਦੂਜੀ ਇੱਕ ਹੋਰ ਨਵੀਂ, ਵੈਨਕੂਵਰ ਦੇ ਲੋਕਾਂ ਨੂੰ ਜਿਹੜੀ 1 ਜਨਵਰੀ ਤੋਂ ਗੈਸ ਦੀਆਂ ਥੋੜ੍ਹੀਆਂ ਕੀਮਤਾਂ ਵਧੀਆਂ, ਉਹਦਾ ਕਾਰਨ ਸੁਣ ਲਿਓ। ਉਹ ਕੀ ਹੈ, ਜਿਹੜੀ ਅੱਜ ਰੈਕ ਪ੍ਰਾਈਸ ਆ ਪੈਟਰੋ ਕੈਨੇਡਾ ਦੀ ਸਾਰੇ ਦੇਸ਼ 'ਚ, ਹੈਲੀਫੈਕਸ ਤੋਂ ਲੈ ਕੇ ਸਾਰੇ ਮੋਸਟਲੀ ਐਟਲਾਂਟਿਕ ਦੇ ਵਿੱਚ 84 ਸੈਂਟ ਤੋਂ ਲੈ ਕੇ 88-90 ਸੈਂਟ ਤੱਕ ਆ ਸਾਰੇ। ਅਤੇ BC 'ਚ ਆ ਕੇ ਟੈਰਸ 'ਚ $1 1 ਸੈਂਟ, ਪ੍ਰਿੰਸ ਜਾਰਜ 'ਚ $1 1 ਸੈਂਟ, ਕੈਮਲੂਸ 'ਚ $1 2 ਸੈਂਟ, ਵੈਨਕੂਵਰ ਅਤੇ ਨਨੈਮੋ 'ਚ $1 13 ਤੇ 14 ਸੈਂਟ।
10 ਸੈਂਟ। ਹੁਣ ਹੋਇਆ ਕੀ? ਹੋਇਆ ਇਹ ਕਿ ਜਿਹੜੇ ਗੈਸ ਸਟੇਸ਼ਨਾਂ ਵਾਲੇ ਸੀ ਉਹਨਾਂ ਨੇ ਟਰੱਕਿੰਗ ਕੰਪਨੀਆਂ ਦੇ ਨਾਲ ਕੰਟਰੈਕਟ ਕੀਤਾ ਸੀ। ਟਰੱਕਿੰਗ ਕੰਪਨੀਆਂ ਵਾਲੇ ਸਿੱਧੇ ਜਿਹੜੇ ਗੈਸ ਦੇ ਜਿਹੜੇ ਟੈਂਕਰ ਸੀ ਉਹ ਅਲਬਰਟਾ ਤੋਂ ਸਿੱਧੇ ਖਰੀਦ ਕੇ ਲਿਆਉਂਦੇ ਸੀ। 10 ਸੈਂਟ ਤੁਹਾਨੂੰ ਗੈਸ ਸਸਤੀ ਮਿਲਦੀ ਸੀ। ਸੂਬੇ ਨੇ 1 ਜਨਵਰੀ ਤੋਂ ਉਸ ਗੈਸ ਤੇ ਪਾਬੰਦੀ ਲਾਤੀ ਵੀ ਸਿੱਧੇ ਟੈਂਕਰ ਗੈਸ ਨਹੀਂ ਲਿਆ ਸਕਦੇ। ਟੈਕਸ ਲਾਤਾ ਉਹਨਾਂ ਤੇ। ਕਾਰਨ ਕਹਿੰਦੇ ਇਹਦੇ ਨਾਲ ਧੂੰਆਂ ਹੁੰਦਾ। ਧੂੰਆਂ ਤਾਂ ਇਕੱਲੇ ਟੈਕਸ ਜਿਹੜੇ ਗੈਸ ਵਾਲੇ ਟੈਂਕਰਾਂ ਨਾਲ ਨਹੀਂ ਹੁੰਦਾ, ਧੂੰਆਂ ਤਾਂ ਉਈਓ ਹੁੰਦਾ। ਗੈਸ ਟਰੱਕ ਤੁਰੇ ਹੀ ਫਿਰਦੇ। ਧੂਏ ਤੋਂ ਬਚਾਉਣ ਲਈ ਸਿਸਟਮ ਲਾਓ। ਸਿਸਟਮ ਤੇ 20-50 ਹਜ਼ਾਰ ਡਾਲਰ ਲਾਓ। ਇੱਥੇ ਲੋਕਲ ਕੰਟੇਨਰਾਂ ਵਾਲੇ ਉਹ 'ਚ ਫਸਾਏ ਹੋਏ ਨੇ। ਜਿਹੜੀ 10 ਸੈਂਟ ਗੈਸ ਸਸਤੀ ਮਿਲਦੀ ਸੀ ਤੁਹਾਨੂੰ ਇੱਥੇ, ਉਹ ਵੀ ਰੋਕਤੀ। ਉਹ ਕਹਿੰਦੇ ਤੁਸੀਂ ਬਿਲਕੁਲ ਅਲਬਰਟਾ ਤੋਂ ਟੈਂਕਰਾਂ ਦੇ ਰਾਹੀਂ ਆਪਣੇ, ਹੁਣ ਇੱਥੇ ਜਿਹਦਾ ਦੇ 3-3 4-4 ਗੈਸ ਸਟੇਸ਼ਨ ਸੀ ਉਹਨਾਂ ਨੇ ਆਪਣੇ ਟੈਂਕਰ ਲੈ ਲਏ ਸੀ। ਹੁਣ ਉਹ ਟੈਂਕਰਾਂ ਵਾਲੇ ਦਾ ਵੀ ਕੰਮ ਛੁੱਟ ਗਿਆ, ਡਰਾਈਵਰਾਂ ਦਾ ਵੀ ਕੰਮ ਛੁੱਟ ਗਿਆ, ਉਹ ਕੰਪਨੀਆਂ ਦਾ ਵੀ ਬੰਦ ਹੋ ਗਿਆ। 1 ਜਨਵਰੀ ਨੂੰ ਤਾਂ 10 ਸੈਂਟ ਇਕੱਠੀ ਗੈਸ ਵਧੀ ਹੈ। ਮਾਰਚ ਤੱਕ ਇਹ ਤੁਹਾਡੀ ਗੈਸ $1.80-85 ਤੱਕ ਜਾਣੀ ਹੈ। ਇੱਕ ਇਹ ਵੀ ਮੈਂ ਖਬਰ ਦੇਣੀ ਚਾਹੁੰਦਾ। ਕੱਲ੍ਹ ਇਹ ਪਤਾ ਲੱਗਿਆ ਜਿਹੜੇ ਗੈਸ ਇੰਡਸਟਰੀ 'ਚ ਕੰਮ ਕਰਦੇ ਉਹਨਾਂ ਨੇ ਦੱਸਿਆ ਕਿ ਤਾਂ ਵਧਿਆ ਸਾਨੂੰ ਟੈਂਕਰਾਂ ਦੇ ਰਾਹੀਂ ਜਿਹੜਾ ਅਸੀਂ ਲੈ ਕੇ ਆਉਂਦੇ ਸੀ ਅਲਬਰਟਾ ਤੋਂ ਸਿੱਧਾ ਆਪਣਿਆਂ ਦੇ ਲਈ ਸਿੱਧਾ ਟੈਂਕਰ, ਉਹ ਬੰਦ ਕਰ ਦਿੱਤਾ। ਇਹ ਵੀ ਇੱਥੇ ਹੋਇਆ। ਸਾ ਗੁਰਮੁਖ ਸਿੰਘ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਮੈਂ ਉਹ ਜਿਹੜਾ ਮੋਦੀ ਹੁਣੀ ਰੈਲੀ ਹੋਈ ਤੁਸੀਂ ਦੱਸ ਰਹੇ, ਮੈਂ ਉੱਤੇ ਗੱਲ ਕਰਨੀ ਆ ਵੀ ਕਰੋ। ਦੇਖੋ, ਚਲੋ ਇੱਕ ਤਾਂ ਇਸ਼ੂ ਤੇ ਇਹ ਤੇ ਚੱਲਦੀ ਆ ਵੀ ਉਹ ਪੰਜਾਬ ਦੇ ਲੀਡਰ ਤੇ ਉਹਨਾਂ ਦਾ ਕੋਈ ਸੁਰੱਖਿਆ ਦਾ ਕਰ ਰਿਹਾ, ਕੋਈ ਰੈਲੀ ਦੇ ਵਿੱਚ ਬੰਦੇ ਘੱਟ ਆਏ, ਉਹ ਚਲੋ ਇਸ਼ੂ ਆ ਉਹਨਾਂ ਦਾ ਆਪਣਾ, ਇੱਕ ਡਿਬੇਟ ਹੋ ਸਕਦੀ ਆ। ਚਲੋ ਉਹ ਤਾਂ ਇਹਨਾਂ ਦੀ ਪੋਲੀਟੀਕਲ ਪਾਰਟੀਆਂ ਦੀ ਰਹਿੰਦੀ ਹੈ ਹਮੇਸ਼ਾ। ਪਰ ਜਿਹੜਾ ਇੱਕ ਸਭ ਤੋਂ ਵੱਡਾ ਇਗਨੋਰ ਕੀਤਾ ਜਾ ਰਿਹਾ ਪੱਖ, ਉਹ ਹੈਗਾ ਵੀ ਇਸ ਸਾਰੀ ਖੇਡ ਦੇ ਵਿੱਚ ਸਿੱਖਾਂ ਨੂੰ ਖੁੱਲ੍ਹ ਕੇ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਉਹਦੇ ਵਿੱਚ ਮੰਨ ਲਓ ਚੰਗੇ ਜਿਹੜੇ ਖਰੇ ਬੰਦੇ, ਉਹਨਾਂ ਦੇ ਆਮ ਪਬਲਿਕ ਤੋਂ ਲੈ ਕੇ ਉਹਨਾਂ ਲੀਡਰਾਂ ਨੇ ਸਿੱਧਾ 84 ਦੁਹਰਾਉਣ ਦੀਆਂ ਧਮਕੀਆਂ ਦਿੱਤੀਆਂ। ਚਰਨਜੀਤ ਸਿੰਘ ਚੰਨੀ ਨੂੰ ਉਦੋਂ ਤੱਕ ਫਾਂਸੀ ਤੇ ਲਟਕਾਏ ਜਾਣ ਦਾ ਜਿੰਨਾ ਚਿਰ ਉਹ ਮੰਨ ਲਓ ਅੰਟਿਲ ਡੈਥ ਤੱਕ ਕਿਹਾ। ਹੁਣ ਮੇਰਾ ਕਹਿਣ ਤੋਂ ਭਾਵ ਹੈ ਵੀ ਉਹਨਾਂ ਲੋਕਾਂ ਦੇ ਲਈ ਜਿਹੜੀ ਇੱਛਾ ਕਿ ਕਾਨੂੰਨ ਦਾ ਬਹੁਤ ਪਾਠ ਬਣਾਉਂਦੇ ਹੁੰਦੇ ਆ, ਆਪਾਂ ਨੂੰ ਤੁਹਾਨੂੰ ਪਤਾ ਹੀ ਇੱਥੇ ਆ ਕੇ ਵੀ ਜੀ ਕਾਨੂੰਨ ਹੱਥਾਂ 'ਚ ਨਹੀਂ ਲੈਣਾ ਚਾਹੀਦਾ ਫਲਾਨਾ, ਵੀ ਹਾਲੇ ਸਾਡੇ ਸਿੱਖਾਂ ਦੇ ਉੱਤੇ ਮੰਨ ਲਓ ਜੇ ਕੋਈ ਇਹਦਾ ਕੋਈ ਜਵਾਬ ਦੇ ਦੇਵੇ ਕੋਈ ਨੌਜਵਾਨ, ਮੰਨ ਲਓ ਉਹਨਾਂ ਦੀਆਂ ਧਮਕੀਆਂ ਦਾ ਜਿਹੜੀਆਂ ਉਹ ਹੈਗੀਆਂ ਫੁਕਰੀਆਂ ਹੁੰਦੀਆਂ ਉਹਨਾਂ ਦੀਆਂ, ਤੇ ਉਹ ਹੁਣ ਪਿੱਛੇ ਜਗਮੀਤ ਸਿੰਘ ਉਹਦੀ ਮਾਤਾ ਫੜੀ ਗਈ ਜਾਂ ਮੁੰਡੇ ਫੜੇ ਜਾਂਦੇ ਆ ਜਿਨ੍ਹਾਂ ਨੂੰ ਰੈਫਰੈਂਡਮ 2020 ਦੇ ਨਾਲ ਜੋੜ ਕੇ ਧੱਕੇ ਨਾਲ ਕੀਤਾ, ਉਹਨਾਂ ਨੂੰ ਬਿਨਾਂ ਕੋਈ ਅਪੀਲ ਦਲੀਲ ਅੰਦਰ ਛੱਡ ਦਿੱਤਾ ਜਾਂਦਾ। ਮੇਰਾ ਕਹਿਣ ਤੋਂ ਭਾਵ ਇਹ ਦੋਹਰੇ ਜਿਹੜੇ ਮਾਪਦੰਡ ਆ ਇੱਕੋ ਹੀ ਕੰਟਰੀ ਦੇ ਵਿੱਚ, ਉਹ ਵੱਖਰੇ ਕਾਨੂੰਨ ਆ ਸਿੱਖਾਂ ਲਈ ਹੋ ਰਿਹਾ, ਉਹ ਸੈਕੂਲਰਾਂ ਕਾਮਰੇਡਾਂ ਜਾਂ ਇਹਨਾਂ ਦੇ ਸੰਘੀਆਂ ਲਈ ਹੋ ਰਿਹਾ, ਇਹਦੇ ਇਸ਼ੂ ਤੇ ਕੋਈ ਨਹੀਂ ਬੋਲ ਰਿਹਾ। ਜਦੋਂ ਕਿ ਜੇ ਇੱਕ ਵੀ ਇਸ ਘਟਨਾ ਦਾ ਸਿੱਖਾਂ ਨੇ ਜਵਾਬ ਦੇ ਦਿੱਤਾ, ਮੰਨ ਲਓ ਕੋਈ ਬੰਦਾ ਕਿਆਜ ਦੇ ਦਿੰਦਾ, ਤੇ ਫਿਰ ਸਾਰਿਆਂ ਨੇ ਜਿਹੜੇ ਖਾਸ ਕਰਕੇ ਮੈਂ ਸੰਘੀਆਂ ਦੀ ਨਹੀਂ ਮੈਂ ਗੱਲ ਕਰਦਾ ਵੀ ਉਹ ਤਾਂ ਸਾਨੂੰ ਪਤਾ ਸਾਨੂੰ ਨਫ਼ਰਤ ਕਰਦੇ ਆ, ਪਰ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਸੀਹਤਾਂ ਦਿੰਦੇ ਹੈਗੇ ਵੀ ਇਹ ਧਾਰਮਿਕ ਨਹੀਂ ਹੈਗਾ, ਇਹ ਸਿੱਖਾਂ ਦਾ ਨਹੀਂ ਹੈਗਾ, ਇਕੱਲੇ ਜੀ ਸਾਰੇ ਦੇਸ਼ ਦਾ ਆ, ਉਹ ਹੁਣ ਬੋਲਦੇ ਕਿਉਂ ਨਹੀਂ? ਯੂਨੀਅਨ ਵਾਲੇ ਖਾਸ ਕਰਕੇ, ਬਾਕੀ ਤਾਂ ਸਾਡੇ ਸਾਹਮਣੇ ਭਗਵੰਤ ਮਾਨ, ਕੈਪਟਨ ਜਾਂ ਬਾਦਲ, ਸੁਖਬੀਰ ਬਾਦਲ ਜਾਂ ਸਾਰਿਆਂ ਨੇ ਉਹ ਮੰਨ ਲਓ ਸਟੇਟ ਦੇ ਨਾਲ ਖੜੇ ਹੋਏ ਆ ਵੀ ਇਹ ਚਲੋ ਇਹਨੇ ਥੋੜਾ ਬਿਆਨ ਦੇ ਦਿੱਤਾ ਵੱਖਰਾ, ਚੰਨੀ ਨੇ ਇਹਨੂੰ ਵੀ ਉਹਨੀ ਤਲਬ ਕੀਤਾ ਸੋਨੀਆ ਗਾਂਧੀ ਨੇ। ਪਰ ਮੇਰਾ ਕਹਿਣ ਤੋਂ ਭਾਵ ਹੈ ਵੀ ਜਿਹੜੇ ਬਹੁਤ ਮੰਨ ਲਓ ਮਨੁੱਖਤਾਵਾਦੀ ਬਣੇ ਹੁੰਦੇ, ਜਦੋਂ ਸਿੱਖ ਆਪਣਾ ਇਨਸਾਫ ਕੋਈ ਕਰਦੇ ਆ ਭਾਵੇਂ ਵਿਆਪੀ ਦਾ, ਫਿਰ ਇਹਨਾਂ ਦੇ ਬਹੁਤ ਹਿਰਦੇ ਬਲੂੰਦਰੇ ਜਾਂਦੇ ਆ ਵੀ ਹੁਣ ਇਹਨਾਂ ਨੂੰ ਉਹ ਚੀਜ਼ਾਂ ਦੀਦੀਆਂ ਨਹੀਂ ਹੈਗੀਆਂ। ਹੁਣ ਇਹ ਕਿੱਥੇ ਕੀ ਗੱਲ ਬੋਲਦੇ, ਫਿਰ ਸਾਡੇ ਵਰਗਿਆਂ ਨੂੰ RSS ਜਾਂ BJP ਦੇ ਦੱਸਣ ਲੱਗੇ ਹੁੰਦੇ। ਅਸੀਂ ਤਾਂ ਚਲੋ ਸਾਨੂੰ ਪਤਾ ਜਿਹੜਾ ਬੰਦਾ ਸਾਡਾ ਦੁਸ਼ਮਣ ਹੈ, ਪਰ ਜਿਹੜੇ ਸਾਡੇ ਨਾਲ ਖੜ ਕੇ ਬੰਦੇ ਇੱਦਾਂ ਦੇ ਆ, ਮੈਂ ਖਾਸ ਕਰ ਇੰਟੈਲੈਕਚੁਅਲ ਜਿੰਨਾ ਵੀ ਆ ਉਸ ਬੁੱਧੀਜੀਵੀ ਖੜਾ ਹੈਗਾ ਕਿਸਾਨ ਸੰਘਰਸ਼ ਦੇ ਵਿੱਚ, ਉਹ ਹੁਣ ਦੱਸਦੇ ਕਿਉਂ ਨਹੀਂ ਪਈ ਇਹ ਸਿੱਖਾਂ ਦਾ ਨਹੀਂ ਮਸਲਾ ਸੀਗਾ, ਇਹ ਕਿਸਾਨਾਂ ਦਾ ਸੀਗਾ, ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਤੇ ਉਹਦੇ ਵਿੱਚ ਇੱਥੇ ਟਾਕ ਸ਼ੋ ਕੀਤੇ ਜਾਂਦੇ ਆ ਟੈਰੀ ਮਲੈਸਕੀ ਬਣ ਕੇ, ਫਿਰ ਉਦਾਂ ਦੇ ਮੁੜ ਕੇ ਕੋਈ ਸਾਬਤ ਵੀ ਕਰ ਨਹੀਂ ਸਕਦੇ। ਮੰਨ ਲਓ ਮੈਂ ਉਹ ਤਾਂ ਗੱਲ ਕਰਦਾ ਵੀ ਮੈਨੂੰ ਬਹੁਤ ਇਹ ਗੱਲ ਨੇ ਕੀਤਾ ਇੱਥੇ ਜੇ ਆਪਾਂ ਨਾ ਇੱਦਾਂ ਇਸ ਕੰਟਰੀ ਦੇ ਵਿੱਚ ਡਿਆ ਮੈਟਰ ਇੱਥੇ ਲੱਖ ਕਮੀਆਂ, ਆਪਾਂ ਕਹਿੰਦੇ ਇੱਥੇ ਹੇਟ ਕ੍ਰਾਈਮ ਗਿਣਿਆ ਜਾਂਦਾ ਜਦੋਂ ਤੁਸੀਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਇੱਦਾਂ ਕਰਦੇ ਆ। ਜੇ ਅਸੀਂ ਕਿਸੇ ਮੰਨ ਲਓ ਗੋਰੇ ਕਾਲੇ ਜਾਂ ਕਿਸੇ ਹਿੰਦੂ ਸਿੱਖ ਮੁਸਲਮਾਨ ਨੂੰ ਟਾਰਗੇਟ ਕਰਦੇ, ਇਹ ਹੇਟ ਕ੍ਰਾਈਮ ਨਫ਼ਰਤ, ਇਹਨੂੰ ਨਸਲਵਾਦ ਕਹਿੰਦੇ ਆ। ਤੇ ਇਸ ਨਸਲਵਾਦ ਤੇ ਸਾਡੇ ਇੱਥੇ ਸਾਰੀ ਇਨਕਲੂਡਿੰਗ ਤੁਹਾਡੇ ਬਹੁਤ ਰਿਸਪੈਕਟਡ ਕਲਰ ਆਉਂਦੇ ਹੁੰਦੇ ਆ, ਕਹਿੰਦੇ ਅਸੀਂ ਡਾਕਟਰ ਆ, ਅਸੀਂ ਵਕੀਲ ਆ, ਫਲਾਨੇ ਆ, ਉਹ ਹੁਣ ਕਿਉਂ ਨਹੀਂ ਬੋਲਦੇ ਇੱਥੇ? ਕਿਉਂਕਿ ਉਹਨਾਂ ਨੂੰ ਦੀਦਾ ਨਹੀਂ, ਉਹ ਆਪਣੇ ਲੀਡਰਾਂ ਦੀ ਕਿਉਂ ਨਹੀਂ ਜਵਾਬਦੇਹੀ ਕਰਦੇ? ਕਿਉਂ ਨਹੀਂ ਅਗਰਾਹਾਂ ਬੋਲਦਾ? ਕਿਉਂ ਨਹੀਂ ਰਾਜੇਵਾਲ ਬੋਲਦਾ ਜਾਂ ਰਜਿੰਦਰਦੀਪ ਵਾਲਾ ਜਾਂ ABC ਸਵੈਮਾਨ ਵਰਗੇ ਜਿਹੜੇ ਸਿੱਖਾਂ ਨੂੰ ਕਾਮਰੇਡ ਦੱਸਦੇ, ਕਾਮਰੇਡ ਸਾਡੇ ਹੈਗੇ ਗੁਰੂ ਸਾਹਿਬਾਨ ਤੱਕ,
ਤੇ ਮੈਂ ਤਾਂ ਓਪਨਲੀ ਕਹਿੰਦਾ ਵੀ ਇਹ ਬੰਦੇ ਉਹਨਾਂ ਨਾਲ ਵੀ ਬੀਜੇਪੀ ਵਾਲਿਆਂ ਨਾਲ ਵੀ ਮਾੜੇ ਨਕੰਮੇ ਤੇ ਬੇਈਮਾਨ ਆ, ਜਿਹੜੇ ਬੰਦੇ ਉਦਾਂ ਦਾ ਨੈਰੇਟਿਵ ਸਿਰਜਦੇ ਸਟੇਟ ਦੇ ਨਾਲ। 26 ਜਨਵਰੀ ਨੂੰ ਇਹ ਸਟੇਟ ਦੇ ਨਾਲ ਖੜੇ, ਜੇ ਸਿੱਖਾਂ ਨੇ ਕੱਲ ਨੂੰ ਇਹਦਾ ਕੋਈ ਮਾੜਾ ਮੋਟਾ ਜਵਾਬ ਦੇ ਦਿੱਤਾ, ਇਹਨਾਂ ਨੇ ਫੇਰ ਸਟੇਟ ਦੇ ਨਾਲ ਖੜਨਾ। ਇਹ ਇਸ ਕਰਕੇ ਮੈਂ ਕਹਿੰਦਾ ਆਮ ਲੋਕਾਂ ਨੂੰ ਜਿਹੜੇ ਆ ਵੀ ਉਹ ਇਹਨਾਂ ਲੋਕਾਂ ਨੂੰ ਸਾਡੇ ਨੇ ਕੋਈ ਸੰਘੀ ਜਾਂ ਸੈਕੂਲਰ ਕਾਮਰੇਡ ਵੱਖਰੇ ਵੱਖਰੇ ਨਹੀਂ, ਇਹ ਇੱਕੋ ਜਿਹੇ ਹੀ ਆ। ਤੇ ਇਹ ਠੀਕ ਆ ਮਸਲਾ, ਤੁਸੀਂ ਜਿੱਦਾਂ ਵਿਆਖਿਆ ਕਰਦੇ ਇਸ ਤਰ੍ਹਾਂ ਵੱਖਰੀ ਗੱਲ ਆ ਵੀ ਉਹ ਰੈਲੀ ਆਏ ਨਹੀਂ ਜਾਂ ਉਹ ਸੋਕੇ ਆ, ਪਰ ਉਹ ਪੰਜਾਬ ਜਾਂ ਪੰਜਾਬੀਅਤ ਵਗੈਰਾ ਤੇ ਕੋਈ ਹਮਲਾ ਨਹੀਂ, ਉਹ ਸਿੱਧਾ ਸਿੱਖਾਂ ਤੇ ਹਮਲਾ ਕੀਤਾ। ਜੇ ਪੰਜਾਬ ਦੇ ਸਾਰੇ ਤੇ ਹਮਲਾ ਉਹਦੇ ਬੀਜੇਪੀ ਵੱਲੋਂ ਕੀਤਾ, ਉੱਥੇ ਪੰਜਾਬ ਦੇ ਹਿੰਦੂਆਂ ਤੇ ਵੀ ਬਰਾਬਰ ਦਾ ਮਤਲਬ ਨਫ਼ਰਤ ਕੀਤੀ ਜਾਂਦੀ, ਪੰਜਾਬ ਦੇ ਕਾਮਰੇਡਾਂ ਤੇ ਸੈਕੂਲਰਾਂ ਨੂੰ ਵੀ ਬਰਾਬਰ ਦੀ ਕੀਤੀ ਜਾਂਦੀ, ਪਰ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਨਿਸ਼ਾਨਾ ਬਣਾਉਣ ਲਈ ਇਹ ਸਾਰੀਆਂ ਯੂਨੀਅਨ ਜਿਹੜੀ ਸਿਆਸਤ ਆ ਤੇ ਜਿਹੜੀ ਉਹਨਾਂ ਦੀ ਰਾਜਨੀਤਿਕ ਵੋਟਾਂ ਲਾਉਣੇ ਸਾਰੇ ਇਕੱਠੇ ਹੀ ਆ। ਇਹ ਦਿਓਲ ਸਾਹਿਬ ਜੇ ਰੱਬ ਨਾ ਕਰੇ ਰੁਕੀ ਹੁੰਦੀ ਪ੍ਰਧਾਨ ਮੰਤਰੀ ਦੀ ਉਸ ਕਾਨਵਾਈ ਤੇ ਉਹਨਾਂ ਦੀ ਗੱਡੀ ਤੇ ਕੋਈ ਪੱਥਰ ਸੁੱਟ ਦਿੰਦਾ ਜਾਂ ਕੁਝ ਹੋ ਜਾਂਦਾ, ਫਿਰ ਭਾਰਤ ਦੇ ਵਿੱਚ ਕੀ ਹੋਣਾ ਸੀ ਜੀ, ਬਾਕੀ ਜਗ੍ਹਾ ਜਿੱਥੇ ਸਿੱਖ ਬੈਠੇ ਸੀ? ਗਿੱਲ ਸਾਹਿਬ, ਇਹ ਉਹੀਓ ਕੁਝ ਹੁੰਦਾ ਜੋ ਇੰਦਰਾ ਵੇਲੇ ਅੱਜ ਜੋ ਮੋਦੀ ਦੇ ਨਾਲ ਅੱਜ ਸੰਘੀ ਬੈਠੇ ਆ, ਇਹ ਇੰਦਰਾ ਵੇਲੇ ਸੈਕੂਲਰ ਸੀਗੇ। ਇਹ ਸਿੱਖ ਉੱਥੇ ਹੀ ਬਚਦਾ ਜਿੱਥੇ ਸਿੱਖ ਹਥਿਆਰ ਬੰਦੇ ਆ ਜਾਂ ਉਹ ਆਪਣੇ ਆਪ ਨੂੰ ਉਹਨੂੰ ਪਤਾ ਆ ਵੀ ਭਾਈ ਆ ਮੇਰਾ ਦੁਸ਼ਮਣ ਆ। ਇਹ ਮੰਨ ਲਓ, ਚਲੋ ਮੈਂ ਕਹਿੰਦਾ ਨਾ ਵੀ ਮੰਨ ਲਓ ਮੋਦੀ ਉੱਦਾਂ ਹੀ ਕਿਤੇ ਉਹਨੂੰ ਜਾਨ ਜਹਾਨ ਤੋਂ ਬੰਦਾ ਚਲੇ ਜਾਂਦਾ, ਕੋਈ ਅਟੈਕ ਹੋ ਜਾਵੇ ਜਾਂ ਕੋਈ ਹੁੰਦਾ, ਫਿਰ ਉਹਨੇ ਤਾਂ ਵੀ ਤਾਂ ਇਲਜ਼ਾਮ ਇਹੀ ਲਾਉਣਾ ਸੀਗਾ। ਜਿਹੜੀ ਚੀਜ਼ ਅਸਲੀ ਆ ਉਹ ਚੀਜ਼ ਸਾਨੂੰ ਇਹ ਆ ਵੀ ਇਹ ਜਿਹੜੀ ਮੈਂ ਇਹ ਗੱਲ ਤਾਂ ਦੱਸੀ ਕਹਿਣੀ ਚਾਹੁੰਦਾ ਵੀ ਇਹ ਕਾਨੂੰਨ ਦੀ ਵਿਆਖਿਆ ਅੱਡੋ ਅੱਡ ਕਿਉਂ, ਜਿਹੜੇ ਤੁਹਾਡੇ ਸਾਹਮਣੇ ਆ ਕੇ ਕਾਨੂੰਨ ਦਾ ਬਹੁਤ ਸਮਝਾਉਂਦੇ ਹੁੰਦੇ ਵੀ ਕਾਨੂੰਨ ਨਹੀਂ ਹੱਥ 'ਚ ਲੈਣਾ, ਉਹਨਾਂ ਵਿੱਚ ਸਿੱਖਾਂ ਲਈ ਕਾਨੂੰਨ ਅਲੱਗ ਕਿਉਂ ਤੇ ਜਿਹੜੇ ਹੁਣ ਧਮਕੀਆਂ ਦਿੰਦੇ ਉਹਨਾਂ ਲਈ ਕਾਨੂੰਨ ਅਲੱਗ ਕਿਉਂ ਆ? ਕੀ ਗੱਲ, ਸਿੱਖਾਂ ਦੇ ਕੈਦੀ ਜੇਲ੍ਹਾਂ ਵੀ ਭੁੱਖ ਜਾਣ 20 ਸਾਲ ਕੱਟ ਕੇ, ਉਹਨਾਂ ਨੂੰ ਫੇਰ ਵੀ 10 ਸਾਲ 15 ਬਾਅਦ ਹਾਲੇ ਵੀ ਜ਼ਮਾਨਤਾਂ ਲੈ ਤੁਰੇ ਫਿਰਦੇ ਆ, ਉਹਨਾਂ ਲਈ ਕਾਨੂੰਨ ਕਿਉਂ ਵੱਖਰਾ? ਉੱਥੇ ਪ੍ਰਗਿਆ ਸਾਹਿਬ ਵੀ ਯਾਰ ਕੀ ਜਿੱਥੇ ਮਰਜੀ ਮੰਨ ਲਓ ਜੋ ਉਹ ਟ੍ਰੇਨ ਦੇ ਵਿੱਚ ਧਮਾਕੇ ਕੀਤੇ, ਉਹ ਜਦੋਂ ਮਰਜੀ 2-4 ਸਾਲ ਬਾਅਦ ਜ਼ਮਾਨਤਾਂ ਲੈ ਕੇ ਬਾਹਰ ਤੁਰੇ ਫਿਰਦੇ, ਇਲੈਕਸ਼ਨਾਂ ਵੀ ਲੜਦੇ ਆ। ਕਿਉਂਕਿ ਜਿੰਨਾ ਚਿਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਕਾਨੂੰਨ ਦੀ ਪ੍ਰੈਕਟਿਸ ਵੀ ਅਲੱਗ-ਅਲੱਗ ਆ, ਉਹ ਢਾਂਚੇ ਦੇ ਵਿੱਚ ਸਟੇਟ ਦੇ ਨਾਲ ਹੀ ਸਾਰੇ ਖੜਦੇ, ਉਨਾ ਚਿਰ ਸਾਨੂੰ ਸਮੱਸਿਆਵਾਂ ਦੇ ਹੱਲ ਨਹੀਂ ਪਤਾ ਲੱਗਣੇ। ਕਿਉਂਕਿ ਜਦੋਂ ਵੀ ਅਸੀਂ ਅੱਗੇ ਉਹਨਾਂ ਨੂੰ ਟਾਰਗੇਟ ਕਰ ਦੇਗੇ ਨਾ ਕਿਸਾਨ ਲੀਡਰਾਂ ਨੂੰ ਜਾਂ ਕਿੰਨਾ ਵੀ ਲੋਕ ਸਾਨੂੰ ਵੀ ਨਿਸ਼ਾਨਾ ਬਣਾਉਂਦੇ ਹੈਗੇ, ਪਰ ਅਸੀਂ ਮੈਂ ਵਾਲੀ ਪਰਵਾਹ ਨਹੀਂ ਕਰਦਾ। ਮੈਂ ਕਹਿੰਦਾ ਨਫ਼ਰਤ ਕਰਨੀ ਕਿਸੇ ਨੂੰ ਰੱਜ ਕੇ ਕਰੋ, ਖੁੱਲ੍ਹ ਕੇ ਕਰੋ, ਪਰ ਘੱਟੋ ਘੱਟ ਆਪਣੀ ਸਟੈਂਡ ਤੇ ਰੱਖ ਕੇ ਕਰੋ ਨਾ। ਵੀ ਤੁਸੀਂ ਇਹ ਲੋਕਾਂ ਨੂੰ ਜਦੋਂ ਤੁਹਾਡੇ ਸੂਤ ਆਉਂਦਾ ਉਦੋਂ ਤੁਸੀਂ ਚੁੱਪ ਕਰਕੇ ਬਹਿ ਜਾਂਦੇ ਆ, ਜਦੋਂ ਤੁਹਾਡਾ ਸੂਤ ਆਉਂਦਾ ਤੁਸੀਂ ਦੂਜੇ ਨੂੰ ਮਤਲਬ ਸਰਟੀਫਿਕੇਟ ਬਣ ਦਿੰਦੇ ਆ। ਹੁਣ ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੁਣ ਕੱਲ ਪਰਸੋਂ ਫੇਰ ਬੰਦਾ ਫੜਿਆ ਗਿਆ ਉੱਥੇ ਜਨਾਲੇ ਦੇ ਲਾਗੇ, ਹੁਣ ਉਹ ਜਿਹੜੇ ਪੱਤਰਕਾਰ ਰੌਲਾ ਪਾਉਂਦੇ ਉਹਨੂੰ ਫੜ ਲੈਣ, ਪਤਾ ਕਰ ਲੈਣ, ਹੁਣ ਉਹ ਕਿਹੜਾ ਸੋਧਾ ਲਾਤਾ ਕਿਸੇ ਨੇ ਉੱਥੇ ਹੀ ਆ, ਹੁਣ ਪਤਾ ਕਰ ਲੈਣ ਕਿ ਉਹਦੇ ਮਗਰ ਕੌਣ ਆ ਜਾਂ ਪਹਿਲੇ ਫੜੇ ਹੋ ਨਾ। ਮੇਰੇ ਕਹਿਣ ਦਾ ਮਤਲਬ ਇਹ ਜਿਹੜੀ ਦੋਗਲੀ ਆ ਉਹ ਹਲੇ ਉਹ ਮੋਦੀ ਸਰਕਾਰ ਨਾਲ ਮੈਨੂੰ ਕੋਈ ਨਹੀਂ, ਕਿਉਂਕਿ ਸਾਨੂੰ ਦੀਦੇ ਆ ਸਾਰਾ ਕੁਝ, ਉਹਨਾਂ ਦਾ ਦੇਸ਼ ਆ, ਉਹਨਾਂ ਨੇ ਆਪਣੇ ਕਾਨੂੰਨ ਆਪਣੇ ਲੋਕਾਂ ਲਈ ਬਣਾਏ ਆ, ਪਰ ਜਿਹੜੇ ਉਹ ਸਾਨੂੰ ਆ ਕੇ ਮੰਨ ਲਓ ਲੋਕਾਂ ਨੂੰ ਬਾਕੀਆਂ ਨੂੰ ਅਕਲਾਂ ਦਿੰਦੇ ਆ, ਇਨਕਲੂਡਿੰਗ ਹੁਣ ਕੇਜਰੀਵਾਲ ਆ, ਕੇਜਰੀਵਾਲ ਹੁਣੀ ਕਿਉਂ ਨਹੀਂ ਹੁਣ ਉਹ ਉੱਥੇ ਸਾਰਾ ਕੁਝ ਉਹਨਾਂ ਦੇ ਨਾਲ ਖੜੇ। ਭਗਵੰਤ ਮਾਨ ਨੇ ਕੀ ਬਿਆਨ ਦਿੱਤਾ ਸਾਰਿਆਂ ਨੂੰ ਪਤਾ ਹੀ ਆ, ਰਾਘਵ ਚੱਡਾ ਜਾਂ ਹੋਰ ਹੈ। ਮੇਰਾ ਕਹਿਣ ਤੋਂ ਭਾਵ ਹੈ ਜੇ ਤੁਸੀਂ ਵਾਕਈ ਹਮਦਰਦੀ ਰੱਖਦੇ ਜਾਂ ਤੁਸੀਂ ਵਾਕਈ ਮਨੁੱਖਤਾਵਾਦੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਹੁੰਦੇ ਬਹੁਤੇ, ਫਿਰ ਸੱਚੀ ਗੱਲ ਕਰੋ ਨਾ ਵੀ ਦੋਨੇ ਪਾਸੇ ਦੇ ਪੱਖ ਰੱਖੋ। ਤੇ ਇਸ ਪੱਖ ਦੀ ਕੋਈ ਗੱਲ ਨਹੀਂ ਕਰ ਰਿਹਾ ਵੀ ਜਿਹੜਾ ਸਿੱਖਾਂ ਦੇ ਖਿਲਾਫ ਨਫ਼ਰਤ, ਇਹ ਤੇ ਕੋਈ ਟਾਕ ਸ਼ੋ ਨਹੀਂ ਹੁੰਦਾ। ਉਹ ਮੰਨ ਲਓ ਇੱਥੇ ਆ ਜਾਵੇ ਕੋਈ ਮਰ ਜਾ ਫੜ ਲਿਆ ਤਾਂ ਇੱਥੇ ਟੈਰਰਿਸਟ ਬਣ ਕੇ ਫਿਰ ਲੋਕਾਂ ਨੂੰ ਕੁਕੜਾਂਗ ਲੜਾਉਣੇ ਆ ਜੀ, ਦੇਖੋ ਸਿੱਖਾਂ ਨੇ ਤਾਂ ਬੰਦਾ ਝਟਕਾਤਾ ਫਲਾਨਾ ਕਰਤਾ। ਤੇ ਮੇਰੇ ਖਿਆਲ ਨਾਲ ਐਨੀਵੇ ਮੈਂ ਵੱਧ ਬੋਲ ਰਿਹਾ। ਥੈਂਕ ਯੂ ਜੀ, ਕੋਈ ਨਾ ਜੀ, ਕੋਈ ਨਾ। ਸੈਮ ਜੀ, ਲਾਈਨ ਨੰਬਰ 2। ਠੀਕ ਦਿਲ ਸਾਹਿਬ, ਦਿਓਲ ਸਾਹਿਬ ਦੀਆਂ ਗੱਲਾਂ ਤਾਂ ਬਹੁਤ ਸੱਚੀਆਂ ਆ, ਦਿਲ ਦੀ ਭਾਵਨਾਵਾਂ ਆ, ਜ਼ਿਆਦਾ ਦਰਦ ਆ ਉਹ ਹੀ ਆ ਇਹ। ਪਰ ਜਦੋਂ ਅਸੀਂ ਗੱਲ ਤੁਸੀਂ ਕਾਨੂੰਨ ਨੂੰ ਮਾੜਾ ਫੇ ਬਣਾ ਕੇ ਕਿਵੇਂ ਜਸਟੀਫਾਈ ਕਰੋਗੇ? ਜੇ ਕੋਈ ਮਾੜਾ ਬੰਦਾ ਕਾਨੂੰਨ ਨੂੰ ਤੋੜੂਗਾ, ਤਕੜਾ ਇਹਦਾ ਹੋਰ ਆਟੋਮੈਟਿਕ ਜਸਟੀਫਾਈ ਹੋ ਜਾਣਾ। ਇਸ ਟਾਈਮ ਮਾੜੀ ਕਮਿਊਨਿਟੀ ਕਿਹੜੀ ਹੈ ਸਿੱਖ ਇੰਡੀਆ ਦੇ ਵਿੱਚ? ਇਹਨਾਂ ਦਾ ਤਾਂ ਗਰੁੱਪ ਹੀ ਬੜਾ ਛੋਟਾ। ਅਗਰ ਛੋਟਾ ਗਰੁੱਪ ਕਾਨੂੰਨ ਤੋੜਦਾ ਫਿਰ ਵੱਡੇ ਨੂੰ ਪਰਮਿਸ਼ਨ ਮਿਲ ਜਾਣੀ ਆ ਤੋੜਨ ਦੀ। ਸਾਨੂੰ ਤਾਂ ਇਹ ਚਾਹੀਦਾ ਵੀ ਇੱਕੋ ਰੱਸੇ ਨਾਲ ਬੰਨੇ ਚਾਹੀਦੇ, ਇਹ 'ਚ ਕੋਈ ਸ਼ੱਕ ਨਹੀਂ। ਉੱਥੇ ਦੋ ਧਾਰੀ ਤਲਵਾਰ ਆ, ਕਿਸੇ ਦੀ ਕੋਈ ਕਾਨੂੰਨ, ਕਿਸੇ ਲਈ ਕੋਈ ਕਾਨੂੰਨ ਆ। ਉਹਨੂੰ ਇੱਕ ਰਸਤੇ ਬੰਨਣ ਦੀ ਗੱਲ ਕਰਨੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਜੇ ਛੋਟਾ ਗਰੁੱਪ ਕਰੂਗਾ ਉਹ ਗੱਲ ਨੂੰ, ਤੇ ਵੱਡੇ ਗਰੁੱਪ ਨੂੰ ਡੈਮੇਜ ਕਰੂਗਾ, ਸਮਾਂ ਉਹਨੂੰ ਉਸ ਰਸਤੇ ਬੰਨੂਗਾ, ਤੇ ਉਹ 'ਚ ਹਿੰਮਤ ਨਾ ਹੋਊਗੀ ਕਿਸੇ ਬਾੜੇ ਬੰਦੇ ਨੂੰ ਹੱਥ ਲਾਉਣ ਦੀ। ਸੋ ਇੱਕ ਸੈਮ ਜੀ, ਇਹਦੇ ਵਿੱਚ ਸਰਕਾਰ ਨੂੰ ਬਹੁਤ ਖਿਆਲ ਰੱਖਣ ਦੀ ਨਹੀਂ ਸੀ ਲੋੜ ਬਈ ਕੋਈ ਵੀ ਇਹੋ ਜਿਹਾ ਚਾਂਸ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਕਾਨਵਾਈ ਨੂੰ ਰੁਕਣ ਦਾ ਦਿੱਤਾ ਨਾ ਜਾਂਦਾ, ਵੀ ਉਹਦਾ ਖਿਆਲ ਰੱਖਿਆ ਜਾਂਦਾ। ਇਹ ਚੰਨੀ ਦੀ ਡਿਊਟੀ ਨਹੀਂ ਸੀ ਵੀ ਮੇਰੇ ਸੂਬੇ 'ਚ ਪ੍ਰਧਾਨ ਮੰਤਰੀ ਆਇਆ, ਇਹ ਉਹਦੀ CM ਦੀ ਡਿਊਟੀ ਨਹੀਂ ਸੀ ਇਹ ਵੀ ਉਹ ਸੁਰੱਖਿਅਤ ਜਾਂਦਾ। ਬਿਲਕੁਲ 100%। ਦੇਖੋ ਆਪਾਂ ਬਾਇਸ ਹੋ ਗਏ ਉਹ ਗੱਲ ਕਰ ਰਹੀਏ, ਜਿਹੜਾ ਬੰਦਾ ਪੰਜਾਬ 'ਚ ਆ ਗਿਆ ਇਹਦੀ ਜ਼ਿੰਮੇਵਾਰੀ ਚੰਨੀ ਦੀ ਹੈ, ਸਿੱਧੀ ਗੱਲ।
ਜੋ ਹੋਇਆ ਉੱਥੇ ਹੋ ਸਕਦਾ ਉਹ ਬੀਜੇਪੀ ਦੇ ਹੀ ਵਰਕਰ ਹੋਣ, ਖਰੀਆਂ ਪੱਗਾਂ ਬੰਨ੍ਹ ਕੇ ਆ ਗਿਆ ਹੋਣ, ਆਪਾਂ ਨੂੰ ਨਹੀਂ ਪਤਾ। ਹੋ ਸਕਦਾ ਉਹ ਕਾਂਗਰਸ ਪਾਰਟੀ ਨੇ ਭੇਜੇ ਹੋਣ ਵੀ ਇਹਨਾਂ ਦੀ ਰੈਲੀ ਨੂੰ ਰੋਕੋ ਕਿਸੇ ਹਿਸਾਬ ਨਾਲ, ਹੋ ਸਕਦਾ ਆਮ ਆਦਮੀ ਪਾਰਟੀ ਦੇ ਹੋਣ, ਪਰ ਜ਼ਿੰਮੇਵਾਰੀ ਚੰਨੀ ਦੀ ਆ। ਉਹ ਜੋ ਮਰਜ਼ੀ ਕਹਿਣ, ਉੱਥੇ ਗਲਤੀ ਕੁਤਾਹੀ ਹੋਈ ਆ। ਵੈਸੇ ਮੈਂ ਗੈਸ ਦੀ ਪ੍ਰਾਈਸ ਦੇ ਬਾਰੇ ਇੱਕ ਗੱਲ ਜ਼ਰੂਰ ਕਰਨੀ ਚਾਹੀਦਾ। ਇਸ਼ੂ ਇਸ ਟਾਈਮ ਇਹ ਹੋ ਗਿਆ ਵੀ ਅਸੀਂ ਗਵਰਨਮੈਂਟਾਂ ਨੂੰ ਓਪਨ ਹੱਥ ਦਿੰਦੇ ਆ, ਇਹ ਲੈ ਕੇ ਆਉਂਦੇ ਆ ਵੱਡੇ ਵੱਡੇ ਸਾਇੰਸਦਾਨ, ਉਹ ਜੀ ਗਲੋਬਲ ਵਾਰਮਿੰਗ ਹੋ ਗਈ, ਉਹ ਜੀ ਗਲੋਬਲ ਵਾਰਮਿੰਗ ਹੋ ਗਈ। ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਗਿਲ ਸਾਹਿਬ ਵੀ ਇੱਥੇ ਇੱਕ ਓਜ਼ੋਨ ਪਰਤ ਟੁੱਟੀ ਸੀ, ਦੁਨੀਆ ਦਾ ਸਭ ਤੋਂ ਵੱਡਾ ਸਮਝੌਤਾ ਹੋਇਆ, ਔਰ ਉਹ ਜਿਹੜੀ ਓਜ਼ੋਨ ਪਰਤ ਆ ਮੁੜ ਕੇ ਬੈਕ ਨਾਰਮਲ ਆ ਗਈ ਆ। ਇੱਥੇ ਹੁਣ ਐਡਾ ਕੁਛ ਹੋ ਗਿਆ, ਮਰ ਗਿਆ ਲੁੱਟ ਲੈ, ਮਰ ਗਿਆ ਲੁੱਟ ਲੈ, ਕੋਈ ਸਮਝੌਤਾ ਨਹੀਂ ਹੋ ਰਿਹਾ। ਕਿਤੇ ਗੈਸ ਵੀ ਬੰਦ ਕੀਤੀ, ਗੈਸ ਸਮਾਂ ਵੱਧ ਕੱਢਣ ਲੱਗ ਪਿਆ, ਪਰ ਕਹਿ ਇਹ ਰਿਹਾ ਵੀ ਹਾਏ ਮਰ ਗਿਆ, ਹਾਏ ਲੁੱਟ ਲੈ। ਇਹਦਾ ਇਸ਼ੂ ਅੱਛਾ, ਇਹਦਾ ਸਿੱਕਾ ਕੀ ਕੱਢਦੇ ਬਾਅਦ ਚ, ਇਹਦਾ ਵੀ ਕਾਰਬਨ ਟੈਕਸ ਲਾ ਦਿਓ। ਸਿਰਫ ਟੈਕਸ ਕਰਕੇ ਏਡੇ ਵੱਡੇ ਸਾਨੂੰ ਦਿਖਾਲੀ ਜਾਂਦੇ ਆ। ਇੱਕ ਗੈਸ ਲੀਟਰ ਦੇ ਮਗਰ 30-35 ਸੈਂਟ ਮੈਨੂੰ ਲੱਗਦਾ ਕਾਰਬਨ ਟੈਕਸ ਹੀ ਐਡ ਹੋਇਆ ਆ ਜੀ। ਸੋ ਇਹ ਇੱਕ ਗਵਰਨਮੈਂਟਾਂ ਨੇ ਬੜਾ ਵਧੀਆ ਲੋਕਾਂ ਨੂੰ ਡਰਾ ਕੇ ਨਾ ਆ ਟੈਕਸ ਲਾਉਣ ਦਾ ਇੱਕ ਜਰੀਆ ਬਣਾਇਆ ਹੈ। ਮੈਂ ਇਹ ਕਹੂੰਗਾ। ਧੰਨਵਾਦ ਜੀ। ਸੁਖੀ ਜੀ, ਸੁਖਵੀਰ ਸਿੰਘ ਪੂਨੀਆ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਪੂਨੀਆ ਸਾਹਿਬ। ਹਾਂਜੀ ਗਿਲ ਸਾਹਿਬ, ਗੱਲ ਤੁਹਾਡੀ ਠੀਕ ਆ ਕਿ ਜਿਹੜੀ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਸੀਗੀ, ਫੇਲੀਅਰ ਹੋਏ ਹੈਗੇ ਆ। ਉਹਦੇ ਵਿੱਚ ਜਿਹੜੀਆਂ ਭਾਰਤੀ ਏਜੰਸੀਆਂ ਹੈਗੀਆਂ ਉਹ ਵੀ ਫੇਲੀਅਰ ਹੋ ਗਈਆਂ। ਪਹਿਲੀ ਗੱਲ ਤਾਂ ਕਹਿ ਲਓ ਕਿ ਉਹ ਰੂਟ ਜਿਹੜਾ ਉਹ ਲੀਕ ਹੋਇਆ ਹੈਗਾ, ਠੀਕ ਹੈ ਨਾ। ਜੇ ਲੋਕੀ ਬਹਿ ਗਏ, ਜੇ ਮੰਨ ਲਓ ਲੋਕੀ ਬੈਠ ਵੀ ਗਏ, ਕਿੰਨੇ ਸੀਗੇ 50 ਜਾਂ 60 ਬੰਦੇ, ਉਹਨਾਂ ਨੂੰ ਉਠਾਇਆ ਜਾ ਸਕਦਾ ਹੈ ਨਾ, ਕੋਈ ਐਡੀ ਵੱਡੀ ਗੱਲ ਨਹੀਂ ਸੀ। ਪਰ ਦੂਜੇ ਪਾਸੇ ਇਹ ਦੇਖੋ ਕਿ ਐਡਾ ਇਸ਼ੂ ਬਣਾ ਦਿੱਤਾ। ਕੱਲ ਵੀ ਤੁਹਾਡੇ ਟਾਕ ਸ਼ੋ ਚੱਲਦਾ ਸੀ ਰੇਡੀਓ ਦੇ ਉੱਤੇ ਕਿ ਜੀ ਉਹ ਸਿਕਿਉਰਿਟੀ ਉਹਨਾਂ ਦੀ ਬ੍ਰੀਚ ਹੋ ਗਈ ਹੈਗੀ ਹੈ ਨਾ। ਅੱਛਾ, ਜਿਹੜੀ ਸਿਕਿਉਰਿਟੀ ਬ੍ਰੀਚ ਹੋਈ ਹੈਗੀ ਆ, ਤੁਸੀਂ ਦੇਖਿਓ ਕਿ ਜਿਹੜੇ ਬੰਦੇ ਨਾਅਰੇ ਮਾਰਦੇ ਆ, ਜਿਹੜੇ ਕਹਿੰਦੇ ਆ ਮੋਦੀ ਜਿੰਦਾਬਾਦ, ਮੋਦੀ ਜਿੰਦਾਬਾਦ, ਜਿਹੜੀ ਉਹਨਾਂ ਦੀ ਸਿਕਿਉਰਿਟੀ ਨਾਲ 50-60 ਅਫਸਰ ਜਿਹੜੇ ਟਾਈਆਂ ਲਾ ਕੇ ਖੜੇ ਆ, ਉਹ ਬੰਦੇ ਇੰਨੇ ਲਾਗੇ ਕਿੱਦਾਂ ਚੱਲ ਗਏ? ਉਹਨਾਂ ਦੇ ਵਿੱਚੋਂ ਮੰਨ ਲਓ ਕੋਈ ਵੀ ਮੋਦੀ ਜਿੰਦਾਬਾਦ ਨਾਰਾ ਲਾ ਕੇ ਕੋਈ ਬੰਦਾ ਗਲਤ ਉਹਨਾਂ ਤੇ ਕੋਈ ਅਟੈਕ ਕਰ ਦਿੰਦਾ, ਮੁੜ ਕੇ ਫਿਰ ਉਹਨਾਂ ਸਿੱਖਾਂ ਨੂੰ ਬਲੇਮ ਕਰ ਦੇਣਾ। ਫਿਰ ਮੈਂ ਕੱਲ ਗੱਲ ਤਾਂ ਇਹ ਕਰਨੀ ਚਾਹੁੰਦਾ ਸੀ, ਪਰ ਉਹ ਮੇਰੀ ਉਦੋਂ ਗੱਲ ਕਾਲ ਨਹੀਂ ਕੱਢ ਦਿੱਤੀ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਹੁਣ ਲੋਕਾਂ ਨੂੰ ਉੱਥੇ ਥ੍ਰੈਟਿੰਗ ਕੀਤਾ ਜਾ ਰਿਹਾ, ਇੱਕ ਕਮਿਊਨਿਟੀ ਨੂੰ ਥ੍ਰੈਟ ਕੀਤਾ ਜਾ ਰਿਹਾ ਕਿ 84 ਚੇਤੇ ਰੱਖਣਾ ਚਾਹੀਦਾ ਹੈ ਕਿ 84 ਬਹੁਤ ਵਧੀਆ ਕੰਮ ਕੀਤਾ ਸੀ, ਇਹ ਨਹੀਂ ਕਿ ਉਹ ਲੋਕਾਂ ਦੇ ਨਾਲ ਹਾਲੇ ਤੱਕ ਉਹਦਾ ਇਨਸਾਫ ਨਹੀਂ ਮਿਲਿਆ ਹੈਗਾ। ਪਰ ਗੱਲ ਇਹ ਸਹੀ ਹੈਗੀ ਕਿ ਉੱਥੇ ਕਾਨੂੰਨ ਜਿਹੜੇ ਹੈਗੇ ਆ ਉਹ ਘੱਟ ਗਿਣਤੀਆਂ ਲਈ ਹੋਰ ਹੈਗੇ ਆ, ਵੱਧ ਗਿਣਤੀਆਂ ਲਈ ਹੋਰ ਹੈਗੇ ਆ। ਫਿਰ ਕਹਿੰਦੇ ਜੀ ਚੇਤਾ ਭੁੱਲ ਜਾਓ, ਉਹ ਕੰਟਰੀ ਤੁਹਾਡਾ ਹੈਗਾ, ਜਦੋਂ ਲੋੜ ਹੁੰਦੀ ਹੈ ਫਿਰ ਉਹ ਕੰਟਰੀ ਸਾਡਾ ਹੋ ਜਾਂਦਾ ਹੈਗਾ। ਪਰ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਹੈਗੀਆਂ ਫਿਰ ਕੋਈ ਵੀ ਨਹੀਂ ਬੋਲਦਾ ਹੈਗਾ, ਨਾ ਕੋਈ ਮੰਤਰੀ ਨਾ ਸੰਤਰੀ। ਫਿਰ ਉਹ ਜਿਹੜੇ ਹੁਣ ਬੰਦੇ ਸੋਸ਼ਲ ਮੀਡੀਆ ਦੇ ਆ ਕੇ ਕਹਿ ਰਹੇ ਆ ਕਿ ਚੇਤਾ ਰੱਖਣਾ ਚਾਹੀਦਾ, ਏਦਾਂ ਹੋ ਜਾਊਗਾ, ਕੀ ਗੱਲ ਉਹਨਾਂ ਨੂੰ ਚੁੱਕਿਆ ਨਹੀਂ ਜਾ ਸਕਦਾ? ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਹੈਗੀ, ਨਫ਼ਰਤ ਫੈਲਾ ਰਹੇ ਹੈਗੇ ਆ। ਥੈਂਕ ਯੂ ਜੀ। ਬਿਲਕੁਲ, ਇੱਕ ਮਹਾਰਾਸ਼ਟਰ ਦੇ ਬੰਦੇ ਨੇ ਕਿਹਾ ਸੀ, ਉਹਨੇ ਚੰਨੀ ਨੂੰ ਕਿਹਾ ਵੀ ਉਹਨੂੰ ਲਮਕਾ ਦਿਓ ਜਦ ਤੱਕ ਉਹ ਮਰਦਾ ਨਹੀਂ। ਇਹ ਤਾਂ ਗੱਲ ਹੋਈ ਹੈ ਟਵਿੱਟਰ 'ਤੇ। ਪਰ ਜੇ ਜਦ ਪਤਾ ਹੋਵੇ ਕਿ ਅਸੀਂ ਖਰਬੂਜੇ ਦੀ ਨਿਆਈ ਹੈ, ਸਾਡੇ 'ਤੇ ਕਿਰਪਾਨ ਡਿੱਗ ਜੇ ਜਾਂ ਅਸੀਂ ਕਿਰਪਾਨ 'ਤੇ ਡਿੱਗ ਜੇ, ਵੱਢੇ ਜਾਣਾ, ਫਿਰ ਐਕਸਟਰਾ ਦੇਖੋ ਰਾਜਨੀਤੀ ਕਾਂਗਰਸ ਵੀ ਠੋਕ ਕੇ ਕਰ ਰਹੀ ਹੈ, ਇਹਦੇ ਵਿੱਚ ਪੂਰੀ ਕਰ ਰਹੀ ਹੈ। ਉਹ ਕਿਹੜਾ ਘੱਟ ਕਰ ਰਹੇ ਨੇ? ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਮੈਨੂੰ ਨਾਗਵਾਲ ਪਾਉਣਾ ਆਉਂਦਾ, ਮੈਨੂੰ ਮੰਜੇ ਬੁਣਨੇ ਆਉਂਦੇ ਨੇ, ਉਹਨੂੰ ਸਿਕਿਉਰਿਟੀ ਦਾ ਨਹੀਂ ਪਤਾ ਵੀ ਪ੍ਰਧਾਨ ਮੰਤਰੀ ਉਤਰ ਰਿਹਾ ਤੇਰੇ ਸੂਬੇ 'ਚ, ਤੈਨੂੰ ਪਤਾ ਕੋਈ ਗੜਬੜ ਹੋ ਸਕਦੀ ਹੈ। ਕਿਸਾਨ ਤੇਰੇ ਥ੍ਰੈਟ ਕਰ ਰਹੇ ਨੇ ਵੀ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਤੇ ਫਿਰ ਐਕਸਟਰਾ ਉਹਦੇ ਲਈ ਕਿਹਨੇ ਉਹਦਾ ਰੱਖਣਾ ਸੀ ਖਿਆਲ? ਕਿਉਂ ਨਾਲ ਜਿਹੜਾ ਉਤਰ ਕੇ ਮੈਂ ਤਾਂ ਇਹ ਵੇਖਿਆ, ਜਦ ਠੀਕ ਹੈ ਵੀ ਭਾਜਪਾ ਦੀ ਤੇ ਅਕਾਲੀ ਇਕੱਠੇ ਸੀ ਤੇ ਮੋਦੀ ਹੋਣੀ ਉਤਰਨ ਤੇ ਨਾਲ ਸੂਬੇ ਦਾ ਮੁੱਖ ਮੰਤਰੀ ਨਾਲ ਟਰੈਵਲ ਕਰਦਾ ਸੀ ਬਾਦਲ ਹੋਣੀ। ਪਰ ਇਹ ਤੇ ਕਿਤੇ ਜਿੱਥੇ ਵੀ ਕੁਤਾਹੀ ਹੋਈ ਹੈ, ਪਰ ਉਹ ਕੁਤਾਹੀ ਜਿਹੜੀ ਹੈ ਉਹ ਪੰਜਾਬ ਲਈ ਚੰਗੀ ਨਹੀਂ ਹੈ। ਜਿਹੜਾ ਉਹ ਕਹਿੰਦੇ ਨੇ ਵੀ ਬਾਹਰ ਵਸਦਿਆਂ ਦਾ ਖਿਆਲ ਰੱਖੋ, ਹੁਣ ਜਿਹੜੇ ਉਹ ਆਪਣੇ ਲੀਡਰ ਨੂੰ ਪਿਆਰ ਕਰਦੇ ਆ, ਉਹ ਲੀਡਰ ਦੇ ਲਈ ਉਹ ਹੁਣ ਕਿਸੇ ਨੂੰ ਕੰਟਰੋਲ ਤੁਸੀਂ ਕਿਵੇਂ ਕਰ ਸਕਦੇ? ਇੰਦਰਾ ਗਾਂਧੀ ਵੇਲੇ ਕੀ ਹੋਇਆ ਸੀ? ਉਹ ਤਾਂ ਹਲੇ ਤੱਕ ਕਹਿੰਦੇ ਨੇ ਕਿ ਸਾਡਾ ਤਾਂ ਮਤਲਬ ਨਹੀਂ, ਪਤਾ ਨਹੀਂ ਮੌਬ ਕਿੱਥੋਂ ਆ ਗਈ, ਮੌਬ ਇਹ ਮਾਰਦੀ ਹੁੰਦੀ ਹੈ। ਹਾਲਾਂਕਿ ਅਰਜਨ ਦਾਸ ਤੇ ਲਲਿਤ ਮਾਕਨ ਤੇ ਜੇ ਉਹ ਉਹਨਾਂ ਨੇ ਓਪਨਲੀ ਕਿਹਾ, ਤੇ ਰਾਜੀਵ ਗਾਂਧੀ ਕਹਿ ਕੇ ਗਿਆ ਏਮਸ ਦੇ ਵਿੱਚ ਵੀ ਇੱਥੇ ਖੜੇ ਕੀ ਕਰਦੇ ਹੋ ਤੁਸੀਂ ਹੁਣ? ਪਰ ਫਿਰ ਇੱਕ ਵਾਰ ਨੁਕਸਾਨ ਕਰਾ ਕੇ ਉਹਦੇ ਵਿੱਚ ਮਿਲੂ ਕੀ ਕੌਮ ਨੂੰ? ਸੋ ਉਹਦਾ ਖਿਆਲ ਰੱਖਣਾ, ਖੈਰ ਤੁਸੀਂ ਮੈਂ ਤਾਂ ਉੱਥੇ ਹੈ ਨਹੀਂ ਸੀ, ਰੱਖਣਾ ਤਾਂ ਜਿਹੜਾ ਸਰਕਾਰਾਂ ਨੇ ਸੀ, ਪਰ ਸਰਕਾਰਾਂ ਵੀ ਰਾਜਨੀਤੀ ਕਰ ਗਈਆਂ ਪੂਰੀ।
ਗੱਲ ਇਹ ਮੈਂ ਨਾਲ ਕਰਨੀ ਚਾਹੁੰਦਾ। ਸਰ ਰਣਜੀਤ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਹਿਲੀ ਗੱਲ ਹੈ ਜਿਹੜੀ ਮੋਦੀ ਦੀ ਫੇਰੀ ਸੀਗੀ, ਇਹ ਕਨਫਿਊਜ਼ਨ ਸੀਗੀ। ਉਹ ਇੱਕ ਅੰਡਰ ਦਾ ਗਾਰਬ ਆਫ ਲੇਡ ਔਨ ਸਟੋਨ ਉਹ ਬੀਜੇਪੀ ਨੂੰ ਪ੍ਰਮੋਟ ਕਰਨ ਆ ਰਹੇ ਸੀ। ਉਹਨੂੰ ਐਜ ਏ ਪ੍ਰਾਈਮ ਮਿਨਿਸਟਰ ਜੇ ਆਉਂਦਾ ਤਾਂ ਫਿਰ ਚੰਨੀ ਦਾ ਬਿਲਕੁਲ ਫਰਜ਼ ਬਣਦਾ ਸੀ ਕਿ ਉਹ ਐਜ ਏ ਪ੍ਰਾਈਮ ਮਿਨਿਸਟਰ ਆਉਂਦਾ ਵੀ ਐਸ ਆਫੀਸ਼ੀਅਲ ਡਿਕਲੇਅਰ ਕਰਕੇ ਆਵੇ ਤਾਂ ਬਿਲਕੁਲ ਚੀਫ ਮਿਨਿਸਟਰ ਨਾਲ ਹੋਣਾ ਚਾਹੀਦਾ। ਜਦੋਂ ਉਹ ਇੱਕ ਪਾਰਟੀ ਨੂੰ ਪ੍ਰਮੋਟ ਕਰਨ ਆ ਰਿਹਾ, ਕਿਉਂਕਿ ਉੱਥੇ ਬੀਜੇਪੀ ਦੀ ਰੈਲੀ ਰੱਖੀ ਗਈ ਸੀ ਨਾ ਕਿ, ਸੋ ਇਹ ਕਨਫਿਊਜ਼ਨ ਸੀਗਾ ਉਹਨਾਂ ਨੂੰ। ਪਹਿਲੀ ਗੱਲ ਤੇ ਇਹ ਉਹਨਾਂ ਜੇ ਮੋਦੀ ਨੇ ਬੀਜੇਪੀ ਦੇ ਹੁਣ ਪਹਿਲੀ ਗੱਲ ਆਫੀਸ਼ੀਅਲ ਆ ਨਹੀਂ ਸਕਦਾ। ਜੇ ਉਹਨੇ ਬੀਜੇਪੀ ਦੀ ਰੈਲੀ ਨੂੰ ਕਰਨਾ ਹੈ, ਉਹ ਐਜ ਏ ਪ੍ਰਾਈਮ ਮਿਨਿਸਟਰ ਨਹੀਂ ਆ ਸਕਦਾ। ਉਹਨੂੰ ਆਪਣੇ ਖਰਚੇ ਤੇ ਆਉਣਾ ਪੈਣਾ, ਆਪਣਾ ਸਾਰਾ ਕੁਝ ਇੰਤਜ਼ਾਮ ਕਰਨਾ। ਉੱਥੇ ਰੱਖਣਾ ਸਟੋਨ ਸੀ ਨਾ, ਉਹਨੂੰ ਬੀਜੇਪੀ ਦਾ ਰੈਲੀ ਦਾ ਦੇ ਦਿੱਤਾ। ਦੂਜੀ ਗੱਲ ਜਿਹੜੀ ਮਿਸ ਇਨਫੋਰਮੇਸ਼ਨ ਦਿੱਤੀ, ਉਹ ਉੱਥੋਂ ਦੇ ਜ਼ਿੰਮੇਵਾਰ ਨੇ ਕੈਪਟਨ ਵਰਗੇ, ਜਿਨ੍ਹਾਂ ਕਹਾ ਵੀ ਤੂੰ ਆ ਜਾ ਇੱਥੇ ਤੇ ਦੁਨੀਆ, ਕਿਉਂਕਿ ਉਹਨਾਂ ਨੂੰ ਕਈ ਦਿਨਾਂ ਤੋਂ ਲੱਗ ਰਿਹਾ ਸੀ ਲਗਾਤਾਰ ਲੋਕ ਬੜੇ ਬੰਦੇ ਜਿਹੜੇ ਸੀ ਉਹ ਬੀਜੇਪੀ ਦੇ ਵਿੱਚ ਛਾਲਾਂ ਮਾਰ ਰਹੇ ਸੀ। ਪਰ ਲੋਕਾਂ ਨੇ, ਜਿਨ੍ਹਾਂ ਨੇ ਸੜਕਾਂ ਤੇ ਬੈਠ ਕੇ 1 ਸਾਲ ਤੋਂ ਵੱਧ ਦੁੱਖ ਹੰਢਾਇਆ ਸੀ, ਉਹ ਭੁੱਲਣ ਨਹੀਂ ਲੱਗੇ। ਉਹਨਾਂ ਨੇ 750 ਕਿਸਾਨਾਂ ਨੂੰ ਸਾਹਮਣੇ ਮਰਦਿਆਂ ਦੇਖਿਆ, ਗੱਡੀਆਂ ਥੱਲੇ ਲਿਤੜਦਿਆਂ ਦੇਖਿਆ, ਸਿਰ ਪਾਟੇ ਦੇਖੇ ਨੇ। ਉਹਨਾਂ ਨੇ ਪਾਣੀ ਦੀਆਂ ਵਿਛਾੜਾਂ ਸਹੀਆਂ ਨੇ। ਇਹ ਪੰਜਾਬ ਦੇ ਲੋਕ ਨੇ, ਅਣਖੀ ਲੋਕ ਨੇ, ਇਹ ਨਹੀਂ ਭੁੱਲਦੇ। ਹਾਂ, ਹੈਗਾ ਕੋਈ ਬੇਗੈਰਤ ਲੀਡਰ, ਲੱਖ ਵਾਰੀ ਭੁੱਲ ਜਾਣ। ਕਿੰਨੇ ਲੀਡਰ ਛਾਲਾਂ ਮਾਰ ਕੇ ਗਏ, ਕਿ ਕਿੰਨਾ ਕੁ ਲੋਕ ਉੱਥੇ ਗਏ? 700 ਜੀ। ਧੰਨਵਾਦ ਜਥੇਦਾਰ ਜੀ, ਥੋੜਾ ਸਮਾਂ ਮੇਰੇ ਕੋਲ। ਸ਼ਾਹ ਪਰਮਜੀਤ ਸਿੰਘ ਮੰਡੇਰ, ਲਾਈਨ ਨੰਬਰ 5। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਜੀ, ਆਪਾਂ ਕਿਸੇ ਪਾਰਟੀ ਨਾਲ ਨਹੀਂ, ਕਿਸੇ ਨਾਲ ਨਹੀਂ, ਜਿਹੜਾ ਕੁਝ ਹੋਇਆ ਤਾਂ ਗਲਤ ਹੈ। ਪਰ ਇਹਦੇ ਵਿੱਚ ਜੇ ਸੋਚਿਆ ਜਾਵੇ ਤਾਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਕਸੂਰ ਹੈ। ਇੱਕ ਪਾਸੇ ਤਾਂ ਕਹਿ ਰਹੇ ਨੇ ਮੈਨੂੰ ਕੋਵਿਡ ਹੋ ਗਿਆ, ਇੱਕ ਪਾਸੇ ਦੂਜੇ ਤੇ ਰੈਲੀਆਂ ਕਰਦੇ ਨੇ। ਜ਼ਿੰਮੇਵਾਰੀ ਬਣਦੀ ਹੈ। ਤੀਜੀ ਚੀਜ਼ ਇਹ ਹੈ ਜੀ, ਮੈਂ ਸਿਕਿਉਰਿਟੀ ਦੇ ਵਿੱਚ, ਮੇਰਾ ਇੱਕ ਮਿੱਤਰ ਹੈ ਕਲੋਜ਼, ਮੈਂ ਨਾਮ ਨਹੀਂ ਲੈਣਾ, ਚੰਡੀਗੜ੍ਹ, ਜਿਹੜਾ ਸਿਕਿਉਰਿਟੀ ਦੇ ਵਿੱਚ ਨਾ, ਉਹ ਕਹਿੰਦਾ ਜੀ ਜਿਹੜੀ ਇਹ ਕਹਿੰਦੇ ਨੇ ਇਹਦੇ ਸਭ ਡਰਾਮੇਬਾਜ਼ੀ ਹੈ ਸਾਰੇ ਲੀਡਰਾਂ ਦੀ, ਕੋਈ ਵੀ ਹੋਵੇ, ਜੇ ਕਾਂਗਰਸੀ, ਭਾਜਪਾ, ਆਮ ਕੋਈ ਹੋਵੇ। ਉਹ ਕਹਿੰਦਾ ਸਿਕਿਉਰਿਟੀ ਸਾਡੀ ਜਿਹੜੀ ਉਰੇ ਸਿਕਿਉਰਿਟੀ, ਇਹਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਆਹ ਰੂਟ ਦੇ ਉੱਪਰ ਕੀ ਹੋ ਰਿਹਾ। ਕਹਿੰਦਾ ਜਿਹੜੀ ਸਾਡੀ ਸਿਕਿਉਰਿਟੀ, ਕਹਿੰਦਾ ਉਹਨੂੰ ਕਿਉਂ ਨਹੀਂ ਪਤਾ ਲੱਗਿਆ? ਇਹ ਹੋ ਸਕਦਾ, ਕਹਿੰਦਾ ਸਾਡੇ ਹਿਸਾਬ ਨਾਲ ਵੀ ਬੀਜੇਪੀ ਨੇ ਆਪਦੇ ਆਪ ਹੀ ਡਰਾਮਾ ਕਰਿਆ ਵੀ ਉੱਥੇ ਸਾਡਾ ਇਕੱਠ ਨਹੀਂ ਹੋਇਆ, ਇਹ ਬੰਦਿਆਂ ਨੂੰ ਪੱਗਾਂ ਬੰਨ੍ਹ ਕੇ ਮੂਹਰੇ ਭੇਜਤਾ। ਕਹਿੰਦਾ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ। ਇਹ ਕਹਿੰਦਾ ਠੀਕ ਹੈ ਜੀ, ਸਾਰਾ ਕੁਛ ਮੈਂ ਮੰਨਦਾ, ਪਰ ਮੰਡੇਰ ਸਾਹਿਬ ਜੇ ਉਹਨਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਨ ਨਾ ਦੇਣ ਦਿੰਦੇ। ਗੱਲ ਤਾਂ ਸੂਬੇ ਲਈ ਮਾੜੀ ਹੋਈ ਨਾ, ਕਰਨ ਨਾ ਦਿੰਦੇ। ਮੈਂ ਉਹੀ ਕਹਿ ਰਿਹਾ ਮੁੜ ਕੇ। ਜਿਹੜੀ ਗੱਲ ਰਣਜੀਤ ਸਿੰਘ ਜੀ ਹੋਣੀ ਕਹਿ ਗਏ ਨੇ ਕਿ ਅਫੀਸ਼ੀਅਲ ਸੀ ਜੀ, ਹਸੈਨੀ ਵਾਲਾ ਬਾਰਡਰ ਤੱਕ ਜਦ ਤੱਕ ਨਹੀਂ ਪੱਥਰ ਰੱਖਣੇ ਸੀ, ਅਫੀਸ਼ੀਅਲ ਸੀ। ਉਹਦੇ ਬਾਅਦ ਅਨਅਫੀਸ਼ੀਅਲ ਸੀ ਜਿਹੜਾ ਉਹਨਾਂ ਨੇ ਰੈਲੀ 'ਚ ਜਾਣਾ। ਉੱਥੋਂ ਪ੍ਰਧਾਨ ਆਪਣਾ ਮੁੱਖ ਮੰਤਰੀ ਪਰਾਂ ਹੋ ਜਾਂਦਾ ਜਾਂ ਉੱਥੇ ਤੱਕ ਤਾਂ ਨਾਲ ਰਹਿੰਦਾ। ਸੁਖਰਾਜ ਸਿੰਘ ਸਿੱਧੂ, ਲਾਈਨ ਨੰਬਰ 2। ਹਾਂ, ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤੁਹਾਨੂੰ ਕਾਲ ਕੀਤੀ, ਥੋੜਾ ਧੰਨਵਾਦ ਬਾਈ ਜੀ। ਹਾਂਜੀ, ਹੋਰ ਠੀਕ ਹੈ ਜੀ। ਹਾਂ ਭਾਜੀ, ਕੁੱਲ ਮਿਲਾ ਕੇ ਗੱਲ ਤਾਂ ਮਾੜੀ ਹੋਈ ਹੈ ਨਾ, ਜਿਹੜੀ ਸਹੀ ਗੱਲ ਆ ਜੀ। ਤੇ ਵੈਸੇ ਮੁੱਖ ਮੰਤਰੀ ਦਾ ਫਰਜ਼ ਸੀਗਾ ਉਹਨੇ ਨਾਲ ਸਹਿਯੋਗ ਦੇਣਾ, ਉਹਨੂੰ ਦੱਸਣਾ ਗੱਲ ਤੋਂ, ਫਿਰ ਜਿੱਦਾਂ ਪ੍ਰਧਾਨ ਮੰਤਰੀ ਸੀ ਆਪਣਾ ਕਰਤਾ ਸੀ। ਥੈਂਕ ਯੂ ਜੀ। ਦੇਖੋ, ਗੱਲ ਜਿਹੜੀ ਵੀ ਇਹ ਹੋਈ ਹੈ, ਕਾਰਨ ਇਹ ਹੈ ਵੀ ਜਦ ਪਤਾ ਹੋਵੇ, ਮੈਂ ਸੰਵੇਦਨਸ਼ੀਲ ਹਾਂ, ਸਾਡੀ ਮੁਸ਼ਕਲ ਹੈ, ਸੂਬੇ ਦੇ ਵਿੱਚ ਵੋਟਾਂ ਸਿਰ 'ਤੇ ਨੇ, ਤਾਂ ਫਿਰ ਕਾਂਗਰਸ ਸਰਕਾਰ ਖਿਆਲ ਕਰਦੀ। ਜੇ ਇੱਥੇ ਹੀ ਰਾਹੁਲ ਗਾਂਧੀ ਨੇ ਆਉਣਾ ਹੁੰਦਾ, ਕੀ CM ਰਾਹੁਲ ਗਾਂਧੀ ਤੋਂ ਪਰਾਂ ਹੋ ਜਾਂਦਾ? ਰਾਹੁਲ ਗਾਂਧੀ ਕੋਲ ਤਾਂ ਪੋਜੀਸ਼ਨ ਵੀ ਕੋਈ ਨਹੀਂ, MP ਹੈ। ਉਹਨੇ ਚਿੰਬੜ ਕੇ ਰਹਿਣਾ ਸੀ ਨਾਲ, ਇੱਕ ਨੇੜੇ ਵੀ ਨਹੀਂ ਸੀ ਹੋਣਾ। ਉੱਥੇ ਖੜਾ ਸੀ ਨਾ ਮਨਪ੍ਰੀਤ ਸਿੰਘ ਬਾਦਲ, ਹੱਥ ਜੋੜੀ, ਮਨਪ੍ਰੀਤ ਸਿੰਘ ਬਾਦਲ ਨੇੜੇ ਵੀ ਨਹੀਂ ਸੀ ਰਾਹੁਲ ਗਾਂਧੀ ਨੇ ਲੈਣ ਦੇਣਾ। ਨਾਲ ਹੀ ਹੋਣਾ ਸੀ ਸਿੱਧੂ, ਸਾਰੇ ਨਾਲ ਹੋਣੇ ਸੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਹੈ, ਤੁਹਾਡੇ ਜਿਹੜੇ ਪਾਰਟੀ ਦੇ ਤੌਰ 'ਤੇ ਡਿਫਰੈਂਸਿਸ ਹੋ ਸਕਦੇ ਨੇ, ਪਰ ਉਹਦੀ ਸੁਰੱਖਿਆ ਤਾਂ ਬਾਰਡਰ ਦੇ ਨੇੜੇ ਹੈ, ਪਾਕਿਸਤਾਨ ਦਾ ਬਾਰਡਰ ਨੇੜੇ ਹੈ, ਸਾਰਾ ਕੁਛ ਉਹਨੂੰ ਮੱਦੇ ਨਜ਼ਰ ਉਹਨੂੰ ਠੀਕ ਰੱਖਣਾ ਸੀ। ਤੁਸੀਂ ਵੇਖਦੇ ਵੀ ਉਹ ਕਿੱਥੇ ਹੋ ਰਹੀ ਹੈ ਰੈਲੀ ਅਤੇ ਕਿੱਧਰ ਨੂੰ ਗੱਲ ਜਾਣੀ ਹੈ, ਅਤੇ ਇਸ ਦਾ ਖਿਆਲ ਰੱਖਣਾ ਸੀ। ਨਿੰਮੀ ਡੌਲਾ ਜੀ ਕਹਿੰਦੇ ਬੰਦ ਕਰੋ, ਸੋਮਵਾਰ ਆਉਣੇ ਆ ਜੀ ਵਾਪਸ। ਨਿੰਮੀ ਡੌਲਾ ਆ ਗਏ ਅਤੇ ਜਦ ਸਟੂਡੀਓ 'ਚ ਵੜਦੇ ਨੇ, ਸਟੂਡੀਓ ਧਮਕ ਕਰਦਾ। ਰੱਬ ਰੱਖਾ।